आप फायदा उठा सकते हैं हमारे 23 ऑनलाइन चर्चेस का, जो कि भारत की सारी प्रमुख भाषाओं में उपलब्ध हैं। और इसके अलावा हमारे पास 3 विशेष चर्च हैं। एक टीनेजर्स के लिए जिसका नाम है तूफानी और ज्ञानी 3, बच्चों के लिए हमारे पास ऑनलाइन चर्च है, और गूंगे और बहरों के लिए भी हमारे पास चर्च है, साइन लैंग्वेज का चर्च। उसके अलावा आप हमारे ऑनलाइन चर्चेस को देख सकते हैं उड़िया में, तेलुगु में, तमिल में, गुजराती में, कन्नड़ा में, तुलु में, इंग्लिश में, हिंदी में, छत्तीसगढ़ी में, राठौरी बरेली में, आसामीज में, मराठी में, पंजाबी में, नेपाली में, कोंकणी, मलयालम, सिंधी, भोजपुरी, बंगाली और मालवानी में। इनका फायदा उठाइए और पूरे भारत में लोगों को सुसमाचार सुनाइए। गॉड ब्लेस यू। मेरे जीवन मेरे विधान मैं तेरी स्तुति करूं। जैसे मैं पानी के लिए तरसती है, वैसे ही मैं खुदा तरसता हूँ। जैसे मैं पानी के लिए तरसती है, वैसे ही मैं खुदा तरसता हूँ। तेरे लिए, तेरी समीपति के लिए मैं तरसता हूँ। तेरे लिए, बस तेरे लिए प्यासा रहता हूँ। तेरे लिए, तेरी समीपति के लिए मैं तरसता हूँ। तेरे लिए, बस तेरे लिए प्यासा रहता हूँ। मेरे जीवन दाता, मेरे विधाता, तेरी स्तुति मैं करूं। हर दिन हर पल तुझको पुकारूं, यीशु मेरे प्रभु। मेरे जीवन दाता, मेरे विधाता, तेरी स्तुति मैं करूं। हर दिन हर पल तुझको पुकारूं, यीशु मेरे प्रभु। तेरे लिए, तेरी समीपति के लिए मैं तरसता हूँ। तेरे लिए, बस तेरे लिए प्यासा रहता हूँ। तेरे लिए, तेरी समीपति के लिए मैं तरसता हूँ। तेरे लिए, बस तेरे लिए प्यासा रहता हूँ। जैसे मैं पानी के लिए तरसती है, वैसे ही मैं खुदा तरसता हूँ। जैसे मैं पानी के लिए तरसती है, वैसे ही मैं खुदा तरसता हूँ। Praise the Lord. प्रेज द लॉर्ड। ਸਤਿ ਸ੍ਰੀ ਅਕਾਲ। ਅਸੀਂ ਤੁਹਾਨੂੰ ਸਭ ਨੂੰ ਸਵਾਗਤ ਹੈ ਅੱਜ ਦੇ ਵਿਸ਼ੇਸ਼ ਐਤਵਾਰ ਦੀ ਸਭਾ ਵਿੱਚ। ਅਸੀਂ ਤੁਹਾਨੂੰ ਸਵਾਗਤ ਹੈ ਪਰਮੇਸ਼ਵਰ ਦੀ ਹਜ਼ੂਰੀ ਵਿੱਚ। ਅਤੇ ਮੈਨੂੰ ਨਿਯਮਚਨ ਤੁਸੀਂ ਸਾਰੇ ਉਤਸ਼ਾਹਿਤ ਸੀ ਅੱਜ ਦੇ ਸੰਦੇਸ਼ ਦੇ ਲਈ। ਅਤੇ ਮੈਨੂੰ ਨਿਯਮਚਨ ਤੁਸੀਂ ਪੂਰੀ ਤਿਆਰੀ ਦੇ ਨਾਲ ਬੈਠੇ ਅਤੇ ਆਪਣੇ ਦੋਸਤਾਂ ਦੇ ਨਾਲ ਅਤੇ ਆਪਣੇ ਪਰਿਵਾਰ ਦੇ ਨਾਲ ਅਤੇ ਸਮੂਹਨ ਪ੍ਰਾਰਥਨਾ ਦਾ ਤੁਸੀਂ ਜਿੱਥੇ ਕਿਤੇ ਖੜੇ ਹੁੰਦੇ। ਅਸੀਂ ਪਰਮੇਸ਼ਵਰ ਨੂੰ ਧੰਨਵਾਦ ਦਿੰਦੇ ਨੇ ਆਪਣੇ ਅਤੇ ਆਪਣੇ ਅੱਖਾਂ ਨੂੰ ਬੰਦ ਕਰਕੇ ਤੇ ਆਪਣੇ ਪਵਿੱਤਰ ਹੱਥਾਂ ਨੂੰ ਸਵਰਗ ਦੀ ਔਰ ਉਠਾਉਂਦੇ ਨੇ। ਅਸੀਂ ਪਰਮੇਸ਼ਵਰ ਨੂੰ ਧੰਨਵਾਦ ਦਿੰਦੇ ਹਾਂ ਅੱਜ ਦੇ ਸੰਦੇਸ਼ ਦੇ ਲਈ। ਲਿਗਾ ਸਾਕਤਾ ਟ੍ਰੇਡੇਸ਼ ਲਬਾਂਗ ਰਬਾ ਰਡੂਸ ਲਬਾਓ ਸਾਕੋਲਾ ਕੋ ਪ੍ਰੇਸ਼ ਲਿਗਾ ਸਾਕਤਾ ਟ੍ਰੇਡੇਸ਼ ਲਬਾਂਗ ਰਬਾ ਰਡੂਸ ਲਬਾਓ ਸਾਕੋਲਾ ਕੋ ਪ੍ਰੇਸ਼ਟਾ ओ प्रगाडा बदो पड़ी का लिगा साकता ट्रेडेश लबांग रबा रडूस लबाओ साकोला को प्रेश लिगा साकता ट्रेडेश लबांग रबा रडूस ओ लबाओ साकोला को प्रेश लिगा साकता ट्रेडे। अपने मुंह तो खोल के पर्या भाषा ਵਿੱਚ बोल देन
ਅਸੀਂ ਆਪਣੀ ਰੂਹ ਨੂੰ ਤਿਆਰ ਕਰਦੇ ਹਾਂ ਅੱਜ ਦੇ ਸੰਦੇਸ਼ ਦੇ ਲਈ ਲਿਗਾ ਸਾਕਟਾਟ ਰੜੇ ਓ ਸ਼ਲਮਾਂਗ ਰਬਾਨ ਡੁਸ ਲਬਾਉ ਸਾਕੋਲਾ ਕੋ ਬ੍ਰੇਸ਼ ਲਿਗਾ ਸਾਕਟਾਟ ਰੜੇ ਸ਼ਲਮਾਂਗ ਰਬਾਨ ਡੁਸ ਲਬਾਉ ਸਾਕੋਲਾ ਕੋ ਬ੍ਰੇਸ਼ ਲਿਗਾ ਸਾਕਟਾਟ ਰੜੇ ਓ ਸ਼ਲਮਾਂਗ ਰਬਾਨ ਡੁਸ ਲਬਾਉ ਸਾਕੋਲਾ ਕੋ ਬ੍ਰੇਸ਼ ਲਿਗਾ ਸਾਕਟਾਟ ਰੜੇ ਸ਼ਲਮਾਂਗ ਰਬਾਨ ਡੁਸ ਲਬਾਉ ਸਾਕੋਲਾ ਕੋ ਬ੍ਰੇਸ਼ ਲਿਗਾ ਸਾਕਟਾਟ ਰੜੇ ਓ ਸ਼ਲਮਾਂਗ ਰਬਾਨ ਡੁਸ ਲਬਾਉ ਸਾਕੋਲਾ ਕੋ ਬ੍ਰੇਸ਼ ਲਿਗਾ ਸਾਕਟਾਟ ਰੜੇ ਸ਼ਲਮਾਂਗ ਰਬਾਨ ਡੁਸ ਲਬਾਉ ਸਾਕੋਲਾ ਕੋ ਬ੍ਰੇਸ਼ ਲਿਗਾ ਸਾਕਟਾਟ ਰੜੇ ਧੰਨਵਾਦ ਦੇ ਪਰਮੇਸ਼ਰ ਪਵਿੱਤਰ ਆਤਮਾ ਦੇ ਉਪਾਰ ਦੇ ਲਈ ਤੁਹਾਡਾ ਲੱਖ ਲੱਖ ਧੰਨਵਾਦ ਦੇ ਲਿਗਾ ਸਾਕਟਾਟ ਰੜੇ ਸ਼ਲਮਾਂਗ ਰਬਾਨ ਡੁਸ ਓ ਲਬਾਉ ਸਾਕੋਲਾ ਕੋ ਬ੍ਰੇਸ਼ ਲਿਗਾ ਸਾਕਟਾਟ ਰੜੇ ਸ਼ਲਮਾਂਗ ਰਬਾਨ ਡੁਸ ਲਬਾਉ ਸਾਕੋਲਾ ਕੋ ਬ੍ਰੇਸ਼ ਲਿਗਾ ਸਾਕਟਾਟ ਰੜੇ ਓ ਸ਼ਲਮਾਂਗ ਰਬਾਨ ਡੁਸ ਲਬਾਉ ਸਾਕੋਲਾ ਕੋ ਬ੍ਰੇਸ਼ ਲਿਗਾ ਸਾਕਟਾਟ ਰੜੇ ਸ਼ਲਮਾਂਗ ਰਬਾਨ ਡੁਸ ਲਬਾਉ ਸਾਕੋਲਾ ਕੋ ਬ੍ਰੇਸ਼ ਲਿਗਾ ਸਾਕਟਾਟ ਰੜੇ ਸ਼ਲਮਾਂਗ ਰਬਾਨ ਡੁਸ ਧੰਨਵਾਦ ਦੇ ਪਰਮੇਸ਼ਰ ਤੁਸੀਂ ਆਦਿ ਤੇ ਅੰਤ ਲਿਗਾ ਸਾਕਟਾਟ ਰੜੇ ਓ ਸ਼ਲਮਾਂਗ ਰਬਾਨ ਡੁਸ ਲਬਾਉ ਸਾਕੋਲਾ ਕੋ ਬ੍ਰੇਸ਼ ਲਿਗਾ ਸਾਕਟਾਟ ਰੜੇ ਸ਼ਲਮਾਂਗ ਰਬਾਨ ਡੁਸ ਲਬਾਉ ਸਾਕੋਲਾ ਕੋ ਬ੍ਰੇਸ਼ ਲਿਗਾ ਸਾਕਟਾਟ ਰੜੇ ਧੰਨਵਾਦ ਦੇ ਪਰਮੇਸ਼ਰ ਤੁਹਾਡੇ ਅਨੰਤ ਪ੍ਰੇਮ ਦੇ ਲਈ ਤੁਹਾਡੀ ਦਇਆ ਦੇ ਲਈ ਤੁਹਾਡੀ ਭਲਾਈ ਦੇ ਲਈ ਧੰਨਵਾਦ ਦੇ ਪਰਮੇਸ਼ਰ ਤੁਹਾਡੀ ਵਰਗਾ ਕੋਈ ਨਹੀਂ ਸੀ ਤਾਂ ਪਰਮੇਸ਼ਰ ਤੁਸੀਂ ਮਹਾਨ ਸਰਵਸ਼ਕਤੀਮਾਨ ਪਰਮੇਸ਼ਰ ਸੀ ਓ ਲਿਗਾ ਸਾਕਟਾਟ ਰੜੇ ਸ਼ਲਮਾਂਗ ਰਬਾਨ ਡੁਸ ਲਬਾਉ ਸਾਕੋਲਾ ਕੋ ਬ੍ਰੇਸ਼ ਲਿਗਾ ਸਾਕਟਾਟ ਰੜੇ ਓ ਸ਼ਲਮਾਂਗ ਰਬਾਨ ਡੁਸ ਲਬਾਉ ਸਾਕੋਲਾ ਕੋ ਬ੍ਰੇਸ਼ ਲਿਗਾ ਸਾਕਟਾਟ ਰੜੇ ਸ਼ਲਮਾਂਗ ਰਬਾਨ ਡੁਸ ਲਬਾਉ ਸਾਕੋਲਾ ਕੋ ਬ੍ਰੇਸ਼ ਓ ਧੰਨਵਾਦ ਦੇ ਪਰਮੇਸ਼ਰ ਧੰਨਵਾਦ ਦੇ ਅਸੀਂ ਸਾਰੀ ਪ੍ਰਾਰਥਨਾ ਪ੍ਰਭੂ ਯਿਸੂ ਮਸੀਹ ਦੇ ਨਾਮ ਵਿੱਚ ਮੰਗਦੇ ਹਾਂ ਆਮੇਨ ਹਾਲੇਲੂਇਆ ਪ੍ਰੇਜ਼ ਦ ਲਾਰਡ ਅਤੇ ਅੱਜ ਦੀ ਪਹਿਲੀ ਪ੍ਰਾਰਥਨਾ ਬਿੰਦੂ ਇਹ ਸੀ ਅਸੀਂ ਪ੍ਰਾਰਥਨਾ ਕਰਦੇ ਹਾਂ ਬਾਈਬਲ ਦੇ ਅਧਿਐਨ ਪਹਿਲਾ ਤਿਮੋਥਿਉਸ ਦੂਸਰਾ ਅਧਿਐਨ ਅਤੇ 1 ਤੇ 2 ਆਇਤ ਕਹਿੰਦਾ ਹਾਂ ਇਸ ਲਈ ਮੈਂ ਤੁਹਾਨੂੰ ਬੇਨਤੀ ਕਰਦਾ ਹਾਂ ਕਿ ਸਭ ਤੋਂ ਪਹਿਲਾਂ ਬੇਨਤੀਆਂ ਪ੍ਰਾਰਥਨਾਵਾਂ ਵਿਚਲੋਗੀ ਅਤੇ ਧੰਨਵਾਦ ਕਰਦਿਆਂ ਸਾਰੇ ਮਨੁੱਖਾਂ ਲਈ ਪ੍ਰਾਰਥਨਾ ਕੀਤੀ ਜਾਵੇ ਰਾਜਿਆਂ ਅਤੇ ਉਹਨਾਂ ਸਾਰਿਆਂ ਲਈ ਜਿਹੜੇ ਉੱਚ ਅਹੁਦੇ ਤੇ ਹਨ ਤਾਂ ਕਿ ਅਸੀਂ ਸਾਰੇ ਭਗਤੀ ਅਤੇ ਇਮਾਨਦਾਰੀ ਨਾਲ ਸ਼ਾਂਤ ਅਤੇ ਸ਼ਾਂਤੀਪੂਰਨ ਜ਼ਿੰਦਗੀ ਜੀ ਸਕੀਏ ਅਸੀਂ ਪ੍ਰਾਰਥਨਾ ਕਰਦੇ ਹਾਂ ਅਸੀਂ ਪ੍ਰਾਰਥਨਾ ਅਤੇ ਘੋਸ਼ਣਾ ਕਰਦੇ ਕਿ ਗੈਰ ਰਾਜ ਡੀਪ ਸਟੇਟ ਲੋਕਾਂ ਦਾ ਪ੍ਰਭਾਵ ਦੇਸ਼ਾਂ ਅਤੇ ਸਰਕਾਰਾਂ ਦੇ ਨੇਤਾ ਦੇ ਉੱਤੇ ਬੇਕਾਰ ਅਤੇ ਨਿਪੁਸ਼ ਹੋ ਜਾਵੇਗਾ ਘੋਸ਼ਣਾ ਕਰਦੇ ਕਿ ਉਹਨਾਂ ਦੀ ਸਾਮਰਥ ਉਹਨਾਂ ਦਾ ਪ੍ਰਭਾਵ ਉਹਨਾਂ ਦਾ ਅਧਿਕਾਰ ਅਤੇ ਉਹਨਾਂ ਦਾ ਫੰਡ ਕੱਟ ਦਿੱਤਾ ਜਾਵੇਗਾ ਯਿਸੂ ਮਸੀਹ ਦੇ ਨਾਮ ਤੇ ਦੇਸ਼ਾਂ ਦੇ ਨੇਤਾਵਾਂ ਆਪਣੀ ਬੰਧਨਾਂ ਤੋਂ ਬਾਹਰ ਆ ਜਾਣਗੇ ਅਤੇ ਉਹ ਸਹੀ ਫੈਸਲੇ ਲੈਣ ਲਈ ਸ਼ੁਰੂ ਕਰਨਗੇ ਜੋ ਪਰਮੇਸ਼ਵਰ ਦੇ ਘਰ ਦੇ ਪੱਖ ਵਿੱਚ ਹਨ ਹਾਲੇਲੂਇਆ ਅਸੀਂ ਘੋਸ਼ਣਾ ਕਰਦੇ ਕਿ ਉਹ ਲੋਕ ਜਿਹੜੇ ਰਾਜਿਆਂ ਅਤੇ ਅਧਿਕਾਰੀਆਂ ਦੇ ਲੋਕਾਂ ਨੂੰ ਬੁਰਾਈ ਕਰਨ ਲਈ ਉਤਸ਼ਾਹਿਤ ਕਰ ਰਹੇ ਹਨ ਉਹ ਕੱਟ ਦਿੱਤਾ ਜਾਵੇਗਾ ਯਿਸੂ ਮਸੀਹ ਦੇ ਨਾਮ ਵਿੱਚ ਆਮੇਨ ਹਾਲੇਲੂਇਆ ਅਸੀਂ ਪ੍ਰਾਰਥਨਾ ਕਰਦੇ ਹਾਂ ਅਸੀਂ ਰੂਹ ਵਿੱਚ ਪ੍ਰਾਰਥਨਾ ਕਰਦੇ ਹਾਂ ਲਿਗਾ ਸਾਕਟਾਟ ਰੜੇ ਓ ਸ਼ਲਮਾਂਗ ਰਬਾਰ ਡੁਸ ਲਬਾਓ ਸਾਕੋਲਾ ਕੋ ਪ੍ਰੈਸ਼ ਲਿਗਾ ਸਾਕਟਾਟ ਰੜੇ ਓ ਸ਼ਲਮਾਂਗ ਰਬਾਰ ਡੁਸ ਲਬਾਓ ਸਾਕੋਲਾ ਕੋ ਪ੍ਰੈਸ਼ ਲਿਗਾ ਸਾਕਟਾਟ ਰੜੇ ਸ਼ਲਮਾਂਗ ਰਬਾਰ ਡੁਸ ਲਬਾਓ ਸਾਕੋਲਾ ਕੋ ਪ੍ਰੈਸ਼ ਲਿਗਾ ਸਾਕਟਾਟ ਰੜੇ ਓ ਸ਼ਲਮਾਂਗ ਰਬਾਰ ਡੁਸ ਲਬਾਓ ਸਾਕੋਲਾ ਕੋ ਪ੍ਰੈਸ਼ ਲਿਗਾ ਸਾਕਟਾਟ ਰੜੇ ਸ਼ਲਮਾਂਗ ਰਬਾਰ ਡੁਸ ਲਬਾਓ ਸਾਕੋਲਾ ਕੋ ਪ੍ਰੈਸ਼ ਲਿਗਾ ਸਾਕਟਾਟ ਰੜੇ ਓ ਸ਼ਲਮਾਂਗ ਰਬਾਰ ਡੁਸ ਲਬਾਓ ਸਾਕੋਲਾ ਕੋ ਪ੍ਰੈਸ਼ ਲਿਗਾ ਸਾਕਟਾਟ ਰੜੇ ਸ਼ਲਮਾਂਗ ਰਬਾਰ ਡੁਸ ਲਬਾਓ ਸਾਕੋਲਾ ਕੋ ਪ੍ਰੈਸ਼ ਲਿਗਾ ਸਾਕਟਾਟ ਰੜੇ ਸ਼ਲਮਾਂਗ ਰਬਾਰ ਡੁਸ ਓ ਲਬਾਓ ਸਾਕੋਲਾ ਕੋ ਪ੍ਰੈਸ਼ ਲਿਗਾ ਸਾਕਟਾਟ ਰੜੇ ਓ ਧੰਨਵਾਦ ਕਰ ਪਰਮੇਸ਼ਰ ਅਸੀਂ ਪ੍ਰਾਰਥਨਾ ਤੇ ਅਸੀਂ ਘੋਸ਼ਣਾ ਕਰਦੇ ਹਾਂ ਪਰਮੇਸ਼ਰ ਗੈਰ ਰਾਜ ਡੀਪ ਸਟੇਟ ਦੇ ਲੋਕਾਂ ਦੇ ਪ੍ਰਭਾਵ ਹਾਂ ਤਾਂ ਪਰਮੇਸ਼ਰ ਉਹਨਾਂ ਦਾ ਲੋਕਾਂ ਦਾ ਪ੍ਰਭਾਵ ਭਾਰਤ ਦੇਸ਼ ਦੇ ਅਤੇ ਸਰਕਾਰਾਂ ਦੇ ਹੱਥ ਪਰਮੇਸ਼ਰ ਬੇਕਾਰ ਅਤੇ ਨਸ਼ਟ ਹੋ ਰਿਹਾ ਹੈ ਯਿਸੂ ਮਸੀਹ ਦੇ ਨਾਮ ਵਿੱਚ ਲਿਗਾ ਸਾਕਟਾਟ ਰੜੇ ਸ਼ਲਮਾਂਗ ਰਬਾਨ ਡੁਸ ਲਬਾਓ ਸਾਕੋਲਾ ਕੋ ਪ੍ਰੈਸ਼ ਲਿਗਾ ਸਾਕਟਾਟ ਰੜੇ ਸ਼ਲਮਾਂਗ ਰਬਾਨ ਡੁਸ ਓ ਲਬਾਓ ਸਾਕੋਲਾ ਕੋ ਪ੍ਰੈਸ਼ ਲਿਗਾ ਸਾਕਟਾਟ ਰੜੇ ਸ਼ਲਮਾਂਗ ਰਬਾਨ ਡੁਸ ਲਬਾਓ ਸਾਕੋਲਾ ਕੋ ਪ੍ਰੈਸ਼ ਲਿਗਾ ਸਾਕਟਾਟ ਰੜੇ ਓ ਸ਼ਲਮਾਂਗ ਰਬਾਨ ਡੁਸ ਲਬਾਓ ਸਾਕੋਲਾ ਕੋ ਪ੍ਰੈਸ਼ ਲਿਗਾ ਸਾਕਟਾਟ ਰੜੇ ਸ਼ਲਮਾਂਗ ਰਬਾਨ ਡੁਸ ਲਬਾਓ ਸਾਕੋਲਾ ਕੋ ਪ੍ਰੈਸ਼ ਓ ਬ੍ਰਗੜਾ ਬਜ਼ੋ ਪੜੀ ਕਲਿਗਾ ਸਾਕਟਾਟ ਰੜੇ ਸ਼ਲਮਾਂਗ ਰਬਾਨ ਡੁਸ ਲਬਾਓ ਸਾਕੋਲਾ ਕੋ ਪ੍ਰੈਸ਼ ਧੰਨਵਾਦ ਪਰਮੇਸ਼ਰ ਅਸੀਂ ਘੋਸ਼ਣਾ ਕਰਦੇ ਹਾਂ ਪਰਮੇਸ਼ਰ ਡੀਪ ਸਟੇਟ ਦੇ ਲੋਕਾਂ ਦਾ ਹਾਂ ਤਾਂ ਪਰਮੇਸ਼ਰ ਉਹਨਾਂ ਦਾ ਅਧਿਕਾਰ ਉਹਨਾਂ ਦਾ ਪ੍ਰਭਾਵ ਉਹਨਾਂ ਦਾ ਸਾਮਰਥ ਅਤੇ ਉਹਨਾਂ ਦਾ ਫੰਡ ਕੱਟ ਦਿੱਤਾ ਜਾਵੇਗਾ ਯਿਸੂ ਮਸੀਹ ਦੇ ਨਾਮ ਵਿੱਚ ਓ ਲਿਗਾ ਸਾਕਟਾਟ ਰੜੇ ਸ਼ਲਮਾਂਗ ਰਬਾਨ ਡੁਸ ਲਬਾਓ ਸਾਕੋਲਾ ਕੋ ਪ੍ਰੈਸ਼ ਲਿਗਾ ਸਾਕਟਾਟ ਰੜੇ ਸ਼ਲਮਾਂਗ ਰਬਾਨ ਡੁਸ ਓ ਲਬਾਓ ਸਾਕੋਲਾ ਕੋ ਪ੍ਰੈਸ਼ ਲਿਗਾ ਸਾਕਟਾਟ ਰੜੇ ਸ਼ਲਮਾਂਗ ਰਬਾਨ ਡੁਸ ਲਬਾਓ ਸਾਕੋਲਾ ਕੋ ਪ੍ਰੈਸ਼ ਲਿਗਾ ਸਾਕਟਾਟ ਰੜੇ ਭਾਰਤ ਦੇਸ਼ ਦੇ ਨੇਤਾਵਾਂ ਹਾਂ ਤਾਂ ਪਰਮੇਸ਼ਰ ਆਪਣੀ ਬੰਧਨਾਂ ਤੋਂ ਬਾਹਰ ਆ ਜਾਣਗੇ ਤੇ ਉਹ ਸਹੀ
ਸਹੀ ਫੈਸਲਾ ਨੂੰ ਲੈ ਰਹੇ ਹਾਂ ਯਿਸੂ ਮਸੀਹ ਦੇ ਨਾਮ ਵਿੱਚ। ਜੋ ਅਸੀਂ ਘੋਸ਼ਣਾ ਕਰੇ ਤਾਂ ਪਰਮੇਸ਼ਰ ਭਾਰਤ ਦੇਸ਼ ਦੇ ਨੇਤਾ ਵੇ ਤੇ ਜੋ ਉੱਚ ਅਹੁਦੇ ਤੇ ਹਾਂ ਤਾਂ ਪਰਮੇਸ਼ਰ ਉਹਨਾਂ ਦਾ ਦਿਲ ਖੁੱਲੇ ਹਨ ਤਾਂ ਪਰਮੇਸ਼ਰ ਤੁਹਾਡੀ ਸਿੱਧ ਇੱਛਾ ਵਿੱਚ ਚੱਲ ਰਹੇ ਨੇ ਯਿਸੂ ਮਸੀਹ ਦੇ ਨਾਮ ਵਿੱਚ। ਓਲੀਗਾ ਸਾਕਟਾਟ ਰੇਸ਼ ਲਮਾਂਗ ਰਬਾਰ ਡੁਸਲਾਵਾ ਉਸਾਕੋਲਾ ਕੋ ਪ੍ਰੇਸ਼ ਲੀਗਾ ਸਾਕਟਾਟ ਰੇਸ਼ ਲਮਾਂਗ ਰਬਾਰ ਡੁਸਲਾਵਾ ਉਸਾਕੋਲਾ ਕੋ ਪ੍ਰੇਸ਼ਟਾ। ਉਹ ਧੰਨਵਾਦ ਦੇ ਪਰਮੇਸ਼ਵਰ ਰਾਜਾ ਦੇ ਰਾਜਾ ਪ੍ਰਭੂ ਦੇ ਪ੍ਰਭੂ ਤਾਂ ਪਰਮੇਸ਼ਵਰ ਧੰਨਵਾਦ ਦਿੰਦੇ ਪਰਮੇਸ਼ਵਰ ਅਸੀਂ ਸਾਰੀ ਪ੍ਰਾਰਥਨਾ ਪ੍ਰਭੂ ਯਿਸੂ ਮਸੀਹ ਦੇ ਨਾਮ ਵਿੱਚ ਮੰਗਦੇ ਹਾਂ। ਆਮੇਨ ਹਾਲੇਲੂਇਆ ਪ੍ਰੇਜ਼ ਦ ਲਾਰਡ। ਅਤੇ ਅੱਜ ਦੀ ਦੂਜੀ ਪ੍ਰਾਰਥਨਾ ਬਿੰਦੂ ਇਹ ਸੀ ਅਸੀਂ ਪ੍ਰਾਰਥਨਾ ਕਰਦੇ ਆਪਣੇ ਬਰਾਵਾ ਦੇ ਲਈ। ਅਸੀਂ ਬਾਈਬਲ ਦੇ ਅਧਿਐਨ ਕੁਲੂਸੀਆ 3 ਅਧਿਐਨ ਅਤੇ 1 ਤੇ 2 ਆਇਤ ਕਹਿੰਦਾ ਹੈ ਜੋ ਤੁਸੀਂ ਮਸੀਹ ਦੇ ਨਾਲ ਜੀਵਲੇ ਹੋ ਸਵਰਗੀ ਚੀਜ਼ਾਂ ਦੀ ਬਾਲ ਵਿੱਚ ਰਹੋ ਜਿੱਥੇ ਮਸੀਹ ਮੌਜੂਦ ਹਾਂ ਅਤੇ ਪਰਮੇਸ਼ਵਰ ਦੇ ਸੱਜੇ ਪਾਸੇ ਬਿਰਾਜਮਾਨ ਹਾਂ। ਧਰਤੀ ਉੱਤੇ ਨਹੀਂ ਸਵਰਗੀ ਚੀਜ਼ਾਂ ਉੱਤੇ ਧਿਆਨ ਦਿਓ। ਹਾਲੇਲੂਇਆ। ਅਤੇ ਦੂਸਰਾ ਬਾਈਬਲ ਅਧਿਐਨ ਰੋਮੀਆ 8 ਅਧਿਐਨ ਅਤੇ 6 ਆਇਤ ਕਹਿੰਦਾ ਹਾਂ ਸਰੀਰ ਉੱਤੇ ਮਨ ਲਗਾਉਣ ਮੌਤ ਹਾਂ ਪਰ ਰੂਹ ਉੱਤੇ ਮਨ ਲਗਾਉਣ ਜੀਵਨ ਅਤੇ ਸ਼ਾਂਤੀ ਹਾਂ। ਹਾਲੇਲੂਇਆ। ਅਸੀਂ ਪ੍ਰਾਰਥਨਾ ਕਰਦੇ ਹਾਂ ਖਾਸ ਕਰ ਸਾਡੇ ਬਰਾਵਾ ਦੇ ਲਈ ਕਿ ਹਰ ਵਿਅਕਤੀ ਆਤਮਿਕ ਦਿਮਾਗ ਦਾ ਹਾਂ ਅਸੀਂ ਨਿਰੰਤਰ ਪਰਮੇਸ਼ਵਰ ਦੇ ਬਚਨਾਂ ਦੀ ਰੋਸ਼ਨੀ ਵਿੱਚ ਚੱਲ ਰਿਹਾ ਹਾਂ ਅਤੇ ਪਰਮੇਸ਼ਵਰ ਵਿੱਚ ਆਪਣੀ ਨਿਹਚਾ ਨੂੰ ਵਿਖਾ ਰਿਹਾ ਹਾਂ। ਘੋਸ਼ਣਾ ਕਰਦੇ ਕਿ ਕੋਈ ਵੀ ਇਸ ਸੰਸਾਰ ਦੇ ਆਕਰਸ਼ਣ ਅਤੇ ਧੋਖੇ ਦੇ ਦੁਆਰਾ ਵਾਹਿਆ ਨਹੀਂ ਜਾਵੇਗਾ ਪਰ ਅਸੀਂ ਸਾਰੇ ਅਨੰਤਤਾ ਅਤੇ ਉਹਨਾਂ ਚੀਜ਼ਾਂ ਤੇ ਕੇਂਦਰਿਤ ਹੋਵਾਂਗੇ ਜੋ ਪਰਮੇਸ਼ਵਰ ਦੇ ਲਈ ਮਹੱਤਵਪੂਰਨ ਹਨ। ਹਾਲੇਲੂਇਆ। ਅਸੀਂ ਆਪਣੇ ਰੂਹ ਵਿੱਚ ਪ੍ਰਾਰਥਨਾ ਕਰਦੇ ਹਾਂ ਲਿਗਾ ਸਾਕਟਾਟ ਰੇਸ਼ ਲਮਾਂਗ ਰਬਾਰ ਡੁਸ ਲਬਾਓ ਸਾਕੋਲਾ ਕੋ ਪ੍ਰੇਸ਼ ਲਿਗਾ ਸਾਕਟਾਟ ਰੇ ਓ ਸ਼ਲਬਾਂਗ ਰਬਾਰ ਡੁਸ ਲਬਾਓ ਸਾਕੋਲਾ ਕੋ ਪ੍ਰੇਸ਼ ਲਿਗਾ ਸਾਕਟਾਟ ਰੇਸ਼ ਲਮਾਂਗ ਰਬਾਰ ਡੁਸ ਲਬਾਓ ਸਾਕੋਲਾ ਕੋ ਪ੍ਰੇਸ਼ ਲਿਗਾ ਸਾਕਟਾਟ ਰੇ ਓ ਸ਼ਲਬਾਂਗ ਰਬਾਰ ਡੁਸ ਲਬਾਓ ਸਾਕੋਲਾ ਕੋ ਪ੍ਰੇਸ਼ ਲਿਗਾ ਸਾਕਟਾਟ ਰੇਸ਼ ਲਮਾਂਗ रबारे डूसला बाउसा को लको प्रेष्टा आक्रडी क्रा लेगा बा होंगे बरबसा लेगा बरबसा नांगा साने ने बो नागलिगा साक टाट रे ओ धन्यवाद दे पिता परमेश्वर से प्रार्थना करदे सारे बरावाद दे ले ते परमेश्वर वह आत्मिक दिमाग दा हा उना दी आत्मिक वृद्धि हो रही है यीशु मसीह दे नाम में लिगा साक टाट रे शलबांग रबारे डूसला बाउसा को लको प्रेष्टा लिगा साक टाट रे शलबांग रबारे डूस ओ लबाओसा को लको प्रेष्टा लिगा साक टाट रे शलबांग रबारे डूसला साकोला को प्रेष्टा लिगा साक टाट रे ओ शलबांग रबारे डूसला साकोला को प्रेष्टा लिगा साक टाट रे शलबांग रबारे डूसला साकोला को प्रेष्टा ओ रे बाबा होंगे बरबसा लेगा बरबसा नागा साने ने बो ना लिगा साक टाट रे ओ धन्यवाद दे परमेश्वर वह निरंतर तुहाड़े बचना दे रोशनी विच चल रहे हैं यीशु मसीह दे नाम विच लिखा साक टाट रेश लमांग रबार डुस लबाओ साकोला को प्रेष्टा वह धन्यवाद दे परमेश्वर अपने निहचा विच मजबूत है यीशु मसीह दे नाम विच लिखा साक टाट रेश लमांग रबार डुस लबाओ साकोला को प्रेष्टा ओ प्रकट बतो पड़ी कल लिखा साक टाट रेश लमांग रबार डुस लबाओ साकोला को प्रेष्टा लिखा साक टाट रे ओ शलमांग रबार डुस लबाओ साकोला को प्रेष्टा लिखा साक टाट रेश लमांग रबार डुस लबाओ साकोला को प्रेष्टा ओ प्रकट बतो पड़ी कल लिखा साक टाट रेश लमांग रबार डुस लबाओ साकोला को प्रेष्टा लिखा साक टाट रे धन्यवाद दे परमेश्वर अपना मन तुहाड़े स्वर्गीय चीज़ां विच लगा रहे हैं। धन्यवाद दे परमेश्वर से सारी प्रार्थना प्रभु यीशु मसीह दे नाम विच मांगदे हैं। आमेन हालेलुया। ते ये समय हन वर्शिप टीम नु स्वागत करदे हैं। हालेलुया प्रेज द लॉर्ड। तेरे सिवा और कुछ ना मैं चाहूं क्योंकि तू मेरा आनंद हाँ तू मेरी चाहत और कुछ ना मैं चाहूं तू मेरा आनंद तुझको मैं गाऊं हालेलुया
चाहत, तू मेरी चाहत, तेरे सिवा और कुछ ना मैं चाहूँ। ओ यीशु तू है मेरा आनंद, आनंद, तुझको मैं गाऊं, हालेलुया। तू मेरी चाहत और कुछ ना मैं चाहूँ। तू मेरा आनंद, तुझको मैं गाऊं, हालेलुया। विश्व से भी बढ़कर है तू मेरे लिए, मेरे लिए। विश्व से भी बढ़कर है तू मेरे लिए, मेरे लिए। विश्व से भी बढ़कर, तू विश्व से बढ़कर मेरे लिए, हाँ, सारी चीजों से बढ़कर, सारी चीजों से बढ़कर, से भी बढ़कर है तू मेरे लिए, मेरे लिए। तू मेरी चाहत, ओ यीशु तू है, ना मैं चाहूँ। कुछ नहीं मेरा आनंद, आनंद, तुझको मैं गाऊं, हालेलुया। तू मेरी चाहत, तू मेरी चाहत और कुछ ना मैं चाहूँ। तेरे सिवा तू मेरा आनंद, तुझको मैं गाऊं, हालेलुया। सारे विश्व से बढ़कर है तू, सारे विश्व से बढ़कर हाँ हाँ है तू मेरे लिए, मेरे लिए। गाइए विश्व से बढ़कर, विश्व से बढ़कर, हाँ, सारे पैसों से बढ़कर, मेरे जॉब से बढ़कर, विश्व से भी बढ़कर, विश्व की हर एक चीज से बढ़कर, हर एक रिश्ते से बढ़कर, मेरे परिवार से बढ़कर, मेरे करियर से बढ़कर, ओ यीशु गाइए 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 मेरे लिए, मेरे लिए। विश्व से भी बढ़कर है तू मेरे लिए, मेरे लिए। विश्व से भी बढ़कर तू है तू ओ यीशु मेरे लिए, मेरे लिए। विश्व से मेरे लिए, तू है बढ़कर, तू है बढ़कर। विश्व से मेरे लिए, तू है तू है तू है तू बढ़ इस विश्व से मेरे लिए तू है यीशु विश्व से मेरे लिए बढ़कर सबसे बढ़कर मेरे लिए, मेरे लिए। हालेलुया
Praise the Lord. ਹਾਲੇਲੂਇਆ ਪ੍ਰੇਜ਼ ਦਾ ਲਾਰਡ। ਇਹ ਹੈ ਅੱਜ ਦਾ ਵਚਨ ਕ੍ਰਾਈਸਟ ਐਮਬੈਸੀ ਇੰਡੀਆ ਦੇ ਵੱਲੋਂ। ਸਵਾਗਤ ਹੈ ਤੁਹਾਡਾ ਸਾਰਿਆਂ ਦਾ ਤੁਹਾਡੀ ਆਪਣੀ ਪਿਆਰੀ ਵਾਸਤਵਿਕਤਾ ਸੰਗ੍ਰਹਿ ਦੇ ਵਿੱਚ ਔਰ ਸਾਡੀ ਪਿਆਰੀ ਭਾਸ਼ਾ ਪੰਜਾਬੀ ਦੇ ਵਿੱਚ। ਮੈਂ ਵਿਸ਼ਵਾਸ ਕਰਦਾ ਤੁਸੀਂ ਖੁਸ਼ ਹੋ, ਆਨੰਦਿਤ ਹੋ ਔਰ ਵਧ ਰਹੇ ਹੋ ਯਿਸੂ ਮਸੀਹ ਦੇ ਨਾਮ ਦੇ ਵਿੱਚ। ਅੱਜ ਦਿਨ ਐਤਵਾਰ 25 ਅਪ੍ਰੈਲ 2021 ਔਰ ਸਾਡੇ ਅੱਜ ਦੇ ਵਚਨ ਦਾ ਸ਼ੀਰਸ਼ਕ ਹੈ ਆਪਣੀ ਵਿਰਾਸਤ ਨੂੰ ਫੜਨਾ। ਹਾਲੇਲੂਇਆ। ਅੱਜ ਦਾ ਵਚਨ ਲਿਆ ਗਿਆ ਹੈ ਮੱਤੀ ਦੀ ਪੁਸਤਕ 6 ਅਧਿਆਇ ਦਾ 9 ਤੋਂ 10। ਲਿਖਿਆ, ਤੁਸੀਂ ਇਸ ਤਰ੍ਹਾਂ ਪ੍ਰਾਰਥਨਾ ਕਰੋ, हे ਸਾਡੇ ਪਿਤਾ ਜਿਹੜਾ ਸਵਰਗ ਵਿੱਚ ਹੈ, ਤੇਰਾ ਨਾਮ ਪਵਿੱਤਰ ਮੰਨਿਆ ਜਾਵੇ, ਤੇਰਾ ਰਾਜ ਆਵੇ, ਤੇਰੀ ਮਰਜ਼ੀ ਜਿਵੇਂ ਸਵਰਗ ਵਿੱਚ ਪੂਰੀ ਹੁੰਦੀ ਹੈ ਧਰਤੀ ਉੱਤੇ ਵੀ ਹੋਵੇ। ਹਾਲੇਲੂਇਆ। ਪਾਸਟਰ ਕ੍ਰਿਸ ਓਇਕਲੋਮੇ ਸਾਨੂੰ ਦੱਸ ਰਹੇ ਨੇ, ਉਪਰੋਕਤ ਲਿਖਤ ਦੇ ਨਮੂਨਿਆਂ ਦੇ ਚਲਦਿਆਂ ਪ੍ਰਭੂ ਨੇ ਆਪਣੇ ਚੇਲਿਆਂ ਨੂੰ ਪ੍ਰਾਰਥਨਾ ਕਰਨੀ ਸਿਖਾਈ। ਉਸ ਨੇ ਉਹਨਾਂ ਨੂੰ ਨਹੀਂ ਕਿਹਾ ਇਹ ਪ੍ਰਾਰਥਨਾ ਕਰੋ, ਇਸ ਦੀ ਬਜਾਏ ਉਸ ਨੇ ਉਹਨਾਂ ਨੂੰ ਕਿਹਾ ਇਸ ਤਰੀਕੇ ਨਾਲ ਪ੍ਰਾਰਥਨਾ ਕਰੋ। ਪ੍ਰੇਜ਼ ਦਾ ਲਾਰਡ। ਇਹ ਉਸ ਦੇ ਮੁਕਤੀ ਕਾਰਜ ਨੂੰ ਪੂਰਾ ਕਰਨ ਤੋਂ ਪਹਿਲਾਂ ਸੀ। ਹੁਣ ਜਦੋਂ ਉਸ ਨੇ ਸਾਰੇ ਯਹੂਦੀਆਂ ਅਤੇ ਗੈਰ ਯਹੂਦੀਆਂ ਲਈ ਮੁਕਤੀ ਦਾ ਪ੍ਰਬੰਧ ਕਰ ਦਿੱਤਾ ਹੈ, ਸਾਨੂੰ ਹੁਣ ਪਰਮੇਸ਼ਰ ਨੂੰ ਇਸ ਤਰੀਕੇ ਨਾਲ ਪ੍ਰਾਰਥਨਾ ਕਰਨ ਦੀ ਜ਼ਰੂਰਤ ਨਹੀਂ ਹੈ ਕਿ ਉਹ ਸਾਨੂੰ ਸਾਡੇ ਰੋਜ਼ ਦੀ ਰੋਟੀ ਦੇਵੇ, ਕਿਉਂਕਿ ਉਸ ਨੇ ਪਹਿਲਾਂ ਹੀ ਇਹ ਕਰ ਦਿੱਤਾ ਹੈ। ਪ੍ਰੇਜ਼ ਦਾ ਲਾਰਡ। ਉਪਰੋਕਤ ਲਿਖਤ ਦਾ ਸਾਰ ਇਹ ਹੈ ਕਿ ਇਹ ਸਾਨੂੰ ਦੱਸ ਸਕੇ ਕਿ ਸਾਡੇ ਲਈ ਹਰ ਰੋਜ਼ ਸਵਰਗ ਤੋਂ ਆਸ਼ੀਸ਼ਾਂ ਦਾ ਆਦਾਨ ਪ੍ਰਦਾਨ ਹੁੰਦਾ ਹੈ। ਮਸੀਹੀ ਇੱਕ ਸ਼ਾਨਦਾਰ ਵਿਰਾਸਤ ਦੇ ਨਾਲ ਅਤੇ ਵਿੱਚ ਪੈਦਾ ਹੋਇਆ ਹੈ। ਅਫਸੋਸ ਦੀ ਗੱਲ ਇਹ ਹੈ ਕਿ ਪਰਮੇਸ਼ਰ ਦੇ ਬਹੁਤ ਸਾਰੇ ਬੱਚੇ ਕਦੀ ਇਹ ਦਾਅਵਾ ਨਹੀਂ ਕਰਦੇ ਕਿ ਉਹਨਾਂ ਦਾ ਹੱਕ ਕੀ ਹੈ ਅਤੇ ਇਸ ਲਈ ਦਾਅਵੇ ਕੀਤੇ ਜਾਣ ਦੀ ਉਡੀਕ ਵਿੱਚ ਆਸ਼ੀਸ਼ ਭੰਡਾਰ ਵਿੱਚ ਰੁਕੀ ਹੋਈ ਹੈ। ਹਾਲੇਲੂਇਆ। ਅੱਜ ਤੁਹਾਡੇ ਲਈ ਪਰਮੇਸ਼ਵਰ ਦਾ ਪ੍ਰਬੰਧ ਪੁਰਾਣੇ ਨੇਮ ਦੇ ਮੰਨਾ ਵਰਗਾ ਨਹੀਂ ਹੈ ਜੋ ਇਜ਼ਰਾਈਲੀਆਂ ਨੇ ਉਜਾੜ ਵਿੱਚ ਖਾਧਾ ਸੀ। ਹਾਲਾਂਕਿ ਮੰਨਾ ਸਵਰਗ ਤੋਂ ਆਇਆ ਸੀ, ਪਰ ਕਈ ਲੋਕ ਇਸ ਨੂੰ ਬਚਾ ਕੇ ਨਹੀਂ ਰੱਖਦੇ ਸਨ ਕਿਉਂਕਿ ਅਗਲੇ ਦਿਨ ਤੱਕ ਉਹ ਸੜ ਜਾਂਦਾ ਸੀ। ਇਸ ਪ੍ਰਬੰਧ ਵਿੱਚ ਹਾਲਾਂਕਿ ਸਾਡੀ ਬਚੀ ਹੋਈ ਵੰਡ ਬਰਕਰਾਰ ਹੈ ਅਤੇ ਅਸੀਂ ਹਮੇਸ਼ਾ ਉਹਨਾਂ ਨੂੰ ਆਪਣੇ ਸ਼ਬਦਾਂ ਦੁਆਰਾ ਦਾਵਾ ਕਰ ਸਕਦੇ ਹਾਂ। ਯਿਸੂ ਦੇ ਨਾਮ ਤੇ ਉਸ ਨੂੰ ਬਾਹਰ ਲੈ ਕੇ ਆਓ। ਪ੍ਰੇਜ਼ ਦਾ ਲਾਰਡ। ਸਾਰੀ ਰਚਨਾ ਬੋਲਣ ਵਾਲੇ ਸ਼ਬਦਾਂ ਦਾ ਜਵਾਬ ਦੇਣ ਦੀ ਸਾਮਰਥ ਰੱਖਦੀ ਹੈ। ਇਹ ਮਸੀਹ ਵਿੱਚ ਤੁਹਾਡੇ ਵਿਰਾਸਤ ਨੂੰ ਪਕੜਨ ਦੀ ਕੁੰਜੀ ਹੈ। ਸ੍ਰਿਸ਼ਟੀ ਦੀ ਹਰ ਚੀਜ਼, ਭਾਵੇਂ ਉਹ ਛੂਹਣ ਦੇ ਯੋਗ ਹੋਵੇ ਜਾਂ ਨਾ ਹੋਵੇ, ਉਸ ਕੋਲ ਯਾਦਾਸ਼ਤ ਹੈ ਅਤੇ ਇਸ ਲਈ ਉਹ ਸਾਰੇ ਬੋਲੇ ਗਏ ਸ਼ਬਦਾਂ ਦਾ ਜਵਾਬ ਦੇ ਸਕਦੇ ਹਨ। ਇਸ ਲਈ ਹਮੇਸ਼ਾ ਸਹੀ ਸ਼ਬਦਾਂ ਨੂੰ ਬੋਲੋ ਅਤੇ ਤੁਹਾਡੀ ਜ਼ਿੰਦਗੀ ਬਰਕਤਾਂ ਨਾਲ ਭਰੀ ਹੋਵੇਗੀ। ਤੁਹਾਡੇ ਸ਼ਬਦ ਦੁਆਰਾ ਤੁਸੀਂ ਸਾਰੇ ਇਕੱਠੀਆਂ ਹੋਈਆਂ ਆਸ਼ੀਸ਼ਾਂ ਦਾ ਦਾਅਵਾ ਕਰ ਸਕਦੇ ਹੋ ਜੋ ਤੁਹਾਨੂੰ ਪਹਿਲਾਂ ਹੀ ਮਸੀਹ ਵਿੱਚ ਪ੍ਰਦਾਨ ਕੀਤੀਆਂ ਗਈਆਂ ਹਨ। ਹਾਲੇਲੂਇਆ। ਥੈਂਕ ਯੂ ਜੀਸਸ। ਇਸ ਸਮੇਂ ਪ੍ਰਾਰਥਨਾ ਦਾ ਆइए ਆਪਾਂ ਸਭ ਜੀ ਮਿਲ ਕੇ ਪ੍ਰਾਰਥਨਾ ਕਰਾਂਗੇ। ਤੁਸੀਂ ਮੇਰੇ ਨਾਲ ਪ੍ਰਾਰਥਨਾ ਕਰ ਸਕਦੇ ਹੋ। ਮੁਬਾਰਕ ਹੈ ਪ੍ਰਭੂ ਜੋ ਹਰ ਰੋਜ਼ ਮੈਨੂੰ ਲਾਭ ਦਿੰਦਾ ਹੈ, ਇੱਥੋਂ ਤੱਕ ਕਿ ਮੇਰੀ ਮੁਕਤੀ ਦਾ ਪਰਮੇਸ਼ਵਰ ਇਸ ਵੇਲੇ ਮੈਂ ਆਪਣੇ ਵਚਨ ਦੇ ਇਕਰਾਰ ਸਵਰਗੀ ਖਾਤੇ ਤੋਂ ਆਪਣੇ ਵਿਸ਼ਵਾਸ ਨਾਲ ਭਰੀਆਂ ਘੋਸ਼ਣਾਵਾਂ ਨਾਲ ਖਿੱਚਦਾ ਹਾਂ। ਮੈਂ ਅਲੌਕਿਕ ਪੂੰਜੀ ਦੇ ਖੇਤਰਾਂ ਵਿੱਚ ਚੱਲਦਾ ਹਾਂ ਅਤੇ ਮੈਂ ਹਰ ਰੋਜ਼ ਮੇਰੇ ਲਈ ਸਵਰਗ ਤੋਂ ਮੇਰੇ ਭਾਗ ਦਾ ਲਾਭ ਲੈਂਦਾ ਹਾਂ। ਮੇਰੇ ਕੋਲ ਅਲੌਕਿਕ ਸਾਧਨ ਹਨ। ਹਾਲੇਲੂਇਆ। ਥੈਂਕ ਯੂ ਜੀਸਸ।
ਅੱਗੇ ਆਉਣ ਵਾਲਾ ਅਧਿਐਨ ਤੁਸੀਂ ਪੜ੍ਹ ਸਕਦੇ ਹੋ ਜ਼ਬੂਰਾਂ ਦੀ ਪੋਥੀ 2 ਅਧਿਆਇ ਦੀ 8 ਆਇਤ ਔਰ ਰਸੂਲਾਂ ਦੇ ਕਰਤੱਵ 20 ਦਾ 32 ਤੁਸੀਂ ਪੜ੍ਹ ਸਕਦੇ ਹੋ। ਤੁਸੀਂ ਸਾਡੇ YouTube ਚੈਨਲ ਤੇ ਵੀ ਜਾ ਸਕਦੇ ਹੋ ਜਿਹੜਾ ਕਿ ਪੰਜਾਬੀ ਭਾਸ਼ਾ ਤੋਂ ਇਲਾਵਾ 21 ਹੋਰਨਾਂ ਭਾਸ਼ਾਵਾਂ ਵਿੱਚ ਵੀ ਪ੍ਰਸਾਰਿਤ ਹੁੰਦਾ ਹੈ। ਸਾਡੇ ਚੈਨਲ ਦਾ ਨਾਮ ਹੈ ਕ੍ਰਾਈਸਟ ਐਮਬੈਸੀ ਇੰਡੀਆ ਔਰ ਤੁਸੀਂ ਸਾਡੇ Facebook ਪੇਜ ਤੇ ਵੀ ਜਾ ਸਕਦੇ ਹੋ। ਸਾਡੇ Facebook ਪੇਜ ਦਾ ਨਾਮ ਹੈ ਕ੍ਰਾਈਸਟ ਐਮਬੈਸੀ ਇੰਡੀਆ ਵਰਚੁਅਲ ਚਰਚ। ਹੋਰ ਜਾਣਕਾਰੀ ਵਾਸਤੇ ਤੁਸੀਂ ਨੀਚੇ ਦਿੱਤੇ ਹੋਏ ਨੰਬਰਾਂ ਦੇ ਨਾਲ ਸੰਪਰਕ ਕਰ ਸਕਦੇ ਹੋ। ਨੰਬਰ ਹੈ 7208005778 और 9029068008। और मैं बेनती करूंगा कि तुसी इस परमेश्वर के वचन ਨੂੰ ज़्यादा तो ज़्यादा लोगों भी शेयर करो ताकि हर एक जन परमेश्वर के वचन ਨੂੰ पढ़ सके, समझ सके और परमेश्वर के नाल जुड़ सके। समा देने वास्ते ਤੁਹਾਡਾ बहुत बहुत धन्यवाद। खुदावंद ਤੁਹਾਨੂੰ बहुत बहुत आशीष और बरकत देवे। God bless you all. Thank you. हालेलुया। मैं गवाही दे रही हूँ अपने शरीर की। मेरे शरीर में एक सिस्टर थी, गवाही है। वो सेल मीटिंग में आई तो बहुत परेशान थी और उन्होंने बताया कि उनके पति जो है वो टाइम पे घर नहीं आते हैं, नशा करते हैं, कभी कभी आते ही नहीं है, कभी आते हैं 2 बजे आते हैं। और उस टाइम तो बहुत परेशान थी और उनको बुखार भी बहुत था। तो उन्होंने बताया और कहा कि मेरे लिए प्रेयर करो। मैंने यीशु मसीह के नाम में प्रेयर किया और दूसरे हफ्ते मैंने घर का प्रार्थना कराया, मैंने प्रेयर भी किया, उनके पति के लिए भी किया। और दूसरे हफ्ते जब मैं गई मैंने पूछा तो खुश मिले मुझे और बोले कि हाँ सब कुछ सही है। इसलिए मैं परमेश्वर को धन्यवाद देती हूँ और पास्टर का भी धन्यवाद देती हूँ कि उन्होंने हम लोग को इस योग्य बनाया कि हम लोगों को शांति दे पाए। धन्यवाद। मत सोचिएगा कि आपने कोई गलती कर दी या आपने कुछ इतना बड़ा काम कर दिया कि परमेश्वर का प्रेम आपके लिए खत्म हो गया। और कभी मत होने दीजिएगा कि आप अपने आप को बेकार समझें। जब आप 24 घंटे प्रेम में चल रहे हो तो आप 24 घंटे किस में चल रहे हो? परमेश्वर की भरपूरी में। प्रेज द लॉर्ड। हालेलुया। अगर आपको उद्धार में चलना है तो आपको प्रेम करना पड़ेगा। प्रेज द लॉर्ड। तो प्रेम केवल मुंह का नहीं है, प्रेम में आप एक कदम उठाते हो। जैसे परमेश्वर ने जब हमसे प्रेम किया तो उसने कुछ किया। जो सम्मान परमेश्वर ने यीशु मसीह को दिया, जो मौका परमेश्वर ने यीशु मसीह को दिया, वही मौका उसने मुझे और आपको दिया है। हालेलुया। उसने हमें उसके पास बुला लिया। हालेलुया। उसने हमारा उसके बीच का जो संबंध टूट गया था उसको क्या कर दिया? जोड़ दिया। ग्लोरी। किसकी वजह से? प्रेम की वजह से। हालेलुया। मैं आदेश देता हूं बीमारी को उनके शरीरों से जाने का यीशु मसीह के नाम। मैं उन अशुद्ध आत्माओं को, उन दुर्बलता की आत्माओं को, उन बीमारी फैलाने वाली आत्माओं को आदेश देता हूं उनके शरीरों से जाने का और वापस नहीं आने का यीशु मसीह के नाम। ओ पवित्र तेरी उपस्थिति शांति, आनंद और प्रेम है। हर समस्या का समाधान है। हालेलुया। और हम तेरी आराधना करते हैं। ओ धन्यवाद। पवित्र आत्मा तेरी उपस्थिति में शांति, आनंद, प्रेम है। तेरी उपस्थिति में हर समस्या का समाधान है। स्तुति और सम्मान ये योग्य है। अपने हाथों को उठा के मैं तेरी आराधना करता। पवित्र आत्मा तेरी उपस्थिति में शांति, आनंद, प्रेम है। और तेरी उपस्थिति में हर समस्या का समाधान। जरूरत के समयों में तू सबसे करीब सहायक, तू मेरी सहायता करता और मुझे सामर्थ देता। जरूरत के समयों में तू सबसे करीब सहायक, तू मेरी सहायता करता और मुझे सामर्थ देता। हर मोड़ पर
मैं तेरी आराधना करता, मैं तेरी आराधना करता, मैं तेरी आराधना करता। ਧੰਨਵਾਦ ਕਰਦੇ ਹਾਂ ਪ੍ਰਭੂ ਸਾਨੂੰ ਹਿੰਮਤ ਦੇਣ ਵਾਸਤੇ, ਸਾਨੂੰ ਨਿਡਰਤਾ ਦੇਣ ਵਾਸਤੇ। ਧੰਨਵਾਦ ਪ੍ਰਭੂ ਸਾਡੇ ਦੁਆਰਾ ਤੁਸੀਂ ਆਪਣੇ ਕੰਮਾਂ ਨੂੰ ਕਰ ਰਹੇ ਹੋ। ਹਾਂ ਪ੍ਰਭੂ, ਕੋਈ ਆਦਮੀ ਉਹਨਾਂ ਕੰਮਾਂ ਨੂੰ ਨਹੀਂ ਕਰ ਸਕਦਾ ਜਿੰਨੀ ਦੇਰ ਤੱਕ ਤੁਸੀਂ ਉਹਦੇ ਨਾਲ ਨਹੀਂ ਹੋ। ਤੁਹਾਡਾ ਧੰਨਵਾਦ ਕਰਦੇ ਹਾਂ ਪ੍ਰਭੂ ਕਿ ਲਗਾਤਾਰ ਤੁਹਾਡਾ ਵਚਨ ਸਾਡੇ ਅੰਦਰ ਸਮਰਿੱਧ ਹੋ ਰਿਹਾ, ਸਾਡੇ ਮੈਂਬਰਾਂ ਦੇ ਵਿੱਚ ਸਮਰਿੱਧ ਹੋ ਰਿਹਾ। ਧੰਨਵਾਦ ਕਰਦੇ ਹਾਂ ਪ੍ਰਭੂ ਸਾਡੇ ਮੈਂਬਰਾਂ ਦੀ ਮਿਨਿਸਟਰੀ ਵਾਸਤੇ, ਸਾਡੇ ਚਿਲਡਰਨ ਦੀ ਮਿਨਿਸਟਰੀ ਵਾਸਤੇ, ਸਾਡੀ ਮੀਡੀਆ ਟੀਮ ਵਾਸਤੇ, ਸਾਡੀ ਆਨਲਾਈਨ ਚਰਚਿਸ ਵਾਸਤੇ, ਸਾਡੇ ਸੈਲ ਸਿਸਟਮ ਵਾਸਤੇ ਜੋ ਲਗਾਤਾਰ ਪ੍ਰਭਾਵ ਬਣਾ ਰਹੇ ਆ ਪ੍ਰਭੂ। ਪਿਤਾ ਪਰਮੇਸ਼ਵਰ ਤੁਹਾਡਾ ਧੰਨਵਾਦ ਕਰਦੇ ਹਾਂ ਸਾਡੇ ਹਰ ਮੈਂਬਰ ਵਾਸਤੇ, ਹਰ ਬੱਚੇ ਵਾਸਤੇ ਪ੍ਰਭੂ ਤੁਹਾਡਾ ਧੰਨਵਾਦ ਕਰਦੇ। ਉਹ ਤੁਹਾਡੇ ਪ੍ਰੇਮ ਨਾਲ ਭਰੇ ਹੋਏ ਆ, ਆਨੰਦ ਨਾਲ ਭਰੇ ਹੋਏ ਆ। ਧੰਨਵਾਦ ਕਰਦੇ ਹਾਂ ਪ੍ਰਭੂ, ਧੰਨਵਾਦ ਕਰਦੇ ਹਾਂ। ਉਹ ਸੁਰੱਖਿਅਤ ਹੈ। ਅਗਰ ਕੋਈ ਬਿਮਾਰ ਹੈ ਤਾਂ ਮੈਂ ਉਹਨਾਂ ਦੇ ਸਰੀਰਾਂ ਵਿੱਚ ਚੰਗਿਆਈ ਦੀ ਘੋਸ਼ਣਾ ਕਰਦਾ ਯੀਸ਼ੂ ਮਸੀਹ ਦੇ ਨਾਮ ਦੇ ਵਿੱਚ। ਅਗਰ ਤੁਸੀਂ ਬਿਮਾਰ ਸੀ ਤਾਂ ਚੰਗਾਈ ਤੁਹਾਡੇ ਕੋਲ ਆ ਚੁੱਕੀ ਹੈ ਯੀਸ਼ੂ ਮਸੀਹ ਦੇ ਨਾਮ ਦੇ ਵਿੱਚ। ਉਹ ਚੰਗਿਆਈ ਆ ਚੁੱਕੀ ਹੈ। ਧੰਨਵਾਦ ਪਿਤਾ ਪਰਮੇਸ਼ਵਰ ਇਸ ਸਮੇਂ ਵਾਸਤੇ ਜੋ ਤੁਸੀਂ ਸਾਨੂੰ ਦਿੱਤਾ ਕਿ ਅਸੀਂ ਤੁਹਾਡੇ ਵਚਨਾਂ ਵਿੱਚੋਂ ਸਿੱਖੀਏ ਔਰ ਅੱਗੇ ਵਧੀਏ। ਹਾਂ ਪ੍ਰਭੂ, ਇਹਨਾਂ ਵਚਨਾਂ ਨੂੰ ਲਿਜਾ ਕੇ ਅਸੀਂ ਪੂਰੀ ਦੁਨੀਆ ਨੂੰ ਪ੍ਰਕਾਸ਼ਿਤ ਕਰੀਏ। ਅਸੀਂ ਤੁਹਾਡੀ ਇੱਛਾ ਦੇ ਅਨੁਸਾਰ ਚੱਲੀਏ ਔਰ ਇਹ ਪੂਰੀ ਦੁਨੀਆ ਤੁਹਾਡੀ ਇੱਛਾ ਦੇ ਅਨੁਸਾਰ ਚੱਲੇ। ਅਸੀਂ ਇਹਨੂੰ ਕਰਵਾਵਾਂਗੇ ਪ੍ਰਭੂ। ਤੁਹਾਡਾ ਧੰਨਵਾਦ ਪਿਤਾ ਪਰਮੇਸ਼ਵਰ, ਤੁਹਾਡਾ ਧੰਨਵਾਦ ਕਰਦੇ ਹਾਂ ਸਾਨੂੰ ਗਿਆਨ ਦੇਣ ਵਾਸਤੇ ਔਰ ਪਰਮੇਸ਼ਵਰ ਦੇ ਦਾਸ ਪਾਸਟਰ ਕ੍ਰਿਸ ਓਇਕਲੋਮੀ ਵਾਸਤੇ। ਧੰਨਵਾਦ ਕਰਦੇ ਹਾਂ ਪ੍ਰਭੂ ਸਾਡੇ ਭਵਿੱਖਵਕਤਾ ਵਾਸਤੇ ਜਿਨ੍ਹਾਂ ਦੇ ਦੁਆਰਾ ਤੁਸੀਂ ਸਾਨੂੰ ਗਿਆਨ ਦੇ ਰਹੇ ਹੋ, ਸਮੇਂ ਦੀ ਸਮਝ ਦੇ ਰਹੇ ਹੋ ਔਰ ਸਾਡੀ ਜ਼ਿੰਮੇਵਾਰੀ ਸਾਨੂੰ ਦੱਸ ਰਹੇ ਹੋ। ਪਿਤਾ ਪਰਮੇਸ਼ਵਰ ਅਸੀਂ ਪ੍ਰਾਰਥਨਾ ਕਰਦੇ ਹਾਂ ਪਰਮੇਸ਼ਵਰ ਦਾਸ ਪਾਸਟਰ ਕ੍ਰਿਸ ਵਾਸਤੇ ਕਿ ਉਹ ਹਮੇਸ਼ਾ ਸੁਰੱਖਿਅਤ ਹੈ ਯੀਸ਼ੂ ਮਸੀਹ ਦੇ ਨਾਮ ਦੇ ਵਿੱਚ। ਉਹਨਾਂ ਦਾ ਪਰਿਵਾਰ ਸੁਰੱਖਿਅਤ ਹੈ ਯੀਸ਼ੂ ਮਸੀਹ ਦੇ ਨਾਮ ਦੇ ਵਿੱਚ। ਉਹਨਾਂ ਦੇ ਨਾਲ ਕੰਮ ਕਰਨ ਵਾਲੇ ਲੋਕ ਸੁਰੱਖਿਅਤ ਹੈ ਯੀਸ਼ੂ ਮਸੀਹ ਦੇ ਨਾਮ ਦੇ ਵਿੱਚ। ਉਹਨਾਂ ਦੇ ਵਚਨਾਂ ਦਾ ਪ੍ਰਭਾਵ ਵਧਦਾ ਜਾ ਰਿਹਾ ਯੀਸ਼ੂ ਮਸੀਹ ਦੇ ਨਾਮ ਦੇ ਵਿੱਚ। ਲੋਕ ਉਹਨਾਂ ਦੇ ਵਚਨਾਂ ਨੂੰ ਗ੍ਰਹਿਣ ਕਰ ਰਹੇ ਆ ਸੱਚਾਈ ਦੇ ਨਾਲ, ਆਨੰਦ ਦੇ ਨਾਲ ਯੀਸ਼ੂ ਮਸੀਹ ਦੇ ਨਾਮ ਦੇ ਵਿੱਚ। ਔਰ ਜੋ ਤੁਹਾਡੀ ਯੋਜਨਾ ਵਾ ਉਹਨਾਂ ਦੇ ਦੁਆਰਾ ਜੋ ਵਿਸ਼ਵ ਦੇ ਵਿੱਚ ਪੂਰੀ ਹੋ ਰਹੀ ਆ, ਉਹ ਮਸੀਹ ਦੀ ਕਲੀਸਿਆ ਨੂੰ ਏਕਤਾ ਵਿੱਚ ਲਿਆ ਰਹੇ ਆ ਯੀਸ਼ੂ ਮਸੀਹ ਦੇ ਨਾਮ ਦੇ ਵਿੱਚ। ਪ੍ਰਭੂ ਤੁਹਾਡਾ ਧੰਨਵਾਦ ਕਰਦੇ ਹਾਂ, ਤੁਹਾਡਾ ਧੰਨਵਾਦ ਕਰਦੇ ਹਾਂ। ਇਸ ਸਮੇਂ ਵਾਸਤੇ ਫਿਰ ਤੋਂ ਇੱਕ ਵਾਰੀ ਤੁਹਾਡਾ ਧੰਨਵਾਦ ਕਰਦੇ ਹਾਂ। ਅਸੀਂ ਕਹਿੰਦੇ ਹਾਂ ਪ੍ਰਭੂ ਸਾਡੇ ਕੋਲ ਸੁਣਨ ਵਾਲੇ ਕੰਨ, ਦੇਖਣ ਵਾਲੀਆਂ ਅੱਖਾਂ ਔਰ ਸਮਝਣ ਵਾਲਾ ਹਿਰਦੇ ਆ। ਧੰਨਵਾਦ ਕਰਦੇ ਹਾਂ ਔਰ ਇਸ ਪ੍ਰਾਰਥਨਾ ਨੂੰ ਯੀਸ਼ੂ ਮਸੀਹ ਦੇ ਨਾਮ ਦੇ ਵਿੱਚ ਮੰਗਦੇ ਹਾਂ। ਆਮੇਨ। ਪ੍ਰੇਜ਼ ਦ ਲਾਰਡ। ਤੁਸੀਂ ਬੈਠ ਸਕਦੇ ਹੋ। ਹਾਲੇਲੂਇਆ। ਸਵਾਗਤ ਹੈ ਤੁਹਾਡਾ ਸਾਰਿਆਂ ਦਾ ਇਸ ਸੰਡੇ ਸਰਵਿਸ ਦੇ ਵਿੱਚ ਔਰ ਮੈਂ ਵਿਸ਼ਵਾਸ ਕਰਦਾ ਤੁਸੀਂ ਸਾਰੇ ਐਕਸਾਈਟਡ ਹੋ। ਪ੍ਰੇਜ਼ ਦ ਲਾਰਡ। ਔਰ ਪਿਛਲੀ ਵਾਰੀ ਆਪਾਂ ਕੁਝ ਗੱਲਾਂ ਦੇ ਉੱਪਰ ਡਿਸਕਸ਼ਨ ਕੀਤਾ ਸੀ ਔਰ ਮੈਨੂੰ ਵਿਸ਼ਵਾਸ ਹੈ ਕਿ ਤੁਸੀਂ ਉਹਨਾਂ ਦਾ ਮਨਨ ਕਰ ਰਹੇ ਹੋ, ਕਿਉਂਕਿ ਜੋ ਅਸੀਂ ਤੁਹਾਨੂੰ ਦੱਸਦੇ ਹਾਂ ਉਹ ਸਿਰਫ ਇੱਕ ਵਾਰੀ ਸੁਣ ਕੇ ਛੱਡਣ ਵਾਲਾ ਨਹੀਂ ਹੈ। ਉਹ ਮਨਨ ਕਰਨ ਵਾਸਤੇ ਆ, ਉਹ ਜੀਉਣ ਵਾਸਤੇ ਆ। ਇਹ ਕਦੀ ਨਾ ਸੋਚੋ ਕਿ ਵਚਨ ਸਿਰਫ ਸੁਣਨ ਵਾਸਤੇ ਆ। ਵਚਨ ਜੀਉਣ ਵਾਸਤੇ ਆ। ਤਾਂ ਉਹ ਧਰਮੀ ਆਦਮੀ ਨਾ ਬਣਿਓ ਜਿਹੜਾ ਵਚਨ ਨੂੰ ਸਿਰਫ ਸੁਣਦਾ ਕਰਦਾ ਨਹੀਂ ਆ, ਕਿਉਂਕਿ ਵਚਨ ਨੂੰ ਸੁਣਨ ਦਾ ਕਾਰਨ ਇਹੀ ਆ ਕਿ ਅਸੀਂ ਵਚਨ ਨੂੰ ਕਰੀਏ। ਅਗਰ ਤੁਸੀਂ ਇਹ ਸੱਚਾਈ ਆਪਣੇ ਆਪ ਨੂੰ ਹਰ ਰੋਜ਼ ਦੱਸੋ ਤਾਂ ਤੁਸੀਂ ਕਦੇ ਵੀ ਉਹਨਾਂ ਜਗ੍ਹਾਵਾਂ ਤੇ ਨਹੀਂ ਮਿਲੋਗੇ ਜਿੱਥੇ ਤੁਹਾਨੂੰ ਨਹੀਂ ਹੋਣਾ ਚਾਹੀਦਾ। ਪ੍ਰੇਜ਼ ਦ ਲਾਰਡ। ਇਹ ਉਸ ਤਰੀਕੇ ਨਾਲ ਹੈ ਕਿ ਤੁਸੀਂ ਇੱਕ ਸਟੂਡੈਂਟ ਹੋ ਤਾਂ ਅਗਰ ਤੁਸੀਂ ਪੜ੍ਹਾਈ ਨੂੰ ਕਰੋਗੇ ਤਾਂ ਅਗਲੇ ਸਾਲ ਤੁਸੀਂ ਅਗਲੀ ਕਲਾਸ ਵਿੱਚ ਮਿਲੋਗੇ। ਪਿਛਲੀ ਕਲਾਸ 'ਚ ਨਹੀਂ ਮਿਲੋਗੇ। ਪ੍ਰੇਜ਼ ਦ ਲਾਰਡ। ਤੁਸੀਂ ਨਹੀਂ ਮਿਲੋਗੇ। ਅਗਰ ਤੁਸੀਂ ਉਹ ਕਰੋਗੇ ਜਿਹੜਾ ਤੁਹਾਨੂੰ ਕਰਨ ਵਾਸਤੇ ਦਿੱਤਾ ਗਿਆ ਤਾਂ ਤੁਸੀਂ ਅਗਲੀ ਕਲਾਸ 'ਚ ਮਿਲੋਗੇ, ਕਿਉਂਕਿ ਜਿੱਦਾਂ ਹੀ ਤੁਸੀਂ ਵਚਨ ਨੂੰ ਕਰਦੇ ਹੋ ਤੁਸੀਂ ਪਰਮੇਸ਼ਵਰ ਦੀ ਅਗਲੀ ਕਲਾਸ ਦੇ ਵਿੱਚ ਚਲੇ ਜਾਂਦੇ ਹੋ। ਤੁਸੀਂ ਪਰਮੇਸ਼ਵਰ ਦੀ ਨਵੀਂ ਮਹਿਮਾ ਦਾ ਸਤਰ ਦੇਖ ਪਾਉਂਦੇ ਹੋ। ਪਰਮੇਸ਼ਵਰ ਦੀਆਂ ਨਵੀਆਂ ਆਸ਼ੀਸ਼ਾਂ। ਔਰ ਨਵੀਆਂ ਆਸ਼ੀਸ਼ਾਂ ਦਾ ਮਤਲਬ ਇਹ ਨਹੀਂ ਹੈ ਕਿ ਸਵਰਗ ਦੇ ਵਿੱਚੋਂ ਕੋਈ ਨਵੀਂ ਆਸ਼ੀਸ਼ ਆ ਰਹੀ ਆ। ਪਰਮੇਸ਼ਵਰ ਦੀਆਂ ਨਵੀਆਂ ਆਸ਼ੀਸ਼ਾਂ ਦਾ ਤੁਸੀਂ ਅਨੁਭਵ ਕਰ ਪਾਉਂਦੇ ਹੋ ਕਿਉਂਕਿ ਉਹ ਆਲਰੇਡੀ ਐਗਜ਼ਿਸਟ ਕਰ ਰਹੀਆਂ। ਇਹ ਉਸ ਤਰੀਕੇ ਦੇ ਨਾਲ ਹੈ ਕਿ ਅਗਰ ਤੁਸੀਂ ਮੁੰਬਈ ਦੀ ਟ੍ਰੇਨ ਵਿੱਚ ਕਦੀ ਚੜ੍ਹੇ ਹੋ
ਔਰ ਅਗਰ ਤੁਸੀਂ ਜਰਨਲ ਡੱਬੇ ਵਿੱਚ ਚੜੋ ਤਾਂ ਹਾਲਤ ਖਰਾਬ ਹੋ ਜਾਂਦੀ ਹੈ। ਲੇਕਿਨ ਇੱਕ ਦਿਨ ਅਗਰ ਤੁਸੀਂ ਟਿਕਟ ਲੈ ਲਓ ਔਰ ਫਸਟ ਕਲਾਸ ਵਿੱਚ ਜਾਓ ਤਾਂ ਤੁਸੀਂ ਕੀ ਦੇਖਿਆ? ਥੋੜੀ ਬੈਟਰ ਜ਼ਿੰਦਗੀ। ਇਹਦਾ ਮਤਲਬ ਇਹ ਨਹੀਂ ਹੈ ਕਿ ਬੈਟਰ ਜ਼ਿੰਦਗੀ ਆ ਗਈ, ਨਹੀਂ। ਉਸ ਟ੍ਰੇਨ ਦੇ ਵਿੱਚ ਇੱਕ ਆਲਰੇਡੀ ਉਸ ਡੱਬਾ ਸੀ ਜਿਹੜਾ ਜੁੜਾ ਹੋਇਆ ਸੀ। ਔਰ ਇਸੇ ਤਰ੍ਹਾਂ ਅਗਰ ਤੁਸੀਂ ਵਚਨ ਨੂੰ ਕਰਦੇ ਹੋ ਤਾਂ ਉਹ ਜਿਹੜੀ ਬਿਹਤਰ ਜ਼ਿੰਦਗੀ ਆ, ਜਿਹੜੀ ਆਲਰੇਡੀ ਉਪਲਬਧ ਹੈ, ਜਿਹਦੇ ਵਿੱਚ ਕੁਝ ਲੋਕ ਜੀ ਰਹੇ ਆ, ਤਾਂ ਤੁਸੀਂ ਆਪਣੇ ਆਪ ਨੂੰ ਅਪਗ੍ਰੇਡ ਕਰ ਲੈਂਦੇ ਹੋ। ਤੁਸੀਂ ਜਰਨਲ ਡੱਬੇ ਤੋਂ ਕਿੱਥੇ ਆ ਜਾਂਦੇ ਹੋ? ਤੁਸੀਂ ਫਸਟ ਕਲਾਸ ਵਿੱਚ ਆ ਜਾਂਦੇ ਹੋ। ਤੁਹਾਨੂੰ ਸਮਝ ਆ ਰਿਹਾ? ਔਰ ਅਗਰ ਤੁਸੀਂ ਵਚਨ ਨੂੰ ਨਹੀਂ ਕਰਦੇ ਔਰ ਸਿਰਫ ਸੁਣ ਰਹੇ ਹੋ ਤਾਂ ਤੁਸੀਂ ਉਹੀ ਜਰਨਲ ਕਲਾਸ ਦੇ ਵਿੱਚ ਰਹਿ ਜਾਂਦੇ ਹੋ। ਤਾਂ ਅਗਰ ਤੁਸੀਂ ਆਪਣੇ ਆਪ ਨੂੰ ਅਪਗ੍ਰੇਡ ਕਰਨਾ ਚਾਹੁੰਦੇ ਹੋ ਤਾਂ ਜਦੋਂ ਤੁਸੀਂ ਵਚਨ ਨੂੰ ਸੁਣਦੇ ਹੋ ਤਾਂ ਵਚਨ ਨੂੰ ਕਰੋ, ਕਿਉਂਕਿ ਉਹ ਵੱਡਾ ਜੀਵਨ ਉਪਲਬਧ ਹੈ। ਕਿਉਂਕਿ ਬਾਈਬਲ ਕਹਿੰਦੀ ਆ ਅਫੀਸੀਆਂ ਦੀ ਪੁਸਤਕ ਦੇ ਵਿੱਚ ਕਿ ਪਰਮੇਸ਼ਰ ਨੇ ਸਾਨੂੰ ਸਵਰਗੀ ਥਾਵਾਂ ਤੇ ਸਾਰੀਆਂ ਆਸ਼ੀਸ਼ਾਂ ਦੇ ਦਿੱਤੀਆਂ। ਜਿਸ ਤਰ੍ਹਾਂ ਉਸ ਟ੍ਰੇਨ ਦੇ ਵਿੱਚ ਜੋ ਡੱਬੇ ਹੁੰਦੇ ਆ ਔਰ ਜੋ ਟ੍ਰੇਨ ਵਾਲੇ ਆ ਉਹ ਦੱਸਦੇ ਆ, ਤਾਂ ਉਹਦੇ ਵਿੱਚ ਕੀ ਹੁੰਦਾ ਵਾ? ਜਨਰਲ ਕਲਾਸ, ਸਲੀਪਰ ਕਲਾਸ, ਥਰਡ ਏਸੀ, ਸੈਕੰਡ ਏਸੀ ਔਰ ਫਸਟ ਏਸੀ, 5 ਕਲਾਸਿਸ। ਔਰ ਹੁਣ ਤੁਹਾਡੇ ਤੇ ਡਿਪੈਂਡ ਵਾ ਕਿ ਤੁਸੀਂ ਕਿਹੜੀ ਕਲਾਸ ਦੇ ਵਿੱਚ ਜੀਣਾ ਚਾਹੁੰਦੇ ਹੋ। ਤੁਸੀਂ ਜਿੰਨਾ ਪੈਸੇ ਦੋਗੇ ਤੁਹਾਨੂੰ ਉਸੇ ਤਰ੍ਹਾਂ ਦੀ ਕਲਾਸ ਵਿੱਚ ਉਹ ਬਿਠਾ ਦੇਣਗੇ। ਔਰ ਇਸੇ ਤਰ੍ਹਾਂ ਪਲੇਨ ਦੇ ਵਿੱਚ ਵੀ ਆ, ਇਕਨੋਮਿਕ ਕਲਾਸ, ਬਿਜ਼ਨਸ ਕਲਾਸ ਔਰ ਫਸਟ ਕਲਾਸ। ਉਸ ਤੋਂ ਬਾਅਦ ਕੀ ਆ? ਪ੍ਰਾਈਵੇਟ ਜੈਟ। ਇਹਦਾ ਮਤਲਬ ਇਹ ਸਾਰੀਆਂ ਚੀਜ਼ਾਂ ਆਲਰੇਡੀ ਅਵੇਲੇਬਲ ਹੈ। ਉਸੇ ਤਰ੍ਹਾਂ ਪਰਮੇਸ਼ਰ ਦੀਆਂ ਸਾਰੀਆਂ ਆਸ਼ੀਸ਼ਾਂ ਅਵੇਲੇਬਲ ਹੈ। ਹੁਣ ਇਹ ਤੁਹਾਡੇ ਉੱਪਰ ਹੈ ਕਿ ਤੁਸੀਂ ਕਿਹੜੀ ਕਲਾਸ ਦੇ ਵਿੱਚ ਜੀਣਾ ਚਾਹੁੰਦੇ ਹੋ। ਇਹ ਪਰਮੇਸ਼ਰ ਤੇ ਨਿਰਭਰ ਨਹੀਂ ਆ, ਕਿਉਂਕਿ ਇਹ ਪਰਮੇਸ਼ਰ ਨੇ ਸਾਰੇ ਕਲਾਸ ਉਪਲਬਧ ਕਰਵਾ ਦਿੱਤੇ ਆ। ਪ੍ਰੇਜ਼ ਦ ਲਾਰਡ। ਜਿਸ ਤਰ੍ਹਾਂ ਕੁਝ ਲੋਕ ਹੈ ਉਹਨਾਂ ਦੇ ਕੋਲ ਖਾਣੇ ਵਾਸਤੇ ਖਾਣਾ ਨਹੀਂ ਹੁੰਦਾ, ਔਰ ਸਾਡੇ ਵਰਗੇ ਕੁਝ ਲੋਕ ਆ ਜਿਨ੍ਹਾਂ ਨੂੰ ਮਨਾ ਕਰਨਾ ਪੈਂਦਾ, ਨਹੀਂ ਭਾਈ ਖਾਣਾ ਨਾ ਲਿਆਓ। ਲੇਕਿਨ ਕੁਝ ਲੋਕਾਂ ਨੂੰ ਖਾਣ ਵਾਸਤੇ ਪਰੇਸ਼ਾਨੀ ਆ, ਕੁਝ ਲੋਕਾਂ ਨੂੰ ਹੈ। ਕਿਉਂ? ਕਿਉਂਕਿ ਜਦੋਂ ਵਚਨ ਉਹਨਾਂ ਦੇ ਕੋਲ ਆਇਆ ਤਾਂ ਉਹਨਾਂ ਨੇ ਵਚਨ ਨੂੰ ਕੀਤਾ ਨਹੀਂ, ਤਾਂ ਜੋ ਉਹਨਾਂ ਦੇ ਕੋਲ ਅਪਗ੍ਰੇਡ ਦਾ ਅਵਸਰ ਸੀਗਾ ਉਹ ਉਹਨਾਂ ਨੇ ਗਵਾ ਦਿੱਤਾ। ਇਸ ਲਈ ਮੈਂ ਤੁਹਾਨੂੰ ਕਹਿਣਾ ਕਿ ਅਗਰ ਤੁਸੀਂ ਮੈਨੂੰ ਕੱਲ ਮਿਲੋ ਤਾਂ ਮੈਂ ਤੁਹਾਨੂੰ ਅਗਲੇ ਲੈਵਲ ਤੇ ਮਿਲੂੰਗਾ, ਕਿਉਂਕਿ ਅੱਜ ਮੈਂ ਜਿਹੜਾ ਵਚਨ ਸੁਣੂੰਗਾ ਮੈਂ ਆਪਣੇ ਆਪ ਨੂੰ ਉਸ ਵਚਨ ਨੂੰ ਆਪਣੇ ਆਪ ਨੂੰ ਕਰਨਾ ਸ਼ੁਰੂ ਕਰ ਦੂੰਗਾ। ਪ੍ਰੇਜ਼ ਦ ਲਾਰਡ। ਕਿਉਂਕਿ ਇਹੀ ਬਾਈਬਲ ਕਹਿੰਦੀ ਆ ਕਿ ਅਸੀਂ ਅੰਸ਼ ਕਰਕੇ ਬਦਲਦੇ ਜਾਂਦੇ ਆ, ਅਸੀਂ ਮਹਿਮਾ ਤੋਂ ਮਹਿਮਾ ਵੱਲ ਵਧਦੇ ਜਾਂਦੇ ਆ। ਤੋ ਹਰ ਵਾਰ ਜਦੋਂ ਵਚਨ ਤੁਹਾਡੇ ਕੋਲ ਆਵੇ ਤਾਂ ਵਚਨ ਨੂੰ ਕਰੋ। ਤੁਸੀਂ ਦੇਖੋਗੇ ਕਿ ਤੁਸੀਂ ਇੱਕ ਨਵੇਂ ਲੈਵਲ ਤੇ ਪਹੁੰਚ ਗਏ ਹੋ, ਇੱਕ ਨਵੇਂ ਲੈਵਲ ਤੇ। ਲੇਕਿਨ ਇਹ ਨਹੀਂ ਆ ਕਿ ਵਚਨ ਨੂੰ ਸੁਣ ਕੇ ਉਹਨੂੰ ਛੱਡ ਨਾ ਦਿਓ, ਵਚਨ ਨੂੰ ਕਰਨਾ ਸ਼ੁਰੂ ਕਰੋ। ਪ੍ਰੇਜ਼ ਦ ਲਾਰਡ। ਕਿਉਂਕਿ ਅਗਰ ਤੁਸੀਂ ਸੁਣੋ ਕਿ ਦਸਵੰਧ ਦੇਣਾ ਤਾਂ ਦਸਵੰਧ ਦੇਣਾ ਸ਼ੁਰੂ ਕਰੋ। ਅਗਰ ਤੁਸੀਂ ਸੁਣੋ ਕਿ ਬੀਜ ਦੇਣਾ ਤਾਂ ਬੀਜ ਦੇਣਾ ਸ਼ੁਰੂ ਕਰੋ। ਅਗਰ ਤੁਸੀਂ ਸੁਣੋ ਕਿ ਆਤਮਾ ਵਿੱਚ ਜਿੱਤਣਾ ਤਾਂ ਆਤਮਾ ਵਿੱਚ ਜਿੱਤਣਾ ਸ਼ੁਰੂ ਕਰੋ। ਕਮ ਔਨ। ਕਿਉਂਕਿ ਪਰਮੇਸ਼ਰ ਗਲਤੀ ਨਹੀਂ ਕਰਦਾ। ਇਹ ਨਾ ਸੋਚੋ ਕਿ ਪਰਮੇਸ਼ਰ ਨੇ ਤੁਹਾਨੂੰ ਉਹ ਵਚਨ ਨਹੀਂ ਸੁਣਾਉਣਾ ਸੀਗਾ ਔਰ ਪਰਮੇਸ਼ਰ ਨੇ ਤੁਹਾਨੂੰ ਉਹ ਵਚਨ ਸੁਣਾ ਦਿੱਤਾ। ਔਰ ਇਹ ਨਾ ਸੋਚੋ ਕਿ ਤੁਸੀਂ ਚਰਚ ਵਿੱਚ ਹੋ ਔਰ ਮੈਂ ਤੁਹਾਨੂੰ ਕਹਤਾ ਆਤਮਾ ਵਿੱਚ ਜਿੱਤਣਾ ਵਾ ਔਰ ਤੁਸੀਂ ਇਹ ਕਹਿ ਦੋ ਨਹੀਂ ਭਾਈ ਇਹ ਵਚਨ ਮੇਰੇ ਵਾਸਤੇ ਨਹੀਂ ਹੈ। ਨਹੀਂ, ਕਿਉਂ? ਪਰਮੇਸ਼ਰ ਗਲਤੀ ਕਰ ਰਿਹਾ। ਮਨ ਇਹ ਨਾ ਬਣਾਓ ਕਿ ਜੋ ਕਿਹਾ ਗਿਆ ਵਾ ਉਹ ਮੈਂ ਡਿਸਾਈਡ ਕਰੂੰਗਾ ਕਿ ਮੈਂ ਕਿਹੜਾ ਕਰੂੰਗਾ ਕਿਹੜਾ ਨਹੀਂ ਕਰੂੰਗਾ। ਜਦੋਂ ਤੁਸੀਂ ਇਹ ਡਿਸਾਈਡ ਕਰਦੇ ਆ ਕਿ ਮੈਂ ਕਿਹੜਾ ਕੰਮ ਕਰੂੰਗਾ ਔਰ ਕਿਹੜਾ ਨਹੀਂ ਕਰੂੰਗਾ, ਤੁਸੀਂ ਕੀ ਸਮਝਦੇ ਹੋ ਕਿ ਤੁਸੀਂ ਖੁਦ ਪ੍ਰਭੂ ਆ, ਤੁਸੀਂ ਖੁਦ ਪ੍ਰਭੂ ਹੋ ਗਏ। ਇਹ ਬਹੁਤ ਜ਼ਿਆਦਾ ਗੰਭੀਰ ਹੈ। So you don't choose what to do and what not to do. ਤੁਸੀਂ ਇਹ ਨਹੀਂ ਚੁਣ ਸਕਦੇ ਕਿ ਮੈਂ ਆ ਕਰੂੰਗਾ ਔਰ ਆ ਨਹੀਂ ਕਰੂੰਗਾ। ਪਰਮੇਸ਼ਰ ਦਾ ਵਚਨ ਕੋਈ ਸੁਝਾਅ ਨਹੀਂ ਹੈ, ਪਰਮੇਸ਼ਰ ਦਾ ਵਚਨ ਕੋਈ ਸਲਾਹ ਨਹੀਂ ਹੈ। ਪਰਮੇਸ਼ਰ ਦਾ ਵਚਨ ਪਰਮੇਸ਼ਰ ਦਾ ਅਟਲ ਨਿਯਮ ਹੈ। ਪ੍ਰੇਜ਼ ਦ ਲਾਰਡ। ਹਾਲੇਲੂਇਆ। ਯੂ ਡੋਂਟ ਹੈਵ ਅ ਚੁਆਇਸ। ਇਦਾਂ ਨਹੀਂ ਹੈ ਕਿ ਤੁਸੀਂ ਆਲੂ ਖਰੀਦ ਗਏ ਔਰ ਜੋ ਤੁਹਾਡਾ ਮਨ ਕੀਤਾ ਤੁਸੀਂ ਖਰੀਦੋਗੇ। ਨਹੀਂ, ਇਦਾਂ ਨਹੀਂ ਹੈ ਕਿ ਤੁਸੀਂ ਵਚਨ ਪੜ੍ਹਿਆ ਔਰ ਜੋ ਤੁਹਾਡੇ ਦਿਲ ਵਿੱਚ ਆਏਗਾ ਉਹ ਤੁਸੀਂ ਕਰੋਗੇ ਔਰ ਜੋ ਤੁਹਾਡੇ ਦਿਲ ਵਿੱਚ ਆਊਗਾ ਤੁਸੀਂ ਵਚਨ ਨੂੰ ਛੱਡ ਦੋਗੇ। ਨਹੀਂ। ਚਲੋ ਸ਼ੁਰੂ ਕਰਦੇ ਹਾਂ। ਔਰ ਅੱਜ ਦੇ ਮੇਰੇ ਮੈਸੇਜ ਦਾ ਟਾਈਟਲ ਹੈ ਉਹ ਮੈਂ ਅੱਗੇ ਜਾ ਕੇ ਦੱਸੂਗਾ, ਉਹ ਵਿੱਚ ਆਏਗਾ। ਅਗਰ ਪਹਿਲੇ ਹੀ ਦੱਸ ਦਿੱਤਾ ਤਾਂ ਸਾਰਾ ਗੜਬੜ ਹੋ ਜਾਏਗਾ। ਅਫੀਸੀਓ 5ਵਾਂ ਅਧਿਆਇ। ਪੜੋਸੀ ਨੂੰ ਬੋਲੋ ਕਿ ਵਚਨ ਕਰੋ। ਅਫੀਸੀਓ 5ਵਾਂ ਅਧਿਆਇ ਪਹਿਲਾ ਵਚਨ।
ਸੋ ਤੁਸੀਂ ਪਰਮੇਸ਼ਵਰ ਦੇ ਪੁੱਤਰਾਂ ਦੇ ਵਾਂਗੂ ਪਰਮੇਸ਼ਵਰ ਦੀ ਰੀਸ ਕਰੋ। ਔਰ ਅਗਰ ਤੁਸੀਂ ਇਹਨੂੰ ਹੋਰ ਗੌਰ ਨਾਲ ਦੇਖੋਗੇ ਤਾਂ ਉਹਦੇ ਵਿੱਚ ਲਿਖਿਆ ਕਿ ਤੁਸੀਂ ਉਹ ਕੰਮ ਕਰੋ ਉਹਨਾਂ ਬੱਚਿਆਂ ਦੀ ਤਰ੍ਹਾਂ ਜਿਨ੍ਹਾਂ ਨੂੰ ਪਰਮੇਸ਼ਵਰ ਪ੍ਰੇਮ ਕਰਦਾ। ਪ੍ਰੇਜ਼ ਦ ਲਾਰਡ, ਹਾਲੇਲੂਇਆ। ਉਹ ਕੀ ਕਹਿ ਰਿਹਾ ਕਿ ਤੁਸੀਂ ਪਰਮੇਸ਼ਵਰ ਦੀ ਰੀਸ ਕਰੋ, ਪਰਮੇਸ਼ਵਰ ਦੀ ਤਰ੍ਹਾਂ ਜੀਓ। ਤੁਸੀਂ ਸਧਾਰਨ ਮਨੁੱਖਾਂ ਵਰਗੂ ਜੀਣ ਵਾਸਤੇ ਨਹੀਂ ਬੁਲਾਏ ਗਏ। ਤੁਸੀਂ ਭਾਰਤੀਆਂ ਦੀ ਤਰ੍ਹਾਂ ਜੀਣ ਵਾਸਤੇ ਨਹੀਂ ਬੁਲਾਏ ਗਏ। ਤੁਸੀਂ ਬੰਗਾਲੀਆਂ ਦੀ ਤਰ੍ਹਾਂ ਜੀਣ ਵਾਸਤੇ ਜਾਂ ਤੇਲਗੂ ਦੀ ਤਰ੍ਹਾਂ ਜੀਣ ਵਾਸਤੇ ਜਾਂ ਤਮਿਲ ਦੀ ਤਰ੍ਹਾਂ ਜੀਣ ਵਾਸਤੇ, ਤੁਸੀਂ ਮਰਾਠੀ ਲੋਕਾਂ ਦੇ ਤਰ੍ਹਾਂ ਜੀਣ ਵਾਸਤੇ ਜਾਂ ਭਈਆਂ ਵਰਗੂ ਜੀਣ ਵਾਸਤੇ, ਤੁਸੀਂ ਕਿਹੜੀ ਤਰ੍ਹਾਂ ਜੀਣ ਵਾਸਤੇ ਬੁਲਾਏ ਗਏ ਹੋ? ਤੁਸੀਂ ਪਰਮੇਸ਼ਵਰ ਦੀ ਤਰ੍ਹਾਂ ਜੀਣ ਵਾਸਤੇ ਬੁਲਾਏ ਗਏ ਹੋ। ਸਿੰਪਲ। ਤਾਂ ਤੁਸੀਂ ਇਹ ਨਾ ਕਹੋ ਕਿ ਨਹੀਂ ਮੈਂ ਪਰਮੇਸ਼ਵਰ ਦੀ ਤਰ੍ਹਾਂ ਨਹੀਂ ਜੀਣ ਵਾਲਾ, ਕਿਉਂਕਿ ਪਰਮੇਸ਼ਵਰ ਕਹਿ ਰਿਹਾ ਕਿ ਏਦਾਂ ਜੀਓ। ਤਾਂ ਤੁਸੀਂ ਨਹੀਂ ਇਹ ਕਹਿ ਸਕਦੇ ਕਿ ਹਾਂ ਅਸੀਂ ਇਨਸਾਨ ਹੈ, ਅਸੀਂ ਇਨਸਾਨਾਂ ਦੀ ਤਰ੍ਹਾਂ ਜੀਵਾਂਗੇ। ਨਹੀਂ, ਜੋ ਤੁਹਾਡਾ ਗਿਆਨ ਹੈ ਉਹ ਸਹੀ ਨਹੀਂ ਹੈ। ਅਸੀਂ ਉਹ ਗਿਆਨ ਹੈ ਜੋ ਬਾਈਬਲ ਵਿੱਚ ਦੇਖ ਰਹੇ ਹਾਂ। ਤੁਸੀਂ ਦੂਸਰਾ ਜੀਵਨ ਨਹੀਂ ਜੀ ਸਕਦੇ। ਪ੍ਰੇਜ਼ ਦ ਲਾਰਡ, ਪ੍ਰੇਜ਼ ਦ ਲਾਰਡ। ਕੀ ਤੁਸੀਂ ਸੁਣ ਰਹੇ ਹੋ? ਤਾਂ ਕੀ ਕਿਹਾ ਉਹਨੇ? ਪਿਆਰੇ ਪੁੱਤਰਾਂ ਦੇ ਵਾਂਗ ਪਰਮੇਸ਼ਵਰ ਦੀ ਰੀਸ ਕਰੋ, ਪਰਮੇਸ਼ਵਰ ਦਾ ਜੀਵਨ ਜੀਓ। ਪ੍ਰੇਜ਼ ਦ ਲਾਰਡ। ਪੜੋਸੀ ਨੂੰ ਬੋਲੋ ਪਰਮੇਸ਼ਵਰ ਦਾ ਜੀਵਨ ਜੀਓ। ਸੋਚੋ ਇਹ ਕਿੰਨੀ ਵੱਡੀ ਆਸ਼ੀਸ਼ ਹੈ। ਔਰ ਪਰਮੇਸ਼ਵਰ ਸਾਨੂੰ ਉਹ ਕਰਨ ਵਾਸਤੇ ਨਹੀਂ ਕਹੇਗਾ ਜਿਹੜਾ ਅਸੀਂ ਨਹੀਂ ਕਰ ਸਕਦੇ। ਯਾਨੀ ਕਿ ਮੈਂ ਪਰਮੇਸ਼ਵਰ ਦੀ ਤਰ੍ਹਾਂ ਜੀ ਸਕਦਾ, ਮੈਂ ਪਰਮੇਸ਼ਵਰ ਦੀ ਤਰ੍ਹਾਂ ਨਤੀਜੇ ਪੈਦਾ ਕਰ ਸਕਦਾ। ਗਲੋਰੀ, ਵਾਓ। ਮੈਂ ਅੰਨੇ ਨੂੰ ਅੱਖਾਂ ਦੇ ਸਕਦਾ, ਮੈਂ ਬਹਿਰੇ ਕੰਨਾਂ ਨੂੰ ਖੋਲ ਸਕਦਾ, ਮੈਂ ਤੂਫਾਨ ਨੂੰ ਸ਼ਾਂਤ ਕਰ ਸਕਦਾ। ਪਰ ਕਦੋਂ? ਜਦੋਂ ਮੈਂ ਪਰਮੇਸ਼ਵਰ ਦੀ ਤਰ੍ਹਾਂ ਜੀਣਾ ਸ਼ੁਰੂ ਕਰੂੰਗਾ। ਜਦੋਂ 24 ਘੰਟੇ ਮੇਰੇ ਦਿਮਾਗ ਦੇ ਵਿੱਚ ਚੱਲੂਗਾ ਕਿ ਮੈਂ ਕਿਹਦੀ ਤਰ੍ਹਾਂ ਜੀਊਂਗਾ? ਪਰਮੇਸ਼ਵਰ ਦੀ ਤਰ੍ਹਾਂ। ਕਿਉਂਕਿ ਉਹਦੀ ਤਰ੍ਹਾਂ ਜੀਣ ਦੀ ਯੋਗਤਾ ਸਾਡੇ ਅੰਦਰ ਆ ਚੁੱਕੀ ਆ। ਕਿਉਂਕਿ ਅਸੀਂ ਨਵਾਂ ਜਨਮ ਲੈ ਲਿਆ। ਕਿਉਂਕਿ ਸਾਡੇ ਅੰਦਰ ਪਰਮੇਸ਼ਵਰ ਦਾ ਜੀਵਨ ਹੈ। ਕਿਉਂਕਿ ਅਸੀਂ ਉਹ ਪੱਖਾ ਨਹੀਂ ਆ ਜੇ ਤੋਂ ਏਸੀ ਬਣਨ ਦੀ ਆਸ ਕੀਤੀ ਜਾ ਰਹੀ ਆ। ਅਸੀਂ ਏਸੀ ਆ ਜੇ ਤੋਂ ਏਸੀ ਬਣਨ ਦੀ ਆਸ਼ਾ ਕੀਤੀ ਜਾ ਰਹੀ ਹੈ। ਪ੍ਰੇਜ਼ ਦ ਲਾਰਡ। ਸੁਣ ਰਹੇ ਹੋ ਤੁਸੀਂ? ਬੋਲੋ ਮੈਂ ਪੱਖਾ ਨਹੀਂ ਆ ਜੇ ਤੋਂ ਏਸੀ ਬਣਨ ਦੀ ਆਸ ਕੀਤੀ ਜਾ ਰਹੀ ਆ। ਕਿਉਂਕਿ ਜਦੋਂ ਅਸੀਂ ਕਹਿੰਦੇ ਆ ਕਿ ਪਰਮੇਸ਼ਵਰ ਦੀ ਤਰ੍ਹਾਂ ਜੀਓ ਤਾਂ ਆਪਣੇ ਆਪ ਨੂੰ ਪੱਖੇ ਦੀ ਤਰ੍ਹਾਂ ਦੇਖਦੇ ਆ ਔਰ ਉਹਨਾਂ ਨੂੰ ਏਦਾਂ ਲੱਗਦਾ ਕਿ ਕੋਈ ਉਹਨਾਂ ਨੂੰ ਇਸੇ ਤਰ੍ਹਾਂ ਗੱਲ ਕਰ ਰਿਹਾ। ਪਰ ਕਈ ਬੰਦੇ ਕਹਿੰਦੇ ਉਹ ਨਹੀਂ ਪਾਸਟਰ ਜੀ, ਅਸੀਂ ਪਰਮੇਸ਼ਵਰ ਦੀ ਤਰ੍ਹਾਂ ਕਿੱਦਾਂ ਜੀ ਸਕਦੇ ਹਾਂ? ਇੱਥੇ ਪਾਸਟਰ ਜੀ ਅਸੀਂ ਤਾਂ ਦੁਨੀਆ ਵਿੱਚ ਰਹਿੰਦੇ ਆ, ਤੁਹਾਨੂੰ ਪਤਾ ਹੀ ਆ ਦੁਨੀਆ ਵਿੱਚ ਸੁੱਖ ਦੁੱਖ ਲੱਗਾ ਹੀ ਰਹਿੰਦਾ। ਹੁਣ ਅਸੀਂ ਤੁਹਾਡੀ ਤਰ੍ਹਾਂ ਥੋੜੀ ਆ ਕਿ ਦੁਨੀਆ ਛੱਡਦੀ ਹੈ। ਔਰ ਮੈਂ ਉਹਨਾਂ ਨੂੰ ਕਹਿੰਦਾ ਵਾ ਦੁਨੀਆ ਛੱਡਣ ਦੀ ਸੋਚ ਲਓ। ਰੈਪਚਰ ਤੱਕ ਕਿੱਦਾਂ ਪਹੁੰਚੂਗੇ? ਪ੍ਰੇਜ਼ ਦ ਲਾਰਡ। ਕਿਉਂਕਿ ਬਾਈਬਲ ਕਹਿੰਦੀ ਆ ਕਿ ਜਿਹਦੇ ਵਿੱਚ ਸੰਸਾਰ ਦਾ ਪ੍ਰੇਮ ਹੈ ਉਹਦੇ ਵਿੱਚ ਪਰਮੇਸ਼ਵਰ ਦਾ ਪ੍ਰੇਮ ਨਹੀਂ ਹੈ। ਕੀ ਤੁਹਾਨੂੰ ਪਤਾ? ਕਿਉਂਕਿ ਅਗਰ ਤੁਸੀਂ ਅਜੇ ਵੀ ਦੁਨੀਆ ਵਿੱਚ ਪ੍ਰੇਮ ਕਰ ਰਹੇ ਹੋ ਤਾਂ ਤੁਹਾਡੇ ਵਿੱਚ ਪਰਮੇਸ਼ਵਰ ਦਾ ਪ੍ਰੇਮ ਨਹੀਂ ਹੈ। ਇਟਸ ਸੋ ਸਿੰਪਲ। ਜਿਹੜਾ ਦੁਨੀਆ ਨਾਲ ਪ੍ਰੇਮ ਕਰਦਾ ਪਰਮੇਸ਼ਵਰ ਦਾ ਪ੍ਰੇਮ ਉਹਦੇ ਅੰਦਰ ਨਹੀਂ ਹੈ। ਇਹ ਬਹੁਤ ਜ਼ਿਆਦਾ ਸੀਰੀਅਸ ਹੈ। ਤਾਂ ਦੁਨੀਆ ਦੀ ਕਿਸੇ ਵੀ ਚੀਜ਼ ਤੋਂ ਤੁਸੀਂ ਪ੍ਰੇਮ ਨਹੀਂ ਕਰ ਸਕਦੇ। ਕਈ ਬੰਦੇ ਕਹਿੰਦੇ ਨਹੀਂ ਪ੍ਰਭੂ ਮਨ ਤਾਂ ਲੱਗਾ ਹੀ ਰਹਿੰਦਾ। ਨਹੀਂ ਪਾਸਟਰ ਜੀ ਮਨ ਤਾਂ ਫੇਰ ਵੀ ਲੱਗ ਹੀ ਜਾਂਦਾ। ਤਦੀ ਤੋਂ ਕਹਿ ਰਿਹਾ ਕਿ ਅਗਰ ਤੁਹਾਡਾ ਮਨ ਲੱਗਿਆ ਹੋਇਆ ਤਾਂ ਇਹ ਪ੍ਰਭੂ ਵਿੱਚ ਨਹੀਂ ਹੈ। ਇਸ ਲਈ ਬਾਈਬਲ ਕਹਿੰਦੀ ਆ ਕਿ ਜਦੋਂ ਉਹ ਦਿਨ ਆਵੇ ਤਾਂ ਕੋਈ ਵੀ ਘਰ ਨੂੰ ਵਾਪਸ ਨਾ ਜਾਵੇ। ਉਹ ਕਿਉਂ ਕਹਿ ਰਿਹਾ ਕਿ ਕਿਤੇ ਤੇਰਾ ਮਨ ਉਹਨਾਂ ਚੀਜ਼ਾਂ ਤੇ ਨਾ ਲੱਗਾ ਰਵੇ ਕਿ ਕਿਤੇ ਤੇਰਾ ਰੈਪਚਰ ਮਿਸ ਨਾ ਹੋ ਜਾਏ। ਪ੍ਰੇਜ਼ ਦ ਲਾਰਡ। ਬੋਲੋ ਪਰਮੇਸ਼ਵਰ ਦੀ ਤਰ੍ਹਾਂ ਜੀਓ। ਔਰ ਇਹ ਚੰਗਾ ਵੀ ਆ। ਕਿਉਂਕਿ ਪਹਿਲਾਂ ਤੁਸੀਂ ਖੁਦ ਬਿਮਾਰ ਨਹੀਂ ਹੋਵੋਗੇ, ਗਰੀਬ ਨਹੀਂ ਹੋਵੋਗੇ। ਕਿੰਨੀ ਚੰਗੀ ਗੱਲ ਹੈ। ਪਰਮੇਸ਼ਵਰ ਦੀ ਤਰ੍ਹਾਂ ਜੀਣ ਦਾ ਮਤਲਬ ਇਹ ਆ ਕਿ ਬੈਂਕ ਬਣ ਜਾਓ। ਕੀ ਬਣ ਜਾਓ? ਬੈਂਕ। ਕਿਉਂਕਿ ਬੈਂਕ ਕੀ ਦਿੰਦਾ? ਪੈਸਾ। ਤਾਂ ਹੀ ਤਾਂ ਉਹ ਕਹਿੰਦਾ ਪਰਮੇਸ਼ਵਰ ਦੀ ਤਰ੍ਹਾਂ ਜੀਓ। ਕਿਉਂਕਿ ਜਿਹੜੀਆਂ ਚੀਜ਼ਾਂ ਦੁਨੀਆ ਨਾਲ ਹੁੰਦੀਆਂ ਉਹ ਤੁਹਾਡੇ ਨਾਲ ਨਹੀਂ ਹੋਣਗੀਆਂ। ਪ੍ਰੇਜ਼ ਦ ਲਾਰਡ। ਸੁਣ ਰਹੇ ਤੁਸੀਂ? ਬੋਲੋ ਮੈਂ ਪਰਮੇਸ਼ਵਰ ਦੀ ਤਰ੍ਹਾਂ ਜੀਣ ਵਾਸਤੇ ਬੁਲਾਇਆ ਗਿਆ। ਇਹ ਗੱਲਾਂ ਧਰਮ ਤੁਹਾਨੂੰ ਨਹੀਂ ਦੱਸੇਗਾ ਕਿਉਂਕਿ ਧਰਮ ਦੇ ਲਈ ਇਹ ਗੱਲਾਂ ਬਹੁਤ ਉੱਚੀਆਂ। ਕਿਉਂਕਿ ਅਗਰ ਤੁਸੀਂ ਧਰਮੀ ਆ ਤਾਂ ਮੈਂ ਤੁਹਾਨੂੰ ਪਾਗਲ ਲੱਗੂੰਗਾ। ਤੁਸੀਂ ਬੋਲੋਗੇ ਯਾਰ ਇਹ ਕਿੱਦਾਂ ਦਾ ਸੰਗੀ ਬੰਦਾ ਆ ਗਿਆ। ਮੈਂ ਸਠਿਆਇਆ ਨਹੀਂ ਹੈ। ਏਦਾਂ ਨਹੀਂ ਹੈ ਕਿ ਜੋ ਮੇਰੇ ਮਨ ਵਿੱਚ ਆਇਆ ਮੈਂ ਬੋਲ ਦਿੱਤਾ। ਉਹ ਪਰਮੇਸ਼ਵਰ ਦੀ ਤਰ੍ਹਾਂ ਜੀਓ। ਮੈਂ ਤੁਹਾਨੂੰ ਦੱਸੂਗਾ। ਅਗਰ ਆਪਾਂ ਅੱਗੇ बढ़ांगे। ਪ੍ਰੇਜ਼ ਦ ਲਾਰਡ। ਸਹੀ ਹੈ ਨਾ? ਬੋਲੋ ਪਰਮੇਸ਼ਵਰ ਦੀ ਤਰ੍ਹਾਂ ਜੀਣਾ ਸੰਭਵ ਹੈ। ਚੰਗਾ ਹੈ ਨਾ? ਪ੍ਰੇਜ਼ ਦ ਲਾਰਡ। ਅਗਲਾ ਵਚਨ ਉਹ ਤੁਹਾਨੂੰ ਦੱਸ ਰਿਹਾ ਕਿ ਪਰਮੇਸ਼ਵਰ ਦੀ ਤਰ੍ਹਾਂ ਜੀਣ ਦਾ ਮਤਲਬ ਕੀ ਆ। ਔਰ ਉਹਨੇ ਸ਼ੁਰੂਆਤ ਕਰ ਦਿੱਤੀ ਆ, ਲਿਸਟ ਬਣਾਉਣੀ ਸ਼ੁਰੂ ਕਰ ਦਿੱਤੀ ਆ। ਹੁਣ ਪੂਰੀ ਲਿਸਟ ਆਂਦੀ ਜਾਏਗੀ ਲਾਸਟ ਤੱਕ। ਸਹੀ ਆ? ਔਰ ਉਹ ਲਿਸਟ ਕੀ ਆ? ਪਰਮੇਸ਼ਵਰ ਦੇ ਜੀਣ ਦਾ ਤਰੀਕਾ।
ਔਰ ਅਗਰ ਤੁਸੀਂ ਉਸ ਤਰੀਕੇ ਨਾਲ ਨਹੀਂ ਚੱਲਦੇ ਤਾਂ ਤੁਸੀਂ ਕਹੋਗੇ ਨਹੀਂ, ਅੱਜ ਤੋਂ ਨਹੀਂ। ਪ੍ਰੇਜ਼ ਦ ਲਾਰਡ। ਤਾਂ ਕਿੱਦਾਂ ਚੱਲੋ? ਪ੍ਰੇਮ ਦੇ ਵਿੱਚ ਚੱਲੋ। ਔਰ ਪਹਿਲੀ ਚੀਜ਼ ਕੀ ਆ? ਪ੍ਰੇਮ ਦੇ ਵਿੱਚ ਚੱਲੋ ਜਿਸ ਤਰ੍ਹਾਂ ਮਸੀਹ ਨੇ ਵੀ ਤੁਹਾਡੇ ਨਾਲ ਪ੍ਰੇਮ ਕੀਤਾ। ਪ੍ਰੇਮ ਦੇ ਵਿੱਚ ਚੱਲੋ ਜਿਸ ਤਰ੍ਹਾਂ ਮਸੀਹ ਨੇ ਵੀ ਸਾਡੇ ਨਾਲ ਪ੍ਰੇਮ ਕੀਤਾ ਔਰ ਸਾਡੀ ਖਾਤਰ ਆਪਣੇ ਆਪ ਨੂੰ ਸੁਖਦਾਇਕ ਸੁਗੰਧੀ ਦੀ ਤਰ੍ਹਾਂ ਪਰਮੇਸ਼ਵਰ ਦੇ ਅੱਗੇ ਸਮਰਪਿਤ ਕਰ ਦਿੱਤਾ। ਔਰ ਪ੍ਰੇਮ ਦੇ ਵਿੱਚ ਚੱਲਣ ਦਾ ਮਤਲਬ ਕੀ ਆ? ਵਾਕਿੰਗ ਲਵ। ਪ੍ਰੇਮ ਦੇ ਵਿੱਚ ਚੱਲੋ, ਇਹਦਾ ਮਤਲਬ ਕੀ ਆ? ਅਸਟੀਮਿੰਗ ਐਂਡ ਡਿਲਾਈਟਿੰਗ ਇਨ ਵਨ ਅਨਦਰ। ਉਹ ਕੀ ਕਹਿ ਰਿਹਾ ਕਿ ਇੱਕ ਦੂਜੇ ਦਾ ਸਨਮਾਨ ਕਰੋ ਔਰ ਇੱਕ ਦੂਜੇ ਵਿੱਚ ਆਨੰਦਿਤ ਰਹੋ। ਉਹ ਕੀ ਕਹਿ ਰਿਹਾ ਕਿ ਇੱਕ ਦੂਜੇ ਦਾ ਸਨਮਾਨ ਕਰੋ ਔਰ ਇੱਕ ਦੂਜੇ ਦੀ ਸਫਲਤਾ ਦਾ ਆਨੰਦ ਲਵੋ। ਅਸੀਂ ਉਹਨਾਂ ਦੁਨੀਆ ਦੀ ਤਰ੍ਹਾਂ ਨਹੀਂ ਆ ਕਿ ਜਿਹੜੇ ਕਹਿੰਦੇ ਆ ਕਿ ਤੇਰੀ ਸਾੜੀ ਮੇਰੀ ਸਾੜੀ ਨਾਲੋਂ ਸਫੇਦ ਕਿਉਂ ਆ। ਇਹ ਦੁਨੀਆ ਦੇ ਜੀਣ ਦਾ ਤਰੀਕਾ। ਸਮਝ ਆ ਗਿਆ ਤੁਹਾਨੂੰ? ਉਹ ਕੀ ਕਹਿੰਦਾ? ਪ੍ਰੇਮ ਦੇ ਵਿੱਚ ਚੱਲੋ। ਔਰ ਪ੍ਰੇਮ ਦੇ ਵਿੱਚ ਚੱਲਣ ਦਾ ਮਤਲਬ ਕੀ ਆ? ਦੂਸਰਿਆਂ ਨੂੰ ਆਪਣੇ ਆਪ ਨਾਲੋਂ ਉੱਤਮ ਸਮਝੋ। ਔਰ ਕੋਈ ਤੁਹਾਨੂੰ ਕਵੇ ਕਿ ਭੈਣ ਜੀ ਤੁਸੀਂ ਬਹੁਤ ਚੰਗੇ ਹੋ ਔਰ ਤੁਸੀਂ ਕਹੋ ਹਾਂਜੀ ਭੈਣ ਜੀ ਤੁਸੀਂ ਬਹੁਤ 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 ਚੰਗੇ ਹੋ। ਇਹ ਮਤਲਬ ਹੈ ਪ੍ਰੇਮ ਦੇ ਵਿੱਚ ਚੱਲਣ ਦਾ। ਅਸਟੀਮਿੰਗ ਐਂਡ ਡਿਲਾਈਟਿੰਗ ਇਨ ਵਨ ਅਨਦਰ। ਅਗਰ ਤੁਸੀਂ ਪਤੀ ਆ ਤਾਂ ਪਤੀ ਦਾ ਧੰਨਵਾਦ ਕਰੋ ਖਾਣੇ ਵਾਸਤੇ। ਇਹ ਨਹੀਂ ਆ ਕਿ ਨਮਕ ਜ਼ਿਆਦਾ ਪੈ ਗਿਆ ਤਾਂ ਉਹਨੂੰ ਡਾਂਟਣਾ ਕਿ ਲੈ ਮੈਂ ਖਾਣਾ ਖੁਦ ਹੀ ਬਣਾ ਲੂੰਗਾ। ਫਿਰ ਕੀ ਹੋਇਆ? ਅਗਰ ਨਮਕ ਜ਼ਿਆਦਾ ਪੈ ਗਿਆ ਤਾਂ ਕੀ ਆਫਤ ਆ ਗਈ? ਕੀ ਤੁਸੀਂ ਮਰ ਤਾਂ ਨਹੀਂ ਗਏ ਕਿਤੇ ਜ਼ਿਆਦਾ ਨਮਕ ਖਾ ਕੇ? ਜੇ ਥੋੜੀ ਜਿਹੀ ਜਲੀ ਹੋਈ ਰੋਟੀ ਖਾ ਲਈ ਤਾਂ ਕੀ ਤੁਸੀਂ ਮਰ ਗਏ? ਤਾਂ ਉਹ ਕੀ ਕਹਿ ਰਿਹਾ? ਵਾਕਿੰਗ ਇਨ ਲਵ, ਅਸਟੀਮਿੰਗ ਐਂਡ ਡਿਲਾਈਟਿੰਗ ਇਨ ਵਨ ਅਨਦਰ। ਇੱਕ ਦੂਸਰੇ ਵਿੱਚ ਇੱਕ ਦੂਸਰੇ ਦਾ ਸਨਮਾਨ ਕਰੋ, ਇੱਕ ਦੂਜੇ ਵਿੱਚ ਆਨੰਦ ਮਨਾਓ। ਪ੍ਰੇਜ਼ ਦ ਲਾਰਡ। ਸੁਣ ਰਹੇ ਤੁਸੀਂ? ਇਦਾਂ ਨਹੀਂ ਆ ਕਿ ਦੇਖੋ ਔਰ ਮੂੰਹ ਬਣਾ ਕੇ ਚਲੇ ਜਾਓ। ਯੂ ਡੋਂਟ ਬਿਹੇਵ ਦੈਟ। ਪ੍ਰੇਜ਼ ਦ ਲਾਰਡ। ਜਿਸ ਤਰ੍ਹਾਂ ਮਸੀਹ ਨੇ ਸਾਡੇ ਨਾਲ ਪ੍ਰੇਮ ਕੀਤਾ ਔਰ ਆਪਣੇ ਆਪ ਨੂੰ ਸਾਡੇ ਵਾਸਤੇ ਦੇ ਦਿੱਤਾ ਇੱਕ ਬਲੀਦਾਨ ਦੇ ਰੂਪ ਦੇ ਵਿੱਚ। ਪ੍ਰੇਜ਼ ਦ ਲਾਰਡ। ਸੁਣ ਰਹੇ ਤੁਸੀਂ? ਪੜੋਸੀ ਨੂੰ ਬੋਲੋ ਪ੍ਰੇਮ ਦੇ ਵਿੱਚ ਚੱਲੋ, ਪ੍ਰੇਮ ਦੇ ਵਿੱਚ ਚੱਲੋ। ਚਲੋ। ਉਹਨੇ ਇਹ ਨਹੀਂ ਕਿਹਾ ਕਿ ਸੁਣ ਕੇ ਇੱਕ ਦੂਜੇ ਨਾਲ ਨਫ਼ਰਤ ਕਰੋ। ਔਰ ਕੁਛ ਲੋਕ ਕੀ ਆ ਮੈਸੇਜ ਸੁਣਦੇ ਆ ਪ੍ਰੇਮ ਦੇ ਵਿੱਚ ਚੱਲੋ, ਪ੍ਰੇਮ ਦੇ ਵਿੱਚ ਚੱਲੋ, ਲੇਕਿਨ ਦੂਜੇ ਨੂੰ ਗੁੱਸੇ ਨਾਲ ਬੋਲ ਦੂਗੇ ਭੱਜ ਇੱਥੋਂ। ਮੈਂ ਕਹੂੰਗਾ ਇਹ ਕੀ ਆ? ਹੁਣੇ ਤਾਂ ਮੈਸੇਜ ਸੁਣ ਕੇ ਆਏ ਨਾ ਪ੍ਰੇਮ ਦੇ ਵਿੱਚ ਚੱਲੋ। ਚਰਚ ਵਿੱਚ ਬੈਠੇ ਮੈਸੇਜ ਸੁਣ ਰਿਹਾ ਪ੍ਰੇਮ ਦਾ ਔਰ ਮਨ ਵਿੱਚ ਕੀ ਸੋਚ ਰਿਹਾ ਵਾ? ਅੱਜ ਤਾਂ ਮੈਂ ਨੂੰਹ ਦੀ ਜਾ ਕੇ ਪੂਰੀ ਤਰ੍ਹਾਂ ਖਾਤਰ ਕਰਨੀ ਆ। ਯੂ ਕੈਨਟ ਡੂ ਦੈਟ। ਔਰ ਇਹ ਸਾਡੇ ਵਾਸਤੇ ਸੰਭਵ ਹੈ। ਪ੍ਰੇਜ਼ ਦ ਲਾਰਡ। ਕਿਉਂ? ਕਿਉਂਕਿ ਬਾਈਬਲ ਕਹਿੰਦੀ ਆ ਪਰਮੇਸ਼ਵਰ ਦਾ ਪ੍ਰੇਮ ਪਵਿੱਤਰ ਆਤਮਾ ਦੇ ਦੁਆਰਾ ਸਾਡੇ ਅੰਦਰ ਉੜੇਲਿਆ ਜਾ ਚੁੱਕਾ। ਪ੍ਰੇਜ਼ ਦ ਲਾਰਡ। ਤਾਂ ਪ੍ਰੇਮ ਦੇ ਵਿੱਚ ਚੱਲਣਾ ਸਾਡੇ ਵਾਸਤੇ ਸੰਭਵ ਹੈ। ਹਾਲੇਲੂਇਆ। ਤਾਂ ਇਹ ਸਭ ਕੀ ਆ? ਪਰਮੇਸ਼ਵਰ ਦੇ ਜੀਣ ਦਾ ਤਰੀਕਾ। ਔਰ ਆਪਣੇ ਬਾਰੇ ਏਦਾਂ ਕਦੀ ਨਾ ਸਮਝੋ ਇੱਕ ਇਨਸਾਨ ਦੀ ਤਰ੍ਹਾਂ ਕਿ ਮੈਂ ਨਹੀਂ ਕਰ ਸਕਦਾ। ਤੁਹਾਨੂੰ ਕਿਹਨੇ ਕਿਹਾ ਕਿ ਤੁਸੀਂ ਨਹੀਂ ਕਰ ਸਕਦੇ? ਪਰਮੇਸ਼ਵਰ ਸੱਚਾ ਹੈ ਔਰ ਬਾਈਬਲ ਕੀ ਕਹਿੰਦੀ ਆ ਕਿ ਪਰਮੇਸ਼ਵਰ ਸੱਚ ਠਹਿਰੇ ਔਰ ਹਰ ਮਨੁੱਖ ਝੂਠਾ ਠਹਿਰੇ। ਉਹ ਤੁਸੀਂ ਆਪਣੇ ਮਨ ਵਿੱਚ ਸੋਚਦੇ ਆ ਕਿ ਤੁਸੀਂ ਇੱਕ ਆਮ ਮਨੁੱਖ ਹੋ ਔਰ ਲੇਕਿਨ ਪਰਮੇਸ਼ਵਰ ਦਾ ਵਚਨ ਤੁਹਾਡੇ ਬਾਰੇ ਕਹਿ ਰਿਹਾ ਤੁਸੀਂ ਨਹੀਂ ਹੋ। ਤੁਸੀਂ ਪਰਮੇਸ਼ਵਰ ਦਾ ਜੀਵਨ ਜਿਉਣ ਵਾਸਤੇ ਬੁਲਾਏ ਗਏ ਆ। ਸੋ ਆਪਣੇ ਆਪ ਨੂੰ ਇਨਸਾਨਾਂ ਦੇ ਲੈਵਲ ਤੇ ਨਾ ਲੈ ਕੇ ਆਓ। ਤੁਸੀਂ ਉਸੇ ਲੈਵਲ ਤੋਂ ਤਾਂ ਛੁਡਾਏ ਗਏ ਆ, ਕੱਢੇ ਗਏ ਆ। ਇਸ ਲਈ ਤਾਂ ਯਿਸੂ ਮਸੀਹ ਆਇਆ, ਮਾਰਿਆ ਗਿਆ, ਗੱਡਿਆ ਗਿਆ ਔਰ ਤੀਜੇ ਦਿਨ ਜੀ ਉਠਿਆ। ਔਰ ਇਸੇ ਵਾਸਤੇ ਤਾਂ ਉਹਨੇ ਪਵਿੱਤਰ ਆਤਮਾ ਸਾਨੂੰ ਦਿੱਤਾ ਤਾਂ ਕਿ ਅਸੀਂ ਪਰਮੇਸ਼ਰ ਵਰਗਾ ਜੀਵਨ ਜੀ ਸਕੀਏ। ਅਸੀਂ ਧਰਮ ਦੇ ਵਿੱਚ ਨਹੀਂ ਆ। ਅਗਰ ਅਸੀਂ ਧਰਮ ਦੇ ਵਿੱਚ ਹੁੰਨੇ ਤਾਂ ਧਰਮ ਦਾ ਇਨਸਾਨ ਇਹ ਗੱਲ ਸਮਝ ਨਹੀਂ ਸਕਦਾ ਸੀ, ਕਿਉਂਕਿ ਉਹਦੇ ਵਾਸਤੇ ਇਹ ਗੱਲਾਂ ਸਮਝਣੀਆਂ ਮੁਸ਼ਕਲ ਹੈ। ਪ੍ਰੇਜ਼ ਦ ਲਾਰਡ। ਇਹ ਉਸ ਤਰੀਕੇ ਨਾਲ ਹੈ ਕਿ ਤੁਸੀਂ ਜੰਗਲ ਦੇ ਵਿੱਚ ਹੈ ਔਰ ਆਦੀਵਾਸੀਆਂ ਦੇ ਵਿੱਚ ਹੈ। ਲੇਕਿਨ ਅੱਜ ਤਾਂ ਚਲੋ ਆਦੀਵਾਸੀਆਂ ਦੇ ਕੋਲ ਵੀ ਕਾਫੀ ਲੋਕ ਪਹੁੰਚ ਗਏ ਆ। ਚਲੋ ਮੰਨ ਲਓ ਕਿ ਇੱਕ ਆਦੀਵਾਸੀ ਜਾਤੀ ਆ ਜਿਹਨੇ ਕਦੀ ਟੀਵੀ ਨਹੀਂ ਦੇਖਿਆ। ਕਈ ਸਾਲ ਪਹਿਲਾਂ ਜਦੋਂ ਮੈਂ ਮਸੀਹ ਨਹੀਂ ਸੀਗਾ ਔਰ ਮੈਂ ਫਿਲਮ ਦੇਖ ਰਿਹਾ ਸੀਗਾ ਔਰ ਉਹਦੇ ਵਿੱਚ ਇੱਕ ਇਹੋ ਜਿਹਾ ਸੀਨ ਸੀ ਕਿ ਇੱਕ ਆਦਮੀ ਫਸ ਗਿਆ ਆਦੀਵਾਸੀਆਂ ਦੇ ਵਿੱਚ ਔਰ ਉਹਦੇ ਕੋਲ ਇੱਕ ਰੇਡੀਓ ਸੀ। ਔਰ ਜਦੋਂ ਉਹਨੇ ਰੇਡੀਓ ਚਲਾਇਆ ਤਾਂ ਸਾਰੇ ਆਦੀਵਾਸੀ ਉਹਦੇ ਸਾਹਮਣੇ ਲੰਮੇ ਪੈ ਗਏ ਔਰ ਕਹਿਣ ਲੱਗੇ ਪ੍ਰਭੂ ਪ੍ਰਭੂ, ਕਿਉਂਕਿ ਉਹਨਾਂ ਨੇ ਕਦੀ ਰੇਡੀਓ ਦੇਖਿਆ ਹੀ ਨਹੀਂ ਸੀ। ਪ੍ਰੇਜ਼ ਦ ਲਾਰਡ। ਸੁਣਿਓ ਤੁਸੀਂ? ਕਿਉਂਕਿ ਉਹਨਾਂ ਨੇ ਉਹ ਕਦੀ ਦੇਖਿਆ ਨਹੀਂ ਸੀ, ਕਿਉਂਕਿ ਉਹਨਾਂ ਵਾਸਤੇ ਉਹ ਬਹੁਤ ਵੱਡੀ ਚੀਜ਼ ਸੀ। ਇਸੇ ਤਰ੍ਹਾਂ ਧਰਮ ਦੇ ਵਿੱਚ ਰਹਿ ਕੇ ਇਹ ਮੰਨਣਾ ਕਿ ਅਸੀਂ ਪਰਮੇਸ਼ਰ ਵਰਗੇ ਆ ਜਾਂ ਅਸੀਂ ਪਰਮੇਸ਼ਰ ਦੀ ਤਰ੍ਹਾਂ ਜੀ ਸਕਦੇ ਆ, ਇਹ ਬਹੁਤ ਵੱਡੀ ਚੀਜ਼ ਹੈ ਧਰਮ ਦੇ ਵਾਸਤੇ, ਬਹੁਤ ਵੱਡਾ। ਕਿਉਂਕਿ ਧਰਮ ਨੂੰ ਪਤਾ ਹੀ ਨਹੀਂ ਆ ਕਿ ਇਹ ਸੰਭਵ ਹੈ।
ਧਰਮ ਇਹ ਮੰਨਣ ਨੂੰ ਤਿਆਰ ਹੀ ਨਹੀਂ ਆ ਕਿ ਐਡਾ ਵੱਡਾ ਪਰਮੇਸ਼ਰ ਜਿਹਨੇ ਪਹਾੜ, ਨਦੀਆਂ, ਸਮੁੰਦਰ ਸਭ ਕੁਝ ਬਣਾਇਆ, ਉਹ ਸਾਡੇ ਅੰਦਰ ਵੀ ਰਹਿ ਸਕਦਾ। ਪ੍ਰੇਜ਼ ਦ ਲਾਰਡ। ਕੀ ਤੁਸੀਂ ਮੰਨੋਗੇ? ਪ੍ਰੇਜ਼ ਦ ਲਾਰਡ। ਮੰਨੋਗੇ ਤੁਸੀਂ? ਨਹੀਂ ਮੰਨੋਗੇ। ਔਰ ਮੰਨ ਲਓ ਹੁਣ ਤੁਸੀਂ ਕੁਰਸੀ ਤੋਂ ਆਓ ਔਰ ਮੈਂ ਤੁਹਾਨੂੰ ਚਿਲਡਰਨ ਚਰਚ ਦੀ ਕੁਰਸੀ ਫੜਾ ਦੇਵਾਂ, ਛੋਟੀ ਕੁਰਸੀ, ਤੁਸੀਂ ਕਹੋਗੇ ਆਹ ਕੀ ਆ? ਉਹ ਬੱਚਿਆਂ ਦੀ ਕੁਰਸੀ ਹੁੰਦੀ ਹੈ ਨਾ ਛੋਟੀ ਜੀ, ਤੁਸੀਂ ਦੇਖਦੇ ਕਹੋਗੇ ਆਹ ਕੀ ਆ? ਔਰ ਉਸੇ ਤਰ੍ਹਾਂ ਜਦੋਂ ਅਸੀਂ ਕਹਿੰਦੇ ਆ ਕਿ ਉਹ ਮਹਾਨ ਪਰਮੇਸ਼ਵਰ ਸਾਡੇ ਅੰਦਰ ਵਾਸ ਕਰਦਾ, ਤਾਂ ਧਰਮ ਕੀ ਕਹਿੰਦਾ ਆਹ ਕੀ ਹੈ? ਉਹਨਾਂ ਨੂੰ ਸਮਝ ਨਹੀਂ ਆਉਂਦਾ। ਇਹੀ ਕਾਰਨ ਹੈ ਪਵਿੱਤਰ ਆਤਮਾ ਕੀ ਕਰਦਾ, ਸਾਨੂੰ ਇਹਨਾਂ ਚੀਜ਼ਾਂ ਬਾਰੇ ਸਮਝਾਉਂਦਾ ਕਿ ਪਰਮੇਸ਼ਵਰ ਸਾਡੇ ਅੰਦਰ ਹੈ। ਪ੍ਰੇਜ਼ ਦ ਲਾਰਡ। ਬੋਲੋ, ਮੈਂ ਪਰਮੇਸ਼ਵਰ ਦੇ ਨਾਲ ਭਰਿਆ ਹੋਇਆ। ਓ ਬॉय, ਇਟਸ ਸੱਚ ਅ ਬਲੇਸਿੰਗ। ਇਹ ਉਹ ਲਾਈਨ ਹੈ ਜਿਹੜੀ ਪਤਾ ਨਹੀਂ ਦਿਨ ਵਿੱਚ ਮੈਂ ਕਿੰਨੀ ਵਾਰੀ ਬੋਲਦਾ ਕਿ ਮੈਂ ਪਰਮੇਸ਼ਵਰ ਦੇ ਨਾਲ ਵਿੱਚ ਭਰਿਆ ਹੋਇਆ। ਅਗਰ ਮੈਂ ਇਨਸਾਨਾਂ ਵਰਗੂ ਸੋਚੂੰ ਤਾਂ ਮੈਨੂੰ ਇੱਦਾਂ ਲੱਗਦਾ ਜਿੱਦਾਂ ਮੇਰੇ ਦਿਮਾਗ ਵਿੱਚ ਗੋਬਰ ਭਰ ਗਿਆ। ਅਗਰ ਮਨੁੱਖੀ ਵਿਚਾਰ ਮੇਰੇ ਅੰਦਰ ਆਉਣ ਲੱਗਦੇ ਆ ਤਾਂ ਮੈਨੂੰ ਇੱਦਾਂ ਲੱਗਦਾ ਜਿੱਦਾਂ ਮੇਰੇ ਅੰਦਰੋਂ ਬਦਬੂ ਆ ਰਹੀ ਹੁੰਦੀ। ਲਿਟਰਲੀ ਮੈਨੂੰ ਆਪਣੇ ਕੋਲੋਂ ਬਦਬੂ ਆਉਂਦੀ ਆ ਔਰ ਮੈਨੂੰ ਇੱਦਾਂ ਲੱਗਦਾ ਜਿੱਦਾਂ ਮੈਂ ਨਹਾ ਲਵਾਂ। ਮੈਂ ਕਿੱਦਾਂ ਇੱਕ ਆਮ ਇਨਸਾਨ ਦੀ ਤਰ੍ਹਾਂ ਸੋਚ ਸਕਦਾ? ਮੇਰੇ ਲਈ ਇਹ ਘਿਰਣਾ ਦੀ ਗੱਲ ਹੈ। ਘਿਰਣਾ ਕਿ ਮੈਂ ਇੱਕ ਇਨਸਾਨ ਦੀ ਤਰ੍ਹਾਂ ਸੋਚਾਂ। ਕਿੱਦਾਂ ਸੋਚਾਂ ਜਦ ਕਿ ਮੇਰੇ ਕੋਲ ਮਸੀਹ ਦਾ ਮਨ ਹੈ ਔਰ ਮੈਂ ਪਰਮੇਸ਼ਵਰ ਦੇ ਨਾਲ ਭਰਿਆ ਹੋਇਆ ਵਾ। ਪ੍ਰੇਜ਼ ਦ ਲਾਰਡ। ਹਾਲੇਲੂਇਆ। ਕਿਸੇ ਦੇ ਨਾਲ ਨਫ਼ਰਤ ਕਰਨਾ ਮੇਰੇ ਵਾਸਤੇ ਅਸੰਭਵ ਹੈ। ਤੁਸੀਂ ਕੁਝ ਵੀ ਕਰੋ, ਮੈਂ ਤੁਹਾਨੂੰ ਗੁੱਸਾ ਹੋ ਸਕਦਾ ਲੇਕਿਨ ਇਹ ਨਫ਼ਰਤ ਨਹੀਂ ਕਰ ਸਕਦਾ, ਕਿਉਂਕਿ ਅਗਲੇ ਦਿਨ ਤੁਸੀਂ ਮੈਨੂੰ ਮਿਲੂਗੇ ਤਾਂ ਮੈਂ ਇਦਾਂ ਮਿਲੂੰਗਾ ਕਿ ਪਿਛਲੇ ਦਿਨ ਤਾਂ ਮੈਂ ਤੁਹਾਨੂੰ ਕੁਝ ਕਿਹਾ ਹੀ ਨਹੀਂ। ਸ਼ਾਇਦ ਮੈਂ 1 ਘੰਟੇ ਬਾਅਦ ਤੁਹਾਨੂੰ ਇਦਾਂ ਮਿਲੂੰਗਾ ਕਿ ਜਿੱਦਾਂ ਅੱਧੇ ਘੰਟੇ ਪਹਿਲਾਂ ਕੁਝ ਹੋਇਆ ਹੀ ਨਹੀਂ। ਆਈ ਕਾਂਟ ਡੂ ਦੈਟ। ਮੇਰੇ ਅੰਦਰ ਨਫ਼ਰਤ ਕਰਨ ਦੀ ਯੋਗਤਾ ਹੈ ਹੀ ਨਹੀਂ। ਇਹ ਐਬਿਲਿਟੀ ਮੇਰੇ ਅੰਦਰ ਹੈ ਹੀ ਨਹੀਂ। ਮੈਨੂੰ ਵਚਨ ਤੋਂ ਪਤਾ ਕਿ ਮੈਂ ਕਿੱਦਾਂ ਚੱਲਣਾ ਪ੍ਰੇਮ ਦੇ ਵਿੱਚ। ਪ੍ਰੇਜ਼ ਦ ਲਾਰਡ। ਪੜੋਸੀ ਨੂੰ ਬੋਲੋ, ਪ੍ਰੇਮ ਦੇ ਵਿੱਚ ਚੱਲੋ। ਚੱਲੂਗੇ। ਅਗਲਾ ਵਚਨ ਕਿ ਜਿਸ ਤਰ੍ਹਾਂ ਪਵਿੱਤਰ ਲੋਕਾਂ ਤੇ ਯੋਗ ਹੈ, ਉਸੇ ਤਰ੍ਹਾਂ ਤੁਹਾਡੇ ਵਿੱਚ ਵਿਚਾਰ ਜਾਂ ਕਿਸੇ ਵੀ ਤਰ੍ਹਾਂ ਦੀ ਲਾਲਚ ਦੀ ਚਰਚਾ ਤੱਕ ਨਾ ਹੋਵੇ। ਇਹ ਗੱਲਾਂ ਸਾਡੇ ਵਿਚਕਾਰ ਨਹੀਂ ਹੋਣੀ ਚਾਹੀਦੀਆਂ ਕਿ ਦੋ ਲੋਕ ਆਪਸ ਵਿੱਚ ਬੈਠ ਕੇ ਗੱਲਾਂ ਕਰ ਰਹੇ ਆ, ਬੁਰਾਈ ਕਰ ਰਹੇ ਆ ਔਰ ਇੱਕ ਦੂਜੇ ਬਾਰੇ ਸੋਚ ਰਹੇ ਆ ਕਿ ਅਸੀਂ ਇਹਨੂੰ ਨੀਵਾਂ ਕਿੱਦਾਂ ਦਿਖਾਈਏ, ਇਹਦੀ ਇਨਸਲਟ ਕਿੱਦਾਂ ਕਰੀਏ, ਇਹਨੂੰ ਨੀਵਾਂ ਕਿੱਦਾਂ ਦਿਖਾਈਏ। ਉਹ ਕਹਿੰਦਾ ਇਹਨਾਂ ਗੱਲਾਂ ਦੀ ਚਰਚਾ ਤੱਕ ਤੁਹਾਡੇ ਵਿੱਚ ਨਾ ਹੋਵੇ। ਪਰਮੇਸ਼ਵਰ ਸਾਨੂੰ ਦੱਸ ਰਿਹਾ ਕਿ ਅਸੀਂ ਕਿਹੜਾ ਚਰਚ, ਕਿਹੜੀ ਕਲੀਸਿਆ ਔਰ ਕਿੱਦਾਂ ਦਾ ਸਮਾਜ ਬਣਾਉਣਾ। ਇੱਥੇ ਤੁਹਾਡੀ ਕੋਈ ਸੱਸ ਨਹੀਂ ਹੈ, ਕੋਈ ਨਨਾਣ ਨਹੀਂ ਹੈ ਕਿ ਤੁਸੀਂ ਇੱਥੇ ਆ ਕੇ ਕਿਸੇ ਵੀ ਤਰ੍ਹਾਂ ਦੀ ਕੋਈ ਪੋਲਿਟਿਕਸ ਕਰੋ। ਕੋਈ ਤੁਹਾਡਾ ਜੀਜਾ ਨਹੀਂ ਹੈ, ਕੋਈ ਤੁਹਾਡਾ ਸਾਲਾ ਨਹੀਂ ਹੈ। ਜਿੱਦਾਂ ਪਵਿੱਤਰ ਲੋਕਾਂ ਦੇ ਯੋਗ ਹੈ, ਉਸੇ ਤਰ੍ਹਾਂ ਤੁਹਾਡੇ ਵਿੱਚ ਕਿਸੇ ਵੀ ਵਿਚਾਰ ਜਾਂ ਅਸ਼ੁੱਧ ਕੰਮ ਦੀ ਚਰਚਾ ਤੱਕ ਨਾ ਹੋਵੇ। ਕਹਿੰਦਾ ਚਰਚਾ ਤੱਕ ਨਾ ਹੋਵੇ, ਯਾਨੀ ਕਿ ਦੋ ਲੀਡਰ ਦੀ ਲੜਾਈ ਮੇਰੇ ਤੱਕ ਆਉਣੀ ਵੀ ਨਹੀਂ ਚਾਹੀਦੀ, ਬਲਕਿ ਦੋ ਲੀਡਰ ਨੂੰ ਲੜਨਾ ਵੀ ਨਹੀਂ ਚਾਹੀਦਾ, ਦੋ ਮੈਂਬਰਾਂ ਨੂੰ ਲੜਨਾ ਵੀ ਨਹੀਂ ਚਾਹੀਦਾ। ਇਹ ਗੱਲਾਂ ਚਰਚ ਵਿੱਚ ਹੋਣੀਆਂ ਹੀ ਨਹੀਂ ਚਾਹੀਦੀਆਂ। ਉਹ ਕਹਿੰਦਾ ਤੁਹਾਡੇ ਵਿੱਚ ਇਹ ਗੱਲਾਂ ਹੋਣੀ ਨਹੀਂ ਚਾਹੀਦੀਆਂ ਕਿ ਇੱਕ ਲੜਕਾ ਇੱਕ ਲੜਕੀ ਭੱਜ ਗਏ ਆ ਜਾਂ ਦੋ ਲੋਕ ਹੈ ਅਨਮੈਰਿਡ ਹੈ, ਉਹ ਚਰਚ ਵਿੱਚ ਉਲਟੀਆਂ ਸਿੱਧੀਆਂ ਹਰਕਤਾਂ ਕਰ ਰਹੇ ਆ। ਨਹੀਂ, ਉਹ ਕਹਿੰਦਾ ਤੁਹਾਡੇ ਵਿੱਚ ਵਿਚਾਰ ਜਾਂ ਕਿਸੇ ਵੀ ਤਰ੍ਹਾਂ ਦੀ ਵੀ ਡੋਂਟ ਬਿਹੇਵ ਦੈਟ ਵੇ। ਇਹ ਸਾਡੇ ਜੀਵਨ ਦਾ ਤਰੀਕਾ ਨਹੀਂ ਹੈ। ਪਰਮੇਸ਼ਵਰ ਨੇ ਸਾਨੂੰ ਏਦਾਂ ਦਾ ਜੀਵਨ ਜੀਣ ਵਾਸਤੇ ਨਹੀਂ ਕਿਹਾ। ਜਿਸ ਤਰ੍ਹਾਂ ਪਵਿੱਤਰ ਲੋਕਾਂ ਦੇ ਯੋਗ ਹੈ, ਉਸੇ ਤਰ੍ਹਾਂ ਤੁਹਾਡੇ ਵਿੱਚ ਵਿਚਾਰ, ਲਾਲਚ ਜਾਂ ਕਿਸੇ ਵੀ ਤਰ੍ਹਾਂ ਦੇ ਅਸ਼ੁੱਧ ਕੰਮ ਦੀ ਚਰਚਾ ਤੱਕ ਨਾ ਹੋਵੇ। ਕਹਿੰਦਾ ਚਰਚਾ ਤੱਕ ਨਾ ਹੋਵੇ। ਕੋਈ ਇਹ ਵੀ ਨਾ ਕਵੇ ਕਿ ਉਸ ਚਰਚ ਵਿੱਚ ਲੋਕ ਲੜਦੇ ਆ, ਕਿ ਉਸ ਚਰਚ ਵਿੱਚ ਲੋਕ ਇੱਕ ਦੂਜੇ ਦੀ ਰਿਸਪੈਕਟ ਨਹੀਂ ਕਰਦੇ, ਪਿਆਰ ਨਹੀਂ ਕਰਦੇ, ਕਿ ਉਸ ਚਰਚ ਵਿੱਚ ਤਾਂ ਭਾਈ ਲੋਕ ਆਉਂਦੇ ਆ, ਲੀਡਰ ਆਉਂਦੇ ਆ, ਮਿਲਦੇ ਆ, ਸਾਡੇ ਵੱਲ ਤਾਂ ਕੋਈ ਧਿਆਨ ਨਹੀਂ ਦਿੰਦਾ। ਨਹੀਂ, ਸਾਡੇ ਵਿੱਚ ਇਹ ਨਹੀਂ ਹੋ ਸਕਦਾ। ਪਰਮੇਸ਼ਵਰ ਨੇ ਸਾਨੂੰ ਇਸ ਕਰਕੇ ਨਹੀਂ ਬੁਲਾਇਆ। ਨੈਕਸਟ, ਔਰ ਨਾ ਨਿਰਲਜਤਾ, ਨਾ ਮੂਰਖਤਾ ਦੀ ਗੱਲਬਾਤ, ਨਾ ਠੱਠਾ ਮਜ਼ਾਕ। ਇਹ ਗੱਲਾਂ ਸ਼ੋਭਾ ਨਹੀਂ ਦਿੰਦੀਆਂ। ਸਿਰਫ ਧੰਨਵਾਦ ਹੀ ਸੁਣਿਆ ਜਾਵੇ। ਪ੍ਰੇਜ਼ ਦ ਲਾਰਡ। ਸੁਣ ਰਹੇ ਹੋ ਤੁਸੀਂ? ਤਾਂ ਕਿ ਜਦੋਂ ਤੁਸੀਂ ਮਿਲੋ ਆਪਣੇ ਸੈਲ ਲੀਡਰ ਦਾ ਥੈਂਕਸ ਕਰੋ। ਇਦਾਂ ਨਹੀਂ ਆ ਕਿ ਮੇਰਾ ਲੀਡਰ ਕੁਝ ਜਾਣਦਾ ਨਹੀਂ ਆ, ਕਿ ਇਹ ਮੇਰੇ ਨਾਲ ਕੋਈ ਪੋਲਿਟਿਕਸ ਕਰ ਰਿਹਾ। ਮੈਂ ਸੋਚਦਾ ਯਾਰ ਇਹ ਕਿਹੜੀ ਚਰਚ ਹੈ? ਇਹ ਕ੍ਰਾਈਸਟ ਐਮਬੈਸੀ ਦਾ ਤਰੀਕਾ ਨਹੀਂ ਹੈ ਔਰ ਨਾ ਹੀ ਪਰਮੇਸ਼ਵਰ ਦਾ ਤਰੀਕਾ। ਤਾਂ ਹੀ ਤਾਂ ਕਹਿੰਦਾ ਨਾ ਨਿਰਲਜਤਾ, ਨਾ ਮੂਰਖਤਾ ਦੀ ਗੱਲਬਾਤ। ਤੁਹਾਨੂੰ ਆਪਣੇ ਸ਼ਬਦਾਂ ਤੇ ਧਿਆਨ ਦੇਣਾ ਪਵੇਗਾ ਕਿ ਤੁਹਾਡੇ ਮੂੰਹ ਵਿੱਚੋਂ ਕਿਸ ਤਰ੍ਹਾਂ ਦੇ ਸ਼ਬਦ ਨਿਕਲਦੇ ਆ। ਇਹ ਬਕ ਡੋਂਟ ਟਾਕ ਲਾਈਕ ਦੈਟ। ਅਸੀਂ ਨਹੀਂ ਕਰਦੇ ਇਦਾਂ।
ਅਸੀਂ 24 ਘੰਟੇ ਦੀ ਮਸੀਹ ਦੇ ਵਿੱਚ ਹੈ। ਇਹ ਨਹੀਂ ਹੈ ਪਾਸਟਰ ਜੀ ਦੋਸਤਾਂ ਵਿੱਚ ਤਾਂ ਚੱਲਦਾ ਹੀ ਆ, ਨਹੀਂ ਚੱਲਦਾ। ਕਿ ਦੋਸਤਾਂ ਦੇ ਵਿੱਚ ਤੁਸੀਂ ਆਮ ਇਨਸਾਨ ਹੋ ਗਏ? ਤੇ ਕਦੀ ਕਦੀ ਮੈਨੂੰ ਪਰੇਸ਼ਾਨੀ ਹੁੰਦੀ ਯਾਰ, ਮੈਂ ਬੋਲਦਾ ਵੀ ਆ ਔਰ ਮੈਂ ਸੋਚਦਾ ਯਾਰ ਮੈਂ ਕਿੰਨਾ ਬੋਲਾਂ। ਕਦੀ ਕਦੀ ਮੈਂ ਲੇਡੀਜ਼ ਨੂੰ ਗੱਲ ਕਰਦੇ ਸੁਣਦਾ, ਨਾਮ ਨਹੀਂ ਲਊਂਗਾ, ਅਬਕ ਮੈਂ ਸੋਚਦਾ ਯਾਰ ਇਹ ਕਿਹੜੀ ਭਾਸ਼ਾ। ਵੀ ਡੋਂਟ ਬਿਹੇਵ ਦੈਟ। ਚੱਲ ਵੀ ਡੋਂਟ ਟਾਕ ਲਾਈਕ ਦੈਟ। ਅਸੀਂ ਪਰਮੇਸ਼ਵਰ ਦੇ ਲੋਕ ਹਾਂ, ਪਰਮੇਸ਼ਵਰ ਦੇ। ਇਹ ਨਾ ਕਹੋ ਕਿ ਦੋਸਤਾਂ ਵਿੱਚ ਚੱਲਦਾ। ਭਾਈ ਦੁਨੀਆਦਾਰੀ ਦੇ ਦੋਸਤਾਂ ਵਿੱਚ ਚੱਲਦਾ, ਲੇਕਿਨ ਪਰਮੇਸ਼ਵਰ ਦੇ ਦੋਸਤਾਂ ਵਿੱਚ ਨਹੀਂ ਚੱਲਦਾ। ਨਾ ਨਿਰਲਜਤਾ, ਨਾ ਮੂਰਤਾ ਦੀ ਗੱਲਬਾਤ, ਨਾ ਠੱਠਾ ਮਜ਼ਾਕ, ਕਿਉਂਕਿ ਇਹ ਗੱਲਾਂ ਸ਼ੋਭਾ ਨਹੀਂ ਦਿੰਦੀਆਂ। ਇਹ ਗੱਲਾਂ ਸ਼ੋਭਾ ਨਹੀਂ ਦਿੰਦੀਆਂ। ਪ੍ਰੇਜ਼ ਦ ਲਾਰਡ। ਬਲਕਿ ਕੀ ਸੁਣਿਆ ਜਾਵੇ? ਧੰਨਵਾਦ। ਕੀ ਸੁਣਿਆ ਜਾਵੇ? ਧੰਨਵਾਦ। ਪ੍ਰੇਜ਼ ਦ ਲਾਰਡ। ਔਰ ਤੁਹਾਡੇ ਮੂੰਹ ਚੋਂ ਕੀ ਨਿਕਲਣਾ ਚਾਹੀਦਾ? ਧੰਨਵਾਦ। ਆਪਣੇ ਸੈਲੇਟਰ ਦਾ ਧੰਨਵਾਦ ਕਰਿਆ ਕਰੋ ਕਿ ਧੰਨਵਾਦ ਮੈਨੂੰ ਵਚਨ ਸਿਖਾਉਣ ਵਾਸਤੇ, ਧੰਨਵਾਦ ਚਰਚਾਂ ਵਾਸਤੇ। ਅੱਜ ਕੱਲ੍ਹ ਦੇ ਜ਼ਮਾਨੇ ਵਿੱਚ ਸਾਨੂੰ ਇੱਕ ਦੂਜੇ ਦਾ ਵੀ ਧੰਨਵਾਦ ਕਰਨਾ ਚਾਹੀਦਾ। ਧੰਨਵਾਦ ਹੈ ਭਾਈ ਚਰਚ ਦਾ, ਇਹ ਹਿੰਮਤਾਂ ਦਿਖਾਈ। ਇੰਨੇ ਲੋਕ ਤਾਂ ਚਰਚ ਆਉਣਾ ਵੀ ਨਹੀਂ ਚਾਹੁੰਦੇ, ਇਹ ਵੀ ਇੱਕ ਧੰਨਵਾਦ ਦਾ ਕਾਰਨ ਹੈ। ਪ੍ਰੇਜ਼ ਦ ਲਾਰਡ। So this different life God has called us to. ਨਾ ਨਿਰਲਜਤਾ, ਨਾ ਮੂਰਤਾ ਦੀ ਗੱਲਬਾਤ, ਨਾ ਠੱਠੇ ਦੀ, ਕਿਉਂਕਿ ਇਹ ਗੱਲਾਂ ਸ਼ੋਭਾ ਨਹੀਂ ਦਿੰਦੀਆਂ। ਇਹ ਪਰਮੇਸ਼ਵਰ ਦੇ ਜੀਵਨ ਦੇ ਨਾਲ ਮੇਲ ਨਹੀਂ ਖਾਂਦੀਆਂ। ਪਰ ਸਿਰਫ ਧੰਨਵਾਦ ਸੁਣਿਆ ਜਾਵੇ। ਪੜੋਸੀ ਨੂੰ ਬੋਲੋ ਧੰਨਵਾਦ ਸੁਣਿਆ ਜਾਵੇ। ਸਿਰਫ ਧੰਨਵਾਦ ਸੁਣਿਆ ਜਾਵੇ। ਕੀ ਸੁਣਿਆ ਜਾਵੇ? ਧੰਨਵਾਦ। ਪਰਮੇਸ਼ਵਰ ਤੁਹਾਡਾ ਧੰਨਵਾਦ। ਇਹ ਨਹੀਂ ਆ ਕਿ ਪਰਮੇਸ਼ਵਰ ਮੇਰੀ ਜ਼ਿੰਦਗੀ ਕਦੋਂ ਬਦਲੇਗੀ। ਇਹ ਤਾਂ ਬੋਲੋ ਪਰਮੇਸ਼ਵਰ ਤੁਹਾਡਾ ਧੰਨਵਾਦ। ਕਾਰੋਬਾਰ ਵਾਸਤੇ ਧੰਨਵਾਦ, ਫੈਮਿਲੀ ਵਾਸਤੇ ਧੰਨਵਾਦ, ਬੱਚਿਆਂ ਵਾਸਤੇ ਧੰਨਵਾਦ। ਹਾਲੇਲੂਇਆ। ਕੀ ਤੁਸੀਂ ਸਮਝ ਰਹੇ ਹੋ? ਅਗਲਾ, ਲੇਕਿਨ ਇੱਥੇ ਵਚਨ ਥੋੜਾ ਟਫ ਹੋ ਰਿਹਾ, ਥੋੜਾ ਜਿਹਾ ਟਫ। ਹੁਣ ਤੱਕ ਤਾਂ ਚੰਗਾ ਸੀ, ਲੇਕਿਨ ਅੱਗੇ ਥੋੜਾ ਜਿਹਾ ਟਫ ਹੈ। ਲਿਖਿਆ, ਕਿਉਂਕਿ ਤੁਸੀਂ ਜਾਣਦੇ ਹੋ ਕਿ ਕਿਸੇ ਵਿਅਭਿਚਾਰੀ ਜਾਂ ਅਸ਼ੁੱਧ ਜਨ ਜਾਂ ਲਾਲਚੀ ਇਨਸਾਨ ਦੀ ਉਹ ਮੂਰਤੀ ਪੂਜਾ ਦੇ ਬਰਾਬਰ ਹੈ। ਤਾਂ ਉਹ ਦੱਸ ਰਿਹਾ ਕਿ ਅਗਰ ਤੁਸੀਂ ਵਿਅਭਿਚਾਰ ਕਰ ਰਹੇ ਹੋ ਤਾਂ ਤੁਸੀਂ ਮੂਰਤੀ ਪੂਜਾ ਕਰ ਰਹੇ ਹੋ। ਉਹ ਦੱਸ ਰਿਹਾ ਕਿ ਅਗਰ ਤੁਸੀਂ ਅਸ਼ੁੱਧ ਹੈ ਤਾਂ ਤੁਸੀਂ ਮੂਰਤੀ ਪੂਜਾ ਕਰ ਰਹੇ ਹੋ। ਜਦੋਂ ਤੁਸੀਂ ਲਾਲਚ ਕਰ ਰਹੇ ਹੋ ਤੁਸੀਂ ਮੂਰਤੀ ਪੂਜਾ ਕਰ ਰਹੇ ਹੋ। ਤਾਂ ਇਹ ਨਾ ਸੋਚੋ ਕਿ ਅਗਰ ਤੁਹਾਡੇ ਘਰ ਕੋਈ ਮੂਰਤੀ ਨਹੀਂ ਹੈ ਤਾਂ ਤੁਸੀਂ ਮੂਰਤੀ ਪੂਜਕ ਨਹੀਂ ਹੈ। ਅਗਰ ਤੁਸੀਂ ਇਹ ਚੀਜ਼ਾਂ ਵੀ ਕਰ ਰਹੇ ਹੋ ਤਾਂ ਬਾਈਬਲ ਦੇ ਅਨੁਸਾਰ ਤੁਸੀਂ ਕੀ ਹੋ? ਮੂਰਤੀ ਪੂਜਕ। ਤਾਂ ਇਹ ਨਾ ਕਹੋ ਕਿ ਨਹੀਂ ਅਸੀਂ ਮੂਰਤੀ ਦੇ ਸਾਹਮਣੇ ਨਹੀਂ ਝੁਕਦੇ। ਅਗਰ ਮੈਂ ਕਹਿੰਦਾ ਤੁਸੀਂ ਇਹ ਵੀ ਕਰਦੇ ਹੋ ਤਾਂ ਇਹ ਵੀ ਮੂਰਤੀ ਹੈ। ਉਹ ਦੱਸ ਰਿਹਾ ਕਿ ਤੁਹਾਡੇ ਕੋਲ ਅਜੇ ਵੀ ਮੂਰਤੀ ਆ, ਕਿਉਂਕਿ ਤੁਸੀਂ ਜਾਣਦੇ ਹੋ ਕਿਸੇ ਵੀ ਵਿਅਭਿਚਾਰੀ, ਅਸ਼ੁੱਧ ਜਾਂ ਲੋਭੀ ਇਨਸਾਨ ਦੀ ਜਿਹੜੀ ਮੂਰਤੀ ਪੂਜਾ ਦੇ ਬਰਾਬਰ ਹੈ। ਪਰਮੇਸ਼ਵਰ ਨੂੰ ਮੂਰਤੀ ਪੂਜਾ ਨਾਲ ਨਫ਼ਰਤ ਹੈ। ਪਰਮੇਸ਼ਵਰ ਨੇ ਆਪਣੇ ਵਚਨਾਂ ਵਿੱਚ ਸਾਫ਼-ਸਾਫ਼ ਕਿਹਾ ਕਿ ਮੇਰੀ ਕੋਈ ਵੀ ਮੂਰਤੀ ਨਹੀਂ ਬਣਾਣੀ, ਚਾਹੇ ਯੀਸ਼ੂ ਮਸੀਹ ਦੀ ਕਿਉਂ ਨਾ ਹੋਵੇ। ਕਈ ਲੋਕ ਕਹਿੰਦੇ ਸਾਡੇ ਘਰ ਯੀਸ਼ੂ ਮਸੀਹ ਦੀ ਮੂਰਤੀ ਹੈ, ਮੈਂ ਉਹਨੂੰ ਕਹਿੰਦਾ ਤੁਸੀਂ ਕਿਉਂ ਰੱਖੀ? ਕਿ ਯੀਸ਼ੂ ਮਸੀਹ ਨੇ ਤੁਹਾਨੂੰ ਕਿਹਾ? ਕਈ ਲੋਕ ਕਹਿੰਦੇ ਅਸੀਂ ਸਵੇਰੇ ਉੱਤੇ ਫੁੱਲ ਚੜਾਉਂਦੇ ਹਾਂ, ਔਰ ਮੈਂ ਕਹਿੰਦਾ ਕਿਉਂ ਚੜਾਉਂਦੇ ਹਾਂ? ਯੀਸ਼ੂ ਮਸੀਹ ਤੱਕ ਦਾ ਫੋਟੋ ਅਲਾਉਡ ਨਹੀਂ ਹੈ। ਅਗਰ ਮੰਨ ਲਓ ਤੁਸੀਂ ਫੋਟੋ ਲਗਾ ਵੀ ਲਈ ਆ, ਪਰ ਉਹਦੇ ਸਾਹਮਣੇ ਮੋਮਬੱਤੀ ਨਹੀਂ ਜਲਾਣੀ। ਔਰ ਕਈ ਲੋਕ ਕਹਿੰਦੇ ਆ ਚਲੋ ਠੀਕ ਹੈ ਪਾਸਟਰ ਜੀ ਅਸੀਂ ਚਾਈਨੀਜ਼ ਲਾਈਟ ਜਗਾਵਾਂਗੇ। ਮੈਂ ਕਹਿੰਦਾ ਉਹ ਵੀ ਨਹੀਂ ਜਗਾ ਸਕਦੇ। ਤੁਸੀਂ ਜਾਣਦੇ ਆ ਨਾ ਕੁਝ ਲੋਕ ਜ਼ਿਆਦਾ ਹੀ ਸਿਆਣੇ ਹੁੰਦੇ ਆਪਣੇ ਆਪ ਦੇ ਵਿੱਚ, ਉਹ ਬਹੁਤ ਜ਼ਿਆਦਾ ਸਿਆਣੇ ਹੁੰਦੇ ਆ। ਪ੍ਰੇਜ਼ ਦ ਲਾਰਡ। ਹਾਲੇਲੂਇਆ। ਉਹ ਬੋਲੇ ਆ ਕਿ ਪਾਸਟਰ ਨੇ ਮੋਮਬੱਤੀ ਜਲਾਉਣ ਤੋਂ ਮਨਾ ਕੀਤਾ। ਭਾਈ ਚਾਈਨੀਜ਼ ਲਾਈਟ ਲਗਾਉਣ ਤੋਂ ਥੋੜੀ ਮਨਾ ਕੀਤਾ, ਉਹ ਵੀ ਮਨਾ ਹੈ। ਹਾਲੇਲੂਇਆ। ਕਿਉਂਕਿ ਤੁਸੀਂ ਜਾਣਦੇ ਹੋ ਕਿ ਕਿਸੇ ਵਿਅਭਿਚਾਰੀ ਇਨਸਾਨ ਦੀ ਜਾਂ ਅਸ਼ੁੱਧ ਮਨੁੱਖਿਆ ਦੀ ਜਾਂ ਲੋਭੀ ਇਨਸਾਨ ਦੀ ਜੋ ਮੂਰਤੀ ਪੂਜਾ ਦੇ ਬਰਾਬਰ ਹੈ, ਮਸੀਹ ਵਿੱਚ ਜਾਂ ਪਰਮੇਸ਼ਵਰ ਦੇ ਰਾਜ ਵਿੱਚ ਕੋਈ ਵੀ ਵਿਰਾਸਤ ਨਹੀਂ ਹੈ। ਕੋਈ ਵੀ ਨਹੀਂ ਹੈ, ਇੱਕ ਬੂੰਦ ਵੀ ਨਹੀਂ ਹੈ, ਇੱਕ ਬੂੰਦ ਵੀ ਨਹੀਂ ਹੈ, ਇੱਕ ਬੂੰਦ। ਕੋਈ ਵੀ ਇੱਕ ਪੈਸਾ ਵੀ ਤੁਹਾਨੂੰ ਨਹੀਂ ਮਿਲੇਗਾ, ਸਵਰਗ ਨਹੀਂ ਮਿਲੇਗਾ। ਬਾਕੀ ਗੱਲਾਂ ਤਾਂ ਛੱਡ ਦੋ। ਤਾਂ ਇਹ ਕਦੇ ਵੀ ਨਾ ਸੋਚੋ ਕਿ ਅਸੀਂ ਵਿਚਾਰ ਕਰਾਂਗੇ। ਇੱਕ ਮੇਰੀ ਪਤਨੀ ਘਰ ਵਾ, ਦੋ ਬਾਹਰ ਹੈ। ਅਸ਼ੁੱਧ ਜਨ ਜਾਂ ਲੋਭੀ ਇਨਸਾਨ। ਲੋਭੀ ਕੀ ਹੈ? ਜਿਹੜਾ ਦੂਸਰਿਆਂ ਨਾਲ ਹਮੇਸ਼ਾ ਨਫ਼ਰਤ ਕਰਦਾ ਕਿ ਲਓ ਜੀ ਹਾਂ ਉਹਨੂੰ ਸੁੰਦਰ ਪਤਨੀ ਮਿਲੀ ਆ ਔਰ ਮੇਰੇ ਵਾਲੀ ਕਾਲੀ ਆ, ਤੁਸੀਂ ਲੋਭੀ ਹੋ। ਦੂਜਿਆਂ ਦੇ ਸੋਹਣੇ ਕੱਪੜੇ ਦੇਖ ਕੇ ਉਹ ਹਮੇਸ਼ਾ ਆਪਣੇ ਮਨ ਵਿੱਚ ਇਹ ਸੋਚਦਾ
ਉਹ ਲਾਲਚੀ ਆ, ਲਾਲਚੀ। ਪ੍ਰੇਜ਼ ਦ ਲਾਰਡ। ਔਰ ਬਾਈਬਲ ਕੀ ਕਹਿ ਰਹੀ ਆ ਕਿ ਇਹ ਸਾਰੀਆਂ ਚੀਜ਼ਾਂ ਕਿਹਦੇ ਬਰਾਬਰ ਹੈ? ਮੂਰਤੀ ਪੂਜਾ ਦੇ ਬਰਾਬਰ ਹੈ। ਨੈਕਸਟ, ਅਜੇ ਮੇਰਾ ਟਾਈਟਲ ਨਹੀਂ ਆਇਆ, ਇਸ ਕਰਕੇ ਮੈਂ ਪੜ੍ਹੀ ਜਾ ਰਿਹਾ। ਟਾਈਟਲ ਆਊਗਾ ਤਾਂ ਸ਼ਾਇਦ ਰੁਕ ਜਾਊਂਗਾ। ਦਿਸ ਇਜ਼ ਬਿਊਟੀਫੁਲ। ਕੋਈ ਤੁਹਾਨੂੰ ਵਿਅਰਥ ਗੱਲਾਂ ਨਾਲ ਧੋਖਾ ਨਾ ਦੇਵੇ। ਇਹਨੂੰ ਆਪਾਂ AMC ਵਿੱਚ ਦੇਖ ਸਕਦੇ ਹਾਂ। ਮੈਂ ਤੁਹਾਨੂੰ ਕੁਝ ਦਿਖਾਣਾ ਚਾਹੁੰਦਾ, ਜਿਹੜਾ ਮੈਂ ਤੁਹਾਨੂੰ ਹੁਣੀ ਕਿਹਾ ਨਾ, ਮੋਮਬੱਤੀ ਨਾ ਜਲਾਓ ਔਰ ਚਾਈਨੀਜ਼ ਲਾਈਟ ਵੀ ਨਾ ਜਲਾਓ। ਔਰ ਤੁਸੀਂ ਸੋਚਦੇ ਆ ਯਾਰ ਪਾਸਟਰ ਦਾ ਕਿਉਂ ਸੋਚਦੇ ਆ? ਵਚਨ ਦੇ ਵਿੱਚੋਂ ਮੇਰੇ ਅੰਦਰ ਸੋਚ ਆਈ ਆ। ਮੈਨੂੰ ਤੁਹਾਨੂੰ ਮਿਲਣ ਦੀ ਜ਼ਰੂਰਤ ਨਹੀਂ ਆ, ਮੈਂ ਵਚਨ ਦੇ ਨਾਲ ਤੁਹਾਨੂੰ ਜਾਣ ਸਕਦਾ। ਤੁਸੀਂ ਸੋਚਦੇ ਆ ਯਾਰ ਪਾਸਟਰ ਨੂੰ ਕਿੱਦਾਂ ਪਤਾ ਲੱਗਦਾ? ਵਚਨ ਦੇ ਵਿੱਚੋਂ ਮੈਂ ਤੁਹਾਨੂੰ ਦਿਖਾਊਂਗਾ ਮੈਨੂੰ ਕਿੱਦਾਂ ਪਤਾ ਲੱਗਦਾ ਵਚਨ ਦੇ ਵਿੱਚ। ਕਿਉਂ ਮੈਂ ਆਪਣੀਆਂ ਗੱਲਾਂ ਵਿੱਚੋਂ ਇਹਦੇ ਨਾਲ ਦੂਜੀ ਗੱਲ ਬੋਲ ਸਕਦਾ। ਕਿ ਕੋਈ ਵੀ ਤੁਹਾਨੂੰ ਆਪਣੀਆਂ ਗੱਲਾਂ ਵਿੱਚ ਧੋਖਾ ਨਾ ਦੇਵੇ, ਆਪਣੀਆਂ ਗੱਲਾਂ ਵਿੱਚ ਨਾ ਫਸਾਵੇ, ਖਾਲੀ ਬੇਕਾਰ ਦੇ ਬਹਾਨਿਆਂ ਦੇ ਨਾਲ ਜਾਂ ਬਿਨਾਂ ਗੱਲ ਦੇ ਆਰਗੂਮੈਂਟ ਦੇ ਨਾਲ। ਫॉर these sins, ਇਹਨਾਂ ਪਾਪਾਂ ਦੇ ਵਿਸ਼ੇ ਵਿੱਚ। ਸਮਝ ਆ ਰਿਹਾ ਤੁਹਾਨੂੰ? ਕਿਉਂਕਿ ਕੁਝ ਲੋਕ ਕੀ ਕਰਦੇ ਆ, ਇਹਨਾਂ ਪਾਪਾਂ ਨੂੰ ਡਾਇਲੂਟ ਕਰ ਦਿੰਦੇ ਆ। ਉਹ ਕਹਿੰਦੇ ਆ ਨਹੀਂ ਨਹੀਂ ਚੱਲਦਾ। ਸਮਝ ਆ ਰਿਹਾ ਮੈਂ ਤੁਹਾਨੂੰ ਕੀ ਕਿਹਾ? ਉਹ ਕਹਿੰਦਾ ਇਹਨਾਂ ਚੀਜ਼ਾਂ ਦੇ ਵਿਸ਼ੇ ਦੇ ਵਿੱਚ ਕੋਈ ਤੁਹਾਨੂੰ ਧੋਖਾ ਨਾ ਦੇਵੇ। ਕਈ ਬੰਦੇ ਕਹਿੰਦੇ ਨਹੀਂ ਹੋਮੋਸੈਕਸੁਅਲਿਟੀ ਚੱਲਦੀ ਆ। ਨਹੀਂ ਚੱਲਦੀ। ਕਦੀ ਤਾਂ ਬੈਠ ਕੇ ਪਾਸਟਰ ਦੀਆਂ ਕਿਵੇਂ ਕੱਢ ਸਕਦੇ ਆ? ਨਹੀਂ ਕੱਢ ਸਕਦੇ। ਪ੍ਰੇਜ਼ ਦ ਲਾਰਡ, ਹਾਲੇਲੂਇਆ। ਸਮਝ ਨਹੀਂ? ਕੁਝ ਲੋਕ ਧੋਖਾ ਦੇਣ ਆਂਦੇ ਆ। ਉਹ ਕਹਿੰਦੇ ਆ ਚੱਲਦਾ ਭਾਈ, ਥੋੜਾ ਬਹੁਤਾ ਤਾਂ ਚੱਲਦਾ। ਇਹ ਥੋੜੀ ਆ ਤੂੰ ਪੂਰਾ ਹੀ ਸੰਤ ਬਣ ਜਾਊਗਾ, ਥੋੜਾ ਬਹੁਤਾ ਤਾਂ ਚੱਲਦਾ। ਭਾਈ ਨਹੀਂ ਚੱਲਦਾ। ਤੈਨੂੰ ਜ਼ਿਆਦਾ ਚਰਚ ਵਿੱਚ ਵਚਨ ਸਮਝ ਆਉਂਦਾ ਵਾ, ਉਹ ਛੱਡ ਪਰੇ ਰੈਪਸੋਡੀ ਵੰਡਣ ਨੂੰ। ਚੱਲ ਆਪਾਂ ਚੱਲਦੇ ਆ, ਚੱਲ ਆਪਾਂ ਘੁੰਮ ਕੇ ਆਨੇ ਆ। ਉਹ ਨਹੀਂ ਭਾਈ, ਧੋਖਾ ਨਾ ਖਾਓ। ਏਦਾਂ ਦੇ ਲੋਕ ਕੀ ਕਰਦੇ ਆ? ਪਾਪ ਨੂੰ ਚੰਗੀ ਤਰ੍ਹਾਂ ਪ੍ਰੈਜ਼ੈਂਟ ਕਰਦੇ ਆ। ਪ੍ਰੇਜ਼ ਦ ਲਾਰਡ, ਹਾਲੇਲੂਇਆ। ਕਈ ਲੋਕ ਕਹਿੰਦੇ ਆ ਕੋਈ ਨਹੀਂ ਮਸੀਹ ਵਿੱਚ ਦਾਰੂ ਪੀ ਲਓ। ਤੇ ਯਿਸੂ ਮਸੀਹ ਨੇ ਵੀ ਦਾਰੂ ਬਣਾਈ ਸੀ, ਮੈਂ ਬਣਾਈ ਸੀ। ਲੇਕਿਨ ਮੇਰਾ ਸਵਾਲ ਹੈ ਕਿ ਉਹਨੇ ਪੀਤੀ ਸੀ? ਸੁਣ ਰਹੇ ਨਾ ਤੁਸੀਂ? ਕਿਉਂਕਿ ਮੇਰੇ ਕੋਲ ਆਪਣਾ ਦਿਮਾਗ ਹੈ। ਕਿਉਂ ਕਹਿੰਦੇ ਯਿਸੂ ਮਸੀਹ ਨੇ ਬਣਾਈ, ਲੇਕਿਨ ਮੈਂ ਪੁੱਛਦਾ ਉਹਨੇ ਕੀ ਪੀਤੀ ਆ? ਅਗਰ ਉਹਨੇ ਪੀਤੀ ਆ ਫੇਰ ਤੁਸੀਂ ਗੱਲ ਕਰੋ ਭਾਈ। ਪ੍ਰੇਜ਼ ਦ ਲਾਰਡ, ਹਾਲੇਲੂਇਆ। ਸਮਝ ਆ ਰਿਹਾ ਤੁਹਾਨੂੰ? ਲੋਕ ਕੀ ਕਰਦੇ ਆ? ਧੋਖਾ ਦਿੰਦੇ ਆ। ਕਿਉਂਕਿ ਕੁਝ ਲੋਕ ਕੀ ਆ, ਉਹ ਕੀ ਕਹਿੰਦੇ ਆ ਤੁਸੀਂ ਕ੍ਰਾਈਸਟ ਮੈਸੇਜ ਵਿੱਚ ਕਿਉਂ ਨਹੀਂ ਆਉਂਦੇ? ਉਹ ਕਹਿੰਦੇ ਨਹੀਂ ਭਾਈ ਇੱਥੇ ਕਬਰਿਸਤਾਨ ਨਹੀਂ ਹੈ। ਮੈਂ ਉਹਨਾਂ ਨੂੰ ਕਿਹਾ ਭਾਈ ਅਸੀਂ ਰੈਪਚਰ ਦੀ ਤਿਆਰੀ ਕਰ ਰਹੇ ਹਾਂ ਔਰ ਤੁਸੀਂ ਕਬਰਿਸਤਾਨ ਦੀ ਗੱਲ ਕਰ ਰਹੇ ਹੋ। ਉਹ ਕਹਿੰਦੇ ਨਹੀਂ ਭਾਈ ਕਬਰਿਸਤਾਨ। ਔਰ ਮੈਂ ਕਹਿੰਦਾ ਅੱਛਾ ਕਬਰਿਸਤਾਨ ਜ਼ਰੂਰੀ ਹੈ? ਚਲੋ ਠੀਕ ਹੈ ਭਾਈ ਤੁਸੀਂ ਜਾਓ, ਸਾਨੂੰ ਛੱਡ ਦਿਓ। ਕਿਉਂਕਿ ਕਿਸੇ ਸ਼ਾਇਰ ਨੇ ਕਿਹਾ ਕਿ ਜਿਹੜੀ ਗਲੀ ਜਾਣੇ ਨਹੀਂ ਉਸ ਗਲੀ ਦਾ ਰਸਤਾ ਵੀ ਕਿਉਂ ਪਤਾ ਕਰਨਾ ਭਾਈ। ਮੈਂ ਕਬਰਿਸਤਾਨ ਨਹੀਂ ਜਾਣਾ ਭਾਈ, ਉਹ ਮੈਂ ਤਾਂ ਰੈਪਚਰ ਦੀ ਸੋਚ ਰਿਹਾ। ਔਰ ਤੁਹਾਡੇ ਕੋਲ ਕੋਈ ਪੁੱਛੇ ਕਿ ਤੁਹਾਡੇ ਕੋਲ ਕੋਈ ਕਬਰਿਸਤਾਨ ਹੈਗਾ, ਤੁਸੀਂ ਬੋਲੋ ਜਿੱਦਣ ਮਰਾਂਗੇ ਭਾਈ ਤੁਹਾਨੂੰ ਦਿਖਾ ਦਵਾਂਗੇ। ਭਾਈ ਜਦੋਂ ਬਿਮਾਰ ਹੀ ਨਹੀਂ ਹੈ ਤਾਂ ਡਾਕਟਰ ਦੇ ਕੋਲ ਕੌਣ ਜਾਂਦਾ? ਸਮਝ ਗਏ? ਉਹਨੂੰ ਕਹੋ ਭਾਈ ਤੁਹਾਡੇ ਕੋਲ ਕਬਰਿਸਤਾਨ ਨਹੀਂ ਹੈ। ਅੱਛਾ ਚਲੋ ਕੋਈ ਨਹੀਂ, ਜਦੋਂ ਮਰੋਗੇ ਨਾ ਫੋਨ ਕਰ ਦਿਓ, ਅਸੀਂ ਤੁਹਾਨੂੰ ਲੈ ਜਾਵਾਂਗੇ। ਇਹ ਵੀ ਇੱਕ ਰਿਕੁਆਇਰਮੈਂਟ ਹੈ ਕਬਰਿਸਤਾਨ ਦੇ ਕੋਲ। ਭਾਈ ਪਰਮੇਸ਼ਰ ਨੇ ਤੁਹਾਨੂੰ ਜੀਵਨ ਦਿੱਤਾ ਵਾ ਜੀਉਣ ਵਾਸਤੇ, ਔਰ ਇਹ ਕਿਹਦੇ ਵਾਸਤੇ ਜੀ ਰਹੇ ਆ? ਕਬਰਿਸਤਾਨ ਵਾਸਤੇ। ਪ੍ਰੇਜ਼ ਦ ਲਾਰਡ। ਔਰ ਅਗਰ ਤੁਹਾਨੂੰ ਕੋਈ ਪੁੱਛੇ ਕਿ ਕਬਰਿਸਤਾਨ ਹੈ, ਤੁਸੀਂ ਬੋਲੋ ਜਦੋਂ ਮਰੂਗੇ ਨਾ ਸਾਨੂੰ ਦੱਸ ਦਿਓ, ਅਸੀਂ ਤੁਹਾਨੂੰ ਲੈ ਜਾਵਾਂਗੇ ਭਾਈ। ਸਮਝ ਰਹੇ ਨਾ ਤੁਸੀਂ? ਕਿ ਕੋਈ ਤੁਹਾਨੂੰ ਧੋਖਾ ਨਾ ਦੇਵੇ ਭਾਈ। ਪ੍ਰੇਜ਼ ਦ ਲਾਰਡ। ਕੋਈ ਇਹ ਨਾ ਕਹੇ ਭਾਈ ਕਿ ਚਰਚ ਵਿੱਚ ਸਭ ਤੋਂ ਜ਼ਰੂਰੀ ਕੀ ਆ? ਕਬਰਿਸਤਾਨ। ਹਾਲੇਲੂਇਆ। ਕੋਈ ਵੀ ਤੁਹਾਨੂੰ ਵਿਅਰਥ ਗੱਲਾਂ ਵਿੱਚ ਧੋਖਾ ਨਾ ਦੇਵੇ। ਧੋਖਾ ਤਾਂ ਨਹੀਂ ਖਾਓਗੇ ਨਾ? ਸਭ ਤੋਂ ਵੱਡਾ ਔਰ ਜ਼ਰੂਰੀ ਕੀ ਆ? ਕਬਰਿਸਤਾਨ। ਭਾਈ ਸਭ ਤੋਂ ਜ਼ਰੂਰੀ ਕੀ ਆ? ਰੈਪਚਰ। ਪ੍ਰੇਜ਼ ਦ ਲਾਰਡ। ਕਿਉਂਕਿ ਇਹਨਾਂ ਗੱਲਾਂ ਦੇ ਕਾਰਨ ਪਰਮੇਸ਼ਰ ਦਾ ਕ੍ਰੋਧ ਆਗਿਆ ਨਾ ਮੰਨਣ ਵਾਲਿਆਂ ਦੇ ਉੱਪਰ ਭੜਕਦਾ। ਪ੍ਰੇਮੀ ਪਰਮੇਸ਼ਰ ਦਾ ਕ੍ਰੋਧ ਭੜਕਦਾ। ਔਰ ਮੈਂ ਕਹਿੰਦਾ ਭਾਈ ਕਿਹੜਾ ਜਾਏਗਾ ਇਸ ਝੰਜੜ ਦੇ ਵਿੱਚ? ਬਹੁਤ ਵੱਡੀ ਗੱਲ ਹੈ ਨਾ। ਉਹ ਪਰਮੇਸ਼ਰ ਜਿਹੜਾ ਪ੍ਰੇਮ ਹੈ ਔਰ ਜਿਹੜਾ ਪ੍ਰੇਮ ਕਰਦਾ, ਜਿਹੜਾ ਸਾਨੂੰ ਪ੍ਰੇਮ ਕਰਨ ਵਾਸਤੇ ਕਹਿ ਰਿਹਾ, ਕੀ ਕਹਿ ਰਿਹਾ ਕਿ ਉਹਦਾ ਕ੍ਰੋਧ ਭੜਕਦਾ। ਤਾਂ ਮੈਂ ਉਹ ਕੰਮ ਕਿਉਂ ਕਰਾਂ, ਉਹ ਜੀਵਨ ਨੂੰ ਕਿਉਂ ਜੀਆਂ ਜਿੱਥੋਂ ਮੈਂ ਪਰਮੇਸ਼ਰ ਦੇ ਕ੍ਰੋਧ ਨੂੰ ਆਪਣੇ ਜੀਵਨ ਦੇ ਵਿੱਚ ਲੈ ਆਵਾਂ? ਕਿਉਂਕਿ ਬਹੁਤ ਸਾਰੇ ਲੋਕਾਂ ਨੂੰ ਨਹੀਂ ਪਤਾ ਕਿ ਉਹਨਾਂ ਦੀ ਜ਼ਿੰਦਗੀ ਇਹਨਾਂ ਕੰਮਾਂ ਵਾਸਤੇ ਖਰਾਬ ਹੋ ਜਾਂਦੀ ਆ ਜਿਹੜੇ ਉਹ ਕੰਮ ਕਰਦੇ ਆ। ਤਾਂ ਹੀ ਇਹ ਜਗ੍ਹਾ ਲਿਖਿਆ ਕਿ ਇਹਨਾਂ ਕੰਮਾਂ ਦੇ ਕਾਰਨ ਪਰਮੇਸ਼ਰ ਦਾ ਕ੍ਰੋਧ ਆਗਿਆ ਨਾ ਮੰਨਣ ਵਾਲਿਆਂ ਦੇ ਉੱਪਰ ਭੜਕਦਾ। ਤਾਂ ਮੈਂ ਪਰਮੇਸ਼ਰ ਨੂੰ ਕਿਉਂ ਭੜਕਾਵਾਂ ਭਾਈ? ਪ੍ਰੇਜ਼ ਦ ਲਾਰਡ। ਪੜੋਸੀ ਨੂੰ ਬੋਲੋ ਪਰਮੇਸ਼ਰ ਨੂੰ ਨਾ ਭੜਕਾਓ। ਕਿਉਂਕਿ ਕੁਝ ਲੋਕ ਸਵੇਰੇ ਉੱਠਦੇ ਹੀ ਪਰਮੇਸ਼ਰ ਨੂੰ ਭੜਕਾਉਣਾ ਸ਼ੁਰੂ ਕਰ ਦਿੰਦੇ ਆ। ਉਹਨਾਂ ਦੇ ਜੀਣ ਦਾ ਤਰੀਕਾ ਹੀ ਇਦਾਂ ਦਾ ਵਾ। ਸਤਵਾਂ, ਇਸ ਲਈ ਤੁਸੀਂ ਉਹਨਾਂ ਦੇ ਸਹਿਭਾਗੀ ਨਾ ਹੋਵੋ। ਚਲੋ ਆਪਾਂ ਪੜ੍ਹਦੇ ਹਾਂ ਪਹਿਲਾ ਕੁਰਿੰਥੀਓ
ਦੂਜਾ ਅਧਿਆਇ 15ਵਾਂ ਵਚਨ AMC ਲਿਖਿਆ, ਆਤਮਿਕ ਜਨ ਸਭ ਕੁਝ ਜਾਂਚ ਲੈਂਦਾ ਪਰ ਉਹ ਕਿਸੇ ਦੇ ਕੋਲੋਂ ਜਾਂਚਿਆ ਨਹੀਂ ਜਾਂਦਾ। ਅਗਰ ਤੁਹਾਨੂੰ ਇਹ ਸਮਝ ਨਹੀਂ ਆਇਆ ਤਾਂ ਦੁਬਾਰਾ ਪੜ੍ਹ ਲਓ। ਆਤਮਿਕ ਜਨ ਸਭ ਕੁਝ ਜਾਂਚਦਾ ਪਰ ਉਹ ਆਪ ਕਿਸੇ ਤੋਂ ਜਾਂਚਿਆ ਨਹੀਂ ਜਾਂਦਾ। ਆਤਮਿਕ ਜਨ, ਅਗਰ ਤੁਹਾਨੂੰ ਨਹੀਂ ਸਮਝ ਆਇਆ ਤਾਂ ਆਪਾਂ ਨੂੰ ਹੋਰ AMPC ਚ ਦੇਖਦੇ ਹਾਂ। ਬਟ ਦਾ ਸਪਿਰਚੁਅਲ ਮੈਨ ਟਰਾਈਜ਼ ਆਲ ਥਿੰਗਸ। ਆਤਮਿਕ ਵਿਅਕਤੀ ਸਾਰੀਆਂ ਗੱਲਾਂ ਦੀ ਜਾਂਚ ਕਰਦਾ, ਉਹ ਪ੍ਰੀਖਿਆ ਕਰਦਾ, ਇਨਵੈਸਟੀਗੇਟ ਕਰਦਾ, ਉਹ ਜਾਣਕਾਰੀ ਲੈਂਦਾ, ਉਹ ਸਵਾਲ ਪੁੱਛਦਾ, ਉਹ ਸਾਰੀਆਂ ਗੱਲਾਂ ਦਾ ਭੇਦ ਸਮਝਦਾ, ਪਰ ਕਿਸੇ ਦੇ ਦੁਆਰਾ ਵੀ ਉਹਦਾ ਨਿਆਂ ਨਹੀਂ ਕੀਤਾ ਜਾ ਸਕਦਾ। ਤੁਸੀਂ ਉੱਥੇ ਬੈਠ ਕੇ ਮੇਰਾ ਨਿਆਂ ਨਹੀਂ ਕਰ ਸਕਦੇ। ਤੁਹਾਡੇ ਕੋਲ ਇਹ ਪੁੱਛਣ ਦਾ ਹੱਕ ਨਹੀਂ ਹੈ ਕਿ ਮੈਂ ਕਿਉਂ ਔਰ ਕਿੱਦਾਂ ਕੀਤਾ। ਸੋ ਕੀਪ ਯੂਰ ਪੀਸ। ਪ੍ਰੇਜ਼ ਦ ਲਾਰਡ। He can read the meaning of everything. ਉਹ ਸਾਰੀਆਂ ਗੱਲਾਂ ਦਾ ਅਰਥ ਸਮਝ ਸਕਦਾ, ਪਰ ਕੋਈ ਵੀ ਉਹਨੂੰ ਅੱਛੇ ਤਰੀਕੇ ਨਾਲ, ਚੰਗੇ ਤਰੀਕੇ ਨਾਲ ਜਾਂਚ ਪਰਖ ਨਹੀਂ ਸਕਦਾ। ਮੈਂ ਤੁਹਾਨੂੰ ਸਮਝ ਸਕਦਾ। ਉਹ ਕਮ ਔਨ, ਕਿਉਂਕਿ ਤੁਸੀਂ ਮੇਰੇ ਮੈਂਬਰ ਹੋ। ਪ੍ਰੇਜ਼ ਦ ਲਾਰਡ। ਕਿਉਂਕਿ ਮੈਂ ਤੁਹਾਡਾ ਪਾਸਟਰ ਹਾਂ। ਮੈਂ ਤੁਹਾਡੀ ਪੂਰੀ ਜ਼ਿੰਦਗੀ ਨੂੰ ਸਮਝ ਸਕਦਾ 1 ਸੈਕਿੰਡ ਦੇ ਵਿੱਚ। ਇੱਥੇ ਲਿਖਿਆ, ਪਰ ਤੁਹਾਨੂੰ ਨਹੀਂ ਸਮਝ ਲੱਗੇਗਾ ਕਿ ਮੈਂ ਕੌਣ ਹਾਂ। ਸੋ ਡੋਂਟ ਗਿਵ ਯੋਰਸੈਲਫ ਦੈਟ ਰਾਈਟ। ਭਾਈ ਮੈਨੂੰ ਸਮਝ ਆਉਂਦਾ ਵਾ ਕਿ ਪਾਸਟਰ ਕੀ ਸੋਚਦੇ ਆ। ਤੁਸੀਂ ਕਿਹੜੀ ਬਾਈਬਲ ਪੜ੍ਹ ਕੇ ਆਂਦੀ ਭਾਈ? ਇਹ ਤੁਹਾਡਾ ਸਟੇਟਮੈਂਟ ਦੱਸਦਾ ਕਿ ਤੁਹਾਨੂੰ ਕੁਝ ਵੀ ਸਮਝ ਨਹੀਂ ਆਉਂਦਾ। ਪ੍ਰੇਜ਼ ਦ ਲਾਰਡ। ਸੋ ਡੋਂਟ ਜੁਆਇਨ ਮੀ। ਇੱਦਾਂ ਨਾ ਜੁੜੋ, ਕਿਉਂਕਿ ਸਿਰਫ ਤੁਹਾਡਾ ਕੰਮ ਕੀ ਆ ਕਿ ਪਾਸਟਰ ਨੇ ਇਹ ਕਿਉਂ ਬੋਲਿਆ। ਮੈਂ ਸੋਚਦਾ ਯਾਰ ਇਹ ਕਿਹੜੀ ਸੇਵਕਾਈ ਆ। ਪ੍ਰੇਜ਼ ਦ ਲਾਰਡ। ਮੈਂ ਜੀ ਪ੍ਰੇਰਿਤਾਂ ਦੀ ਪੜ੍ਹੀ ਆ, ਮੈਂ ਸਿੱਖਸ਼ਕਾਂ ਦੀ ਪੜ੍ਹੀ ਆ। ਭਾਈ ਇਹ ਕਿਹੜੀ ਸੇਵਕਾਈ ਤੁਸੀਂ ਆਪਣੇ ਉੱਪਰ ਲੈ ਲਈ? ਇਸ ਸੇਵਕਾਈ ਦੇ ਨਾਲ ਪਰਮੇਸ਼ਰ ਦਾ ਕ੍ਰੋਧ ਭੜਕਦਾ ਹੈ ਭਾਈ। ਪ੍ਰੇਜ਼ ਦ ਲਾਰਡ। ਹਾਲੇਲੂਇਆ। ਮੈਂ ਜਾਣਦਾ ਕਿ ਚਰਚ ਵਿੱਚ ਇਹ ਚੀਜ਼ਾਂ ਹੁੰਦੀਆਂ, ਲੇਕਿਨ ਮੈਂ ਨਹੀਂ ਚਾਹੁੰਦਾ ਕਿ ਇਸ ਜਗ੍ਹਾ ਤੇ ਇਹ ਚੀਜ਼ਾਂ ਹੋਣ, ਕਿਉਂਕਿ ਚਰਚ ਵਿੱਚ ਕਮੇਟੀ ਹੁੰਦੀ ਆ ਔਰ ਕਮੇਟੀ ਡਿਸਾਈਡ ਕਰਦੀ ਹੈ ਕਿ ਪਾਸਟਰ ਕੀ ਕਰੇਗਾ। ਨਹੀਂ, ਕ੍ਰਾਈਸਟ ਐਮਬੈਸੀ ਚਰਚ ਦਾ ਇਹ ਤਰੀਕਾ ਨਹੀਂ ਹੈ। ਇੱਥੇ ਪਾਸਟਰ ਡਿਸਾਈਡ ਕਰਦਾ ਕੀ ਹੋਏਗਾ ਔਰ ਤੁਹਾਡਾ ਕੰਮ ਹੈ ਸਹਿਮਤ ਹੋਣਾ। ਪ੍ਰੇਜ਼ ਦ ਲਾਰਡ। ਅਗਰ ਤੁਹਾਨੂੰ ਗਲਤ ਲੱਗਦਾ ਵੀ ਆ ਤਾਂ ਪ੍ਰਾਰਥਨਾ ਕਰੋ ਔਰ ਪਰਮੇਸ਼ਰ ਤੋਂ ਬੁੱਧ ਮੰਗੋ ਕਿ ਅਗਰ ਤੁਹਾਨੂੰ ਗਲਤ ਲੱਗ ਵੀ ਰਿਹਾ, ਕਿਉਂਕਿ ਹੋ ਸਕਦਾ ਸ਼ਾਇਦ ਤੁਸੀਂ ਗਲਤ ਹੋਵੋ। ਪਹਿਲਾਂ ਪ੍ਰਭੂ ਕੋ ਬੁੱਧੀ ਮੰਗੋ ਕਿ ਜੋ ਪਾਸਟਰ ਨੇ ਕਿਹਾ ਉਹਦਾ ਮਤਲਬ ਕੀ ਆ, ਕਿ ਪ੍ਰਭੂ ਮੇਰੀ ਮਦਦ ਕਰੋ ਸੱਚੇ ਦਿਲ ਦੇ ਨਾਲ। ਔਰ ਉਸ ਤੋਂ ਬਾਅਦ ਪ੍ਰਭੂ ਤੁਹਾਨੂੰ ਦੱਸੇਗਾ ਕਿ ਜੋ ਮੈਂ ਕਿਹਾ ਗਲਤ ਹੈ। ਹੁਣ ਪ੍ਰਭੂ ਕੋ ਬੁੱਧੀ ਮੰਗੋ ਕਿ ਤੁਸੀਂ ਮੇਰੀ ਗਲਤੀ ਨੂੰ ਕਿੱਦਾਂ ਦਿਖਾਓਗੇ ਤਾਂ ਕਿ ਪਰਮੇਸ਼ਰ ਦਾ ਕ੍ਰੋਧ ਤੁਹਾਡੇ ਤੇ ਨਾ ਭੜਕੇ, ਕਿਉਂਕਿ ਮੇਰੀ ਤਾਂ ਛੱਡ ਹੀ ਦਿਓ। ਪ੍ਰੇਜ਼ ਦ ਲਾਰਡ। ਇਹ ਇੱਕ ਪਤਨੀ ਦੀ ਤਰ੍ਹਾਂ ਵਾ ਕਿ ਅਗਰ ਪਤੀ ਗਲਤੀ ਵੀ ਕਰੇ ਤਾਂ ਪਤਨੀ ਨੂੰ ਪਤਾ ਹੋਣੀ ਚਾਹੀਦਾ ਭਾਈ ਉਹਨੂੰ ਕਿੱਦਾਂ ਦੱਸਣਾ, ਕਿਉਂਕਿ ਅਗਰ ਉਹ ਗਲਤ ਤਰੀਕੇ ਨਾਲ ਦੱਸੇਗੀ ਤਾਂ ਮਾਰ ਖਾਏਗੀ। ਪ੍ਰੇਜ਼ ਦ ਲਾਰਡ। ਮੈਂ ਨਹੀਂ ਕਹਿੰਦਾ ਕਿ ਮਾਰਨਾ ਸਹੀ ਆ, ਲੇਕਿਨ ਕਈ ਵਾਰ ਕੀ ਹੁੰਦਾ ਕਿ ਸਹੀ ਕੰਮ ਵੀ ਲੋਕ ਕਿੱਦਾਂ ਕਰਦੇ ਆ, ਗਲਤ ਤਰੀਕੇ ਦੇ ਨਾਲ। ਪ੍ਰੇਜ਼ ਦ ਲਾਰਡ। ਤੁਸੀਂ ਹੱਸ ਸਕਦੇ ਹੋ। ਹਾ 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 ਹਾ। ਸੁਣ ਰਹੇ ਹੋ? ਕੋਈ ਤੁਹਾਨੂੰ ਗਲਤ ਕੰਮਾਂ ਵਾਸਤੇ ਬੜਾਵਾ ਨਾ ਦੇਵੇ, ਕਿਉਂਕਿ ਇਹਨਾਂ ਗੱਲਾਂ ਦਾ ਕਰਕੇ ਪਰਮੇਸ਼ਰ ਦਾ ਕ੍ਰੋਧ ਆਗਿਆ ਨਾ ਮੰਨਣ ਵਾਲਿਆਂ ਦੇ ਉੱਪਰ ਭੜਕਦਾ। ਨੈਕਸਟ, ਇਸ ਕਰਕੇ ਤੁਸੀਂ ਉਹਨਾਂ ਦੇ ਸਹਿਭਾਗੀ ਨਾ ਹੋਵੋ। ਨੈਕਸਟ, ਕਿਉਂਕਿ ਤੁਸੀਂ ਤਾਂ ਪਹਿਲਾਂ ਹਨੇਰੇ ਵਿੱਚ ਸੀ। ਓ ਦਿਸ ਇਜ਼ ਹੈਵੀ। ਇਹ ਮੇਰਾ ਅੱਜ ਦਾ ਟਾਈਟਲ ਹੈ, ਇੰਗਲਿਸ਼ ਔਰ ਪੰਜਾਬੀ ਦੋਨੋਂ। ਮੈਸੇਜ ਦਾ ਟਾਈਟਲ ਆ ਰਿਹਾ ਵਾ ਅੰਤ ਵਿੱਚ, ਲਾਸਟ ਵਿੱਚ। ਕਿਉਂਕਿ ਤੁਸੀਂ ਤਾਂ ਪਹਿਲਾਂ ਹਨੇਰੇ ਵਿੱਚ ਸੀ। ਸੋਚ ਕੇ ਦੇਖੋ, ਉਹਨੇ ਨਹੀਂ ਕਿਹਾ ਕਿ ਤੁਸੀਂ ਪਹਿਲਾਂ ਹਨੇਰੇ ਵਿੱਚ ਸੀ, ਉਹਨੇ ਬੋਲਿਆ ਤੁਸੀਂ ਪਹਿਲਾਂ ਅੰਧਕਾਰ। ਸੋਚ ਕੇ ਦੇਖੋ, ਉਹਨੇ ਨਹੀਂ ਬੋਲਿਆ ਤੁਸੀਂ ਅੰਧਕਾਰ ਦੇ ਵਿੱਚ ਸੀ। ਪਰ ਕੀ ਅੱਗੇ ਲਿਖਿਆ? ਪਰ ਖੁਸ਼ ਹੋ ਕੇ ਬੋਲੋ ਪਰ, ਕਿਉਂਕਿ ਇਹ ਪਰ ਅੱਛਾ, ਇਹ ਪਰ ਚੰਗਾ। ਮੈਸੇਜ ਖਤਮ ਹੋਣ ਵਾਲਾ, ਇਸ ਕਰਕੇ ਧਿਆਨ ਨਾਲ ਸੁਣਿਓ। ਪਰ ਹੁਣ ਪ੍ਰਭੂ ਵਿੱਚ ਤੁਸੀਂ ਚਾਨਣ ਹੋ ਔਰ ਚਾਨਣ ਦੀ ਸੰਤਾਨ ਦੇ ਵਾਂਗ ਚੱਲੋ। ਔਰ ਇਹੀ ਟਾਈਟਲ ਹੈ, ਜੋਤੀ ਦੀ ਸੰਤਾਨ ਦੇ ਸਮਾਨ ਚੱਲੋ। ਪ੍ਰੇਜ਼ ਦ ਲਾਰਡ। ਆਪਣੇ ਹੱਥਾਂ ਨੂੰ ਉਠਾਵਾਂਗੇ ਔਰ ਗੈਰ ਭਾਸ਼ਾ ਵਿੱਚ ਪ੍ਰਾਰਥਨਾ ਕਰਾਂਗੇ। ਨਵਰਾਂਦਰ ਬਲੀਗ੍ਰੋ ਮਾਸਰਬਾ ਰਿਬਲ ਦਮਹੋਰ ਬਹਸਰ ਬਲੀਗਾ ਮੰਦਰਬਾ ਲਖੁੰਦਰ ਬਲੀਗ੍ਰਾ ਮੰਦਰਬਾ ਲੋਗੋ ਮਸ਼ੇਕਰ ਬਖੇਂਦਰ ਬਲੀਗਾ ਮੋਜ਼ਰਬੋ ਨਬਰਹਸਰ ਬਲੀਗਾ ਮੰਦਰਬਾ ਲੋਗੋ ਮਸ਼ੇਕਰ ਬਖੇਂਦਰ ਬਲੀਗਾ ਮੰਦਰਬਾ ਲੀਤਰਾਲਾ ਸ਼ੀਤਲ ਰਮੰਦro ਲੀਸੋ ਰਿਖੰਦਰਬਾ। ਓ ਹਾਲੇਲੂਇਆ। ਪ੍ਰੇਜ਼ ਦ ਲਾਰਡ। ग्लोरी।
ਅਗਰ ਤੁਸੀਂ ਪਹਿਲੀ ਵਾਰ ਆਏ ਆ ਤਾਂ ਅਸੀਂ ਤੁਹਾਡਾ ਸਵਾਗਤ ਕਰਨਾ ਚਾਹਾਂਗੇ ਔਰ ਇਸ ਪ੍ਰਾਰਥਨਾ ਨੂੰ ਤੁਸੀਂ ਮੇਰੇ ਨਾਲ ਕਰੋ ਜਿੱਦਾਂ ਅਸੀਂ ਪਹਿਲਾਂ ਪੜ੍ਹਿਆ ਜੋਤੀ ਦੀ ਸੰਤਾਨ। ਔਰ ਅਗਰ ਤੁਸੀਂ ਯੀਸ਼ੂ ਮਸੀਹ ਨੂੰ ਨਹੀਂ ਜਾਣਦੇ ਤਾਂ ਜਿਸ ਤਰ੍ਹਾਂ ਤੁਸੀਂ ਪਹਿਲਾਂ ਪੜ੍ਹਿਆ ਕਿ ਪਹਿਲਾਂ ਤੁਸੀਂ ਅੰਧਕਾਰ ਸੀ ਤਾਂ ਅੱਜ ਜੋਤੀ ਵਿੱਚ ਆ ਗਏ ਆ ਤਾਂ ਆਪਣੀ ਅੱਖਾਂ ਨੂੰ ਬੰਦ ਕਰਾਂਗੇ, ਆਪਣੇ ਮਨ ਤੋਂ ਵਿਸ਼ਵਾਸ ਕਰੋ ਔਰ ਆਪਣੇ ਮੂੰਹ ਦੇ ਨਾਲ ਇਹਨਾਂ ਚੀਜ਼ਾਂ ਨੂੰ ਮੇਰੇ ਪਿੱਛੇ ਬੋਲੋ ਕਿ हे ਪਿਆਰੇ ਪਿਤਾ, ਮੈਂ ਵਿਸ਼ਵਾਸ ਕਰਦਾ ਯੀਸ਼ੂ ਮਸੀਹ ਵਿੱਚ, ਜਿਉਂਦੇ ਪਰਮੇਸ਼ਵਰ ਦੇ ਪੁੱਤਰ ਵਿੱਚ। ਮੈਂ ਵਿਸ਼ਵਾਸ ਕਰਦਾ ਆਪਣੇ ਪੂਰੇ ਦਿਲ ਦੀ ਗਹਿਰਾਈ ਤੋਂ ਕਿ ਯੀਸ਼ੂ ਮਸੀਹ ਮੈਨੂੰ ਬਚਾਉਣ ਵਾਸਤੇ ਕਰੂਸ ਤੇ ਮਰਿਆ ਔਰ ਪਰਮੇਸ਼ਵਰ ਨੇ ਉਹਨੂੰ ਤੀਸਰੇ ਦਿਨ ਮੁਰਦਿਆਂ ਵਿੱਚੋਂ ਜਿਉਂਦਾ ਕੀਤਾ। ਉਹ ਹਮੇਸ਼ਾ ਵਾਸਤੇ ਜਿਉਂਦਾ। ਔਰ ਮੈਂ ਅੱਜ ਆਪਣੇ ਮੂੰਹ ਦੇ ਨਾਲ ਇਹ ਘੋਸ਼ਣਾ ਕਰਦਾ ਕਿ ਯੀਸ਼ੂ ਮੇਰਾ ਪ੍ਰਭੂ ਹੈ ਔਰ ਯੀਸ਼ੂ ਮੇਰਾ ਸਵਾਮੀ ਹੈ ਔਰ ਮੈਂ ਵਿਸ਼ਵਾਸ ਦੇ ਦੁਆਰਾ ਪਰਮੇਸ਼ਵਰ ਦੇ ਜੀਵਨ ਨੂੰ ਗ੍ਰਹਿਣ ਕਰਦਾ ਔਰ ਅੱਜ ਤੋਂ ਮੇਰਾ ਨਵਾਂ ਜਨਮ ਹੋਇਆ ਔਰ ਅੱਜ ਤੋਂ ਮੈਂ ਚਾਨਣ ਦੀ ਸੰਤਾਨ ਹੈ। ਪਿਤਾ ਪਰਮੇਸ਼ਵਰ ਤੁਹਾਡਾ ਧੰਨਵਾਦ ਕਰਦਾ ਮੈਨੂੰ ਬਚਾਉਣ ਵਾਸਤੇ ਯੀਸ਼ੂ ਦੇ ਨਾਮ ਦੇ ਵਿੱਚ, ਆਮੀਨ। ਔਰ ਜ਼ੋਰ ਨਾਲ ਤਾਲੀ ਵਜਾ ਸਕਦੇ ਨਾ ਵਾਸਤੇ ਔਰ ਤੁਸੀਂ ਬੈਠੋ ਨਾ, ਮੈਂ ਤੁਹਾਡੇ ਵਾਸਤੇ ਪ੍ਰਾਰਥਨਾ ਕਰਦਾ। ਔਰ ਪਿਤਾ ਪਰਮੇਸ਼ਵਰ ਮੈਂ ਪ੍ਰਾਰਥਨਾ ਕਰਦਾ ਹਰ ਇੱਕ ਉਸ ਇਨਸਾਨ ਵਾਸਤੇ ਜਿਹਨੇ ਅੱਜ ਪ੍ਰਭੂ ਯੀਸ਼ੂ ਮਸੀਹ ਨੂੰ ਆਪਣਾ ਜੀਵਨ ਦਿੱਤਾ। ਯੀਸ਼ੂ ਮਸੀਹ ਦਾ ਨਾਮ ਹੈ ਇਹਨਾਂ ਦੇ ਜੀਵਨ ਦੇ ਉੱਪਰ ਹਮੇਸ਼ਾ ਵਾਸਤੇ ਬਣਿਆ ਰਹੇਗਾ। ਯੀਸ਼ੂ ਮਸੀਹ ਦੇ ਨਾਮ ਦੇ ਵਿੱਚ ਸ਼ੈਤਾਨ ਦਾ ਇਹਨਾਂ ਦੇ ਉੱਪਰ ਕੋਈ ਵੀ ਦਾਵਾ ਜਾਂ ਕਬਜ਼ਾ ਨਹੀਂ ਹੈ। ਯੀਸ਼ੂ ਮਸੀਹ ਦੇ ਨਾਮ ਦੇ ਵਿੱਚ ਇਹ ਆਸ਼ੀਸ਼ਿਤ ਹੈ ਔਰ ਮੈਂ ਇਹਨਾਂ ਨੂੰ ਆਸ਼ੀਸ਼ ਦਿੰਦਾ ਤੁਹਾਡੀ ਬੁੱਧੀ ਦੇ ਨਾਲ, ਤੁਹਾਡੇ ਪ੍ਰੇਮ ਦੇ ਨਾਲ, ਤੁਹਾਡੀ ਸਮਝ ਦੇ ਨਾਲ ਔਰ ਤੁਹਾਡੀ ਆਤਮਾ ਦੇ ਦੁਆਰਾ ਯੀਸ਼ੂ ਮਸੀਹ ਦੇ ਨਾਮ ਦੇ ਵਿੱਚ, ਆਮੀਨ। ਤੁਸੀਂ ਬੈਠ ਸਕਦੇ ਹੋ ਔਰ ਇਸ ਸਮਾਂ ਆਪਣੀ ਪੇਰ, ਆਪਣਾ ਦਸਵੰਧ, ਆਪਣਾ ਪਾਰਟਨਰਸ਼ਿਪ ਦਿਲ ਤੋਂ ਖੁਸ਼ ਹੋ ਕੇ ਦੇਣ ਦਾ। ਜਦੋਂ ਵੀ ਤੁਸੀਂ ਪਰਮੇਸ਼ਰ ਨੂੰ ਦਿੰਦੇ ਆ ਔਰ ਜਦੋਂ ਪੈਸਾ ਤੁਹਾਡੇ ਹੱਥ ਵਿੱਚ ਆਓ ਤੁਸੀਂ ਖੁਸ਼ ਹੋਵੋ, ਕਿਉਂਕਿ ਮੈਂ ਤੁਹਾਨੂੰ ਦੱਸਦਾ ਕਿ ਪਰਮੇਸ਼ਰ ਨੂੰ ਇਹ ਨਹੀਂ ਚਾਹੀਦਾ, ਲੇਕਿਨ ਮੈਂ ਤੁਹਾਨੂੰ ਇਹ ਦੱਸਦਾ ਭੇਟ ਦੇਣ ਦਾ ਤਰੀਕਾ ਕੀ ਆ। ਭੇਟ ਕਿੱਦਾਂ ਦੇਣੀ ਆ? ਖੁਸ਼ ਹੋ ਕੇ। ਭਲਾ ਤੁਸੀਂ 10 ਰੁਪਏ ਦਿਓ। ਪ੍ਰੇਜ਼ ਦ ਲਾਰਡ। Praise the Lord। हम परमेश्वर के लिए महिमा गा रहे हैं क्योंकि वो महान परमेश्वर है। हाँ। महिमा महिमा प्रभु, तुझको महिमा प्रभु, महिमा महिमा प्रभु, तू महान है। महिमा महिमा प्रभु, तुझको महिमा प्रभु, महिमा महिमा प्रभु, तू महान है। ला 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 ला। महिमा प्रभु, तुझको महिमा प्रभु, महिमा महिमा प्रभु, तू महान है। महिमा महिमा प्रभु, केवल तुझको महिमा प्रभु, महिमा महिमा प्रभु, तू महान है। हम सब हाथ उठा कर गाएंगे। ला 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 और प्रार्थना
ਪ੍ਰਾਰਥਨਾ ਕਰਾਂਗੇ ਇਸ ਭੇਟ ਵਾਸਤੇ। ਧੰਨਵਾਦ ਕਰਦੇ ਹਾਂ ਪਿਤਾ ਪਰਮੇਸ਼ਰ, ਤੁਹਾਡਾ ਧੰਨਵਾਦ ਕਰਦੇ ਹਾਂ ਇਸ ਭੇਟ ਨੂੰ ਲਿਆਉਣ ਵਾਸਤੇ, ਉਸ ਅਨੁਗ੍ਰਹਿ ਵਾਸਤੇ। ਇਹ ਤੁਹਾਡੇ ਆਤਮਾ ਦੁਆਰਾ ਪਵਿੱਤਰ ਹੈ ਔਰ ਜਿੱਦਾਂ ਹੀ ਅਸੀਂ ਦਿੱਤਾ ਅਸੀਂ ਇਹਦੀ ਵਧੀ ਹੋਈ ਫਸਲ ਨੂੰ ਗ੍ਰਹਿਣ ਕਰਦੇ ਹਾਂ ਯਿਸੂ ਮਸੀਹ ਦੇ ਨਾਮ ਦੇ ਵਿੱਚ। ਪਿਤਾ ਪਰਮੇਸ਼ਰ, ਤੁਹਾਡਾ ਧੰਨਵਾਦ ਕਰਦੇ ਹਾਂ ਤੁਹਾਡੀ ਦਇਆ ਵਾਸਤੇ, ਤੁਹਾਡੀ ਕਰੁਣਾ ਵਾਸਤੇ। ਅਸੀਂ ਇਹਨਾਂ ਭੇਟਾਂ ਦੇ ਉੱਪਰ ਤੁਹਾਡੀ ਆਸ਼ੀਸ਼ਾਂ ਦਾ ਆਹਵਾਨ ਕਰਦੇ ਹਾਂ। ਭੇਟ ਤੁਹਾਡੇ ਰਾਜ ਨੂੰ ਅੱਗੇ ਵਧਾ ਰਹੀ ਆ, ਸੁਸਮਾਚਾਰ ਨੂੰ ਅੱਗੇ ਵਧਾ ਰਹੀ ਹੈ ਯਿਸੂ ਮਸੀਹ ਦੇ ਨਾਮ ਦੇ ਵਿੱਚ। ਆਮੇਨ। ਪ੍ਰੇਜ਼ ਦ ਲਾਰਡ। कुछ अनाउंसमेंट है, बहुत इंपॉर्टेंट है और सब तो पहला अनाउंसमेंट है और सब तो ਵੱਡਾ अनाउंसमेंट है 1 मई 2 मई और 3 मई ਨੂੰ ਅਸੀਂ ਪੂਰੀ ਦੁਨੀਆ ਦੇ ਵਿੱਚ ਪ੍ਰਾਰਥਨਾ ਔਰ ਉਪਵਾਸ ਕਰ ਰਹੇ ਹਾਂ। ਗਲੋਰੀ। ਵਾਓ 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 ਵਾਓ। ਐਂਡ ਇਟਸ ਸੋ ਇੰਪੋਰਟੈਂਟ ਹਰ ਸੈਲ ਮੀਟਿੰਗ ਦੇ ਵਿੱਚ ਔਰ ਹਰ ਜਗ੍ਹਾ ਕ੍ਰਾਈਸਟ ਐਮਬੈਸੀ ਵਿੱਚ ਇਦਾਂ ਦਾ ਕੋਈ ਮੈਂਬਰ ਨਹੀਂ ਹੋਣਾ ਚਾਹੀਦਾ ਪੂਰੇ ਭਾਰਤ ਦੇ ਵਿੱਚ ਜਿਹੜਾ ਫਾਸਟਿੰਗ ਔਰ ਉਪਵਾਸ ਨਾ ਕਰੇ। अपना मन बनाओ कि तुसी 3 दिन उपवास करोगे और प्रार्थना करोगे और ये 3 दिन आप लगातार नहीं कर रहे हैं, कंटिन्यूस नहीं है। तुसी अपना उपवास 4 बजे खोल सकते हो या 6 बजे खोल सकते हो, पर ये ना कहियो कि पास्टर मैं नहीं कर सकता। कोई भी एक्सक्यूज नहीं है, क्योंकि जिस लड़ाई में असी हैं वो लड़ाई लंबी आ और बहुत थोड़े आ जिहड़े लड़ रहे आ। बाकी तो अपनी गोलियां कट के भी बैठ गए आ, उन्होंने लगता कि वो कुछ कर ही नहीं सकते, क्योंकि असी और तुसी हाँ जिहड़े लड़ रहे हैं और ਜਿਹੜੇ ਲੜ ਰਹੇ ਆ ਉਹਨਾਂ ਨੂੰ ਖੜਾ ਰਹਿਣਾ ਪਏਗਾ ਔਰ ਹੋ ਸਕਦਾ ਸਾਨੂੰ ਬਾਕੀਆਂ ਦੀ ਵੀ ਲੜਾਈ ਵੀ ਲੜਨੀ ਪਵੇ। ਔਰ ਜਿਨ੍ਹਾਂ ਨੂੰ ਇਹ ਲੱਗਦਾ ਕਿ ਸ਼ਾਇਦ ਮਾਸਕ ਜਿਹੜਾ ਵਾ ਪਰਮੇਸ਼ਰ ਦੀ ਵੱਲੋਂ ਆ ਜਾਂ ਕੋਵਿਡ ਪਰਮੇਸ਼ਰ ਦੀ ਵੱਲੋਂ ਆ, ਇਹ ਕੀ ਲੜਾਈ ਲੜਨਗੇ? ਇਹ ਤਾਂ ਸ਼ੈਤਾਨ ਦੀ ਵੱਲ ਚਲੇ ਗਏ ਆ। ਇਹਦਾ ਉਲਟ, ਇਹ ਤਾਂ ਸਾਡੇ ਉਲਟ ਹੋ ਗਏ। ਆਪਾਂ ਹੀ ਆ ਜਿਹੜੇ ਲੜ ਰਹੇ ਆ। ਯੂ ਹੈਵ ਟੂ ਡੂ ਇਟ, ਵੀ ਹੈਵ ਟੂ ਡੂ ਇਟ। ਇਹ ਬੜੇ सम्मान ਦੀ ਗੱਲ ਹੈ। ਇਹ ਆਪਣੇ ਆਪ ਨੂੰ ਗੋਰਖਾ ਰੈਜੀਮੈਂਟ ਮੰਨ ਲਓ ਜਾਂ ਪੰਜਾਬ ਰੈਜੀਮੈਂਟ ਮੰਨ ਲਓ। समझ आ गया तुहानू? भारत में भाषा समझ आती है ना? तुसीं फिल्म देखी है ना? तो जो गोरखा रेजीमेंट 10 ही सारे बराबर होंगे। जिहड़े पंजाब वाले दा क्या ही बात है। ओए वी हैव टू फास्ट एंड प्रे। और की प्रार्थना है वो पास्टर सानू दसणगे। तां आपां की करांगे? सैटरडे संडे और मंडे 3 दिन। प्रेज द लॉर्ड। उस तो बाद साडा एक थीम चल रहा, एवरी मैंबर मस्ट हैव ए सेंटर। अगर तुसी चर्च के मैंबर हो, तुसी सेंटर विच हो। अगर तुसी चर्च देखिया तो पहले तुसी चर्च देखो, चर्च अटेंड करो, पर संडे मंडे ट्यूसडे दे विच तुसी एक सेंटर बनाना। साढ़े 23 ऑनलाइन चर्च है और 21 भाषावां दे विच वा, एक टीनेजर दा वा, एक चिल्ड्रन चर्च है। और असी चाहते हैं कि असी उन्होंने इस्तेमाल करिए। प्रेज द लॉर्ड। और तुहाडी जो भी भाषा वा तुसी अपने आस पास के लोगों को बुलाओ। सैल अलग हुंदा वा, तुहानूं पता ना कि सैल जो है वो है। इस तो इलावा असी सेंटर बना रहे हैं सिर्फ लोगों को चर्च दिखाने वास्ते। सो बिकम एन एम्बेसडर कि तुसी घट्टो घट्ट एक सेंटर बनाओ। अगर परमेश्वर तुहानूं उत्साहित करे तो तुसी ज़्यादा बनाओ। और सेंटर में की होवे कि घट्टो घट्ट 10 मैंबर आउण। ਇਹਦਾ मतलब ये नहीं है कि तुसी 2 है। अगर 2 है तो 2 दिखाओ, लेकिन तुहाडे माइंड 'ਚ ਕੀ ਚੱਲ ਰਿਹਾ कि घट्टो घट्ट 10 होवे ਤਾਂ ਘੱਟੋ ਘੱਟ ਇੱਕ ਸੈਂटर। और अगला साडा है म्यूजिक एंड आर्ट फेस्टिवल 11 और 12। सो बी एक्साइटेड। उस तो इलावा अगर तुसी सैल सिस्टम के पार्ट नहीं है तो सैल सिस्टम के पार्ट बनो। साढ़े समय 400 तो ज़्यादा सैल है ऑनलाइन ऑन साइड, तो तुसी एक सैल लीडर बन सकते हो। तो मैं तुहानूं की कहा कि असी बचे हाँ और असी ही लड़ाई लड़नी है। प्रेज द लॉर्ड। और अगर तुहाडा फाउंडेशन स्कूल नहीं होया तो अज ही पता करो। 7 क्लासां है उहदे विच और अपने आप नूं अपग्रेड करो और अगे वधदे जाओ। उस तो बाद साडा चल रहा 31 मई 2021 तक असी 10 लाख रैप्सोडी वंड रहे हैं। ग्लोरी। वाह 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 वाह। ਆਪਾਂ ਖੜੇ ਹੋਵਾਂਗੇ और परमेश्वर ਦਾ ਧੰਨਵਾਦ ਕਰਾਂਗੇ। ਪਿਤਾ ਪਰਮੇਸ਼ਰ ਦਾ ਪ੍ਰੇਮ, ਯਿਸੂ ਮਸੀਹ ਦਾ ਅਨੁਗ੍ਰਹਿ और ਪਵਿੱਤਰ ਆਤਮਾ ਦੀ ਸਹਿਭਾਗਿਤਾ ਸਾਡੇ ਨਾਲ ਹਮੇਸ਼ਾ ਵਾਸਤੇ ਬਣੀ ਰਹੇਗੀ। ਯਿਸੂ ਮਸੀਹ ਦੇ ਨਾਮ ਦੇ ਵਿੱਚ ਨਿਸ਼ਚੈ ਹੀ ਭਲਾਈ और ਕਰੁਣਾ ਸਦਾ ਮੇਰੇ ਜੀਵਨ ਦੇ ਵਿੱਚ ਨਿਵਾਸ ਕਰੇਗੀ और मैं हमेशा वास्ते परमेश्वर के घर में निवास करूंगा यीशु मसीह के नाम दे विच। आमीन। और परमेश्वर मैं प्रार्थना करदा तुहाडे बच्चे वास्ते ये बुरे और दुष्ट लोगों तो बचणगे यीशु मसीह के नाम दे विच। तुहाडी बुद्धि इन्हां दे अंदर काम करेगी यीशु मसीह के नाम दे विच। कोई भी बीमारी इन्हां दे घर नहीं आएगी यीशु मसीह के नाम दे विच। कोई गरीबी इन्हां दे घर नहीं आएगी यीशु मसीह के नाम दे विच। ये उस जीवन नूं जीणगे जिस जीवन नूं जीण वास्ते बुलाए गए आ यीशु मसीह के नाम दे विच। कोई भी व्यभिचार दी गल पाप दी गल साडे विचकार नहीं सुनी जाएगी यीशु मसीह के नाम दे विच। शुद्ध गल्लां हासे मजाक वालियां गल्लां ठट्ठे मजाक वालियां गल्लां साडे विच नहीं सुनियां जाणगीਆਂ यीशु मसीह के नाम दे विच। जा रहे आ यीशु मसीह के नाम दे विच। हर जगह परमेश्वर दी कृपा इन्हां दे नाल चल रही आ यीशु मसीह के नाम दे विच। धन्यवाद करदे आ और इस प्रार्थना नूं यीशु मसीह के नाम दे विच मंगदे आ। आमीन। थैंक यू। आनंद मनाओ वचन काम करदा। गॉड ब्लेस यू।
Subscribe to our channel, hit the bell icon, like, comment and share. Thank you and God bless you.